ਵਾਈਸ ਕੌਂਸਲ ਸੀ ਟੋਰਾਂਟੋ ਦਾ। ਦਵਿੰਦਰ ਊਜਾ ਤੋਂ ਬਾਅਦ ਬ੍ਰਿਜਮੋਹਨ ਲਾਲ ਆਇਆ ਆਹਲੂਵਾਲੀਆ, ਤੇ ਇਹ ਦਵਿੰਦਰ ਸਿੰਘ ਆਹਲੂਵਾਲੀਆ ਦਾ ਸਕਸੈਸਰ ਸੀ। ਉਹ ਬਹੁਤ, ਇਹਨੂੰ ਤੁਸੀਂ ਜੇ ਪੜ੍ਹੋਗੇ, ਛੋਟੀ ਕਿਤਾਬ ਆ, ਮਾਰਕ ਕਰਕੇ ਪੜ੍ਹੋ। 100 ਉਹਨੇ ਸੋਰਸ ਦੱਸੇ ਨੇ 151 ਕਰੀਬ ਇਹ ਇਸ ਦੇ ਸਫ਼ੇ ਨੇ, ਤੇ ਇਸ ਨੂੰ ਜੇਮਸ ਲੌਰੀਮਰ ਕੰਪਨੀ ਟੋਰਾਂਟੋ ਨੇ ਛਾਪਿਆ। ਜ਼ਹੀਰ ਕਸ਼ਮੀਰੀ ਇਸ ਦੁਨੀਆ 'ਚ ਹੈ ਨਹੀਂ, ਉਹਦੇ ਹੁੰਦਿਆਂ ਹੋਇਆ ਵੀ ਉਹਨੂੰ ਚੈਲੰਜ ਨਹੀਂ ਕਿਸ ਨੇ ਕੀਤਾ। ਇਹ ਕਿਤਾਬ ਲਿਖਣ ਤੋਂ ਬਾਅਦ ਬਹੁਤ ਚਿਰੋ ਜਿਉ ਹੈ। ਸਾਰਾ ਕੁਛ ਉਹਨਾਂ ਨੇ ਰਿਆਇਤ, ਉਹਨਾਂ ਦੇ ਡੰਕਨ ਦੇ ਘਰ ਦੇ ਵਿੱਚ ਕਿਵੇਂ ਸੀਸਸ ਪਿੱਛੇ ਗਈ, ਕਿਵੇਂ ਕੈਮਰਾ ਸੀਸਸ ਵਾਲੇ ਭੁੱਲ ਗਏ। ਕਿਸੇ ਬੰਦੇ ਨੂੰ ਫੋਲੋ ਕਰ ਰਹੇ ਹੋ ਤੇ ਬਿਨਾਂ ਕੈਮਰੇ ਤੋਂ ਗਏ ਤੁਸੀਂ ਕਹਿੰਦੇ ਹੋ ਅਸੀਂ ਏਜੰਟ ਹਾਂ। ਤੇ ਦੂਜਾ ਬੰਦਾ ਕੌਣ ਸੀ? ਤਲਵਿੰਦਰ ਸਿੰਘ ਪਰਮਾਰ, ਉਹਨਾਂ ਦੇ ਨਾਲ ਰਿਆਇਤ ਵਾਅਦਾ ਮਾਫ ਗਵਾਹ ਬਣ ਕੇ ਕਿਵੇਂ ਮੁੱਕਰਿਆ। ਕੱਲੀ ਕੱਲੀ ਚੀਜ਼ ਇਸ ਦੇ ਵਿੱਚ ਉਸਨੇ ਡੀਟੇਲ 'ਚ ਦੱਸੀ ਹੈ। ਤੇ ਇਹਦੇ ਤੇ ਆਪਾਂ ਸ਼ੋਅ ਪਿਛਲੇ ਸਾਲ ਵੀ ਕੀਤਾ ਸੀ, ਬੜੀਆਂ ਆਵਾਜ਼ਾਂ ਇੱਥੋਂ ਉੱਠੀਆਂ ਸੀ, ਕਈਆਂ ਦੇ ਨਾਂ ਲੈ ਗਏ ਸੀ, ਇਹ ਕਰ ਦੇਂਗੇ ਉਹ ਕਰ ਦੇਂਗੇ। ਮੈਂ ਕਰਨਾ ਜਿਹੜਾ ਕੁਛ ਕਰਦੇ ਹੋ, ਇਹ ਤਾਂ ਪੜ੍ਹਤਾ ਤੇ ਅਗਲੇ ਸਾਲ ਫੇਰ ਪੜ੍ਹੂੰ, ਅੱਜ ਫੇਰ ਪੜ੍ਹੂੰ। ਇਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ, ਰਸ ਤਰਿਆਉਤ ਫਿਰੇ ਸਭ ਥਾਈਂ ਸਭ ਨਗਰ ਹਰਿਆਏ। ਇਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ, ਰਸ ਤਰਿਆਉਤ ਫਿਰੀ ਸਭ ਥਾਈਂ ਸਭ ਨਗਰ ਹਰਿਆਏ। ਇਸ ਪੰਜਾਬੇ ਅੱਖਰ ਫਲਿਆ ਧਨ ਧਨ ਪਾਠ ਕਰਾਏ, ਇਸ ਪੰਜਾਬ ਨੇ ਥੋਰਾਂ ਦੇ ਫੁੱਲ ਗੀਤਾਂ ਦੇ ਵਿੱਚ ਗਾਏ। ਇਸ ਪੰਜਾਬੋਂ ਹੀਰਾਂ ਉੱਠੀਆਂ ਵਾਰਸ ਬਣਤ ਬਣਾਏ, ਜੰਡੀਆਂ ਥੱਲੇ ਬੈਠਾ ਬਾਬਾ ਖਾਕ ਪਿਆ ਵਡਿਆਏ। ਬੰਨਿਆਂ ਉੱਤੇ ਨੱਚਦੇ ਫਿਰਦੇ ਮੋਰਾਂ ਦੇ ਹਮਸਾਏ, ਸੋਣ ਸੁਨਹਿਰੀ ਕਣਕਾਂ ਉੱਤੇ ਮੀਂਹ ਕਾਹ ਤੋਂ ਵਰ ਜਾਏ। ਸੌਣ ਮਹੀਨੇ ਤੀਆਂ ਲੱਗੀਆਂ ਆਸੂ ਕਾਜ ਰਚਾਏ, ਲਹਿੰਗਿਆਂ ਦੇ ਵਿੱਚ ਹਾਣਦੀਆਂ ਨੇ ਥੱਬਾ ਥੱਬਾ ਵਲ ਪਾਏ। ਚੜ੍ਹਦੇ ਪਾਸੇ ਰੋਹੀ ਦੇ ਕੋਈ ਨਾਗ ਲਪੇਟਾ ਖਾਏ, ਅੰਡੇ ਧਰਕੇ ਉੱਡ ਗਏ ਤਿਲੀਅਰ ਕਿਹੜਾ ਮਗਰੇ ਜਾਏ। ਇਸ ਪੰਜਾਬੋਂ ਨਾਨਕ ਤੁਰਿਆ ਤੁਰਿਆ ਚੌਂ ਦਿਸਾਏ, ਇਸ ਪੰਜਾਬੇ ਗੋਬਿੰਦ ਕੇ ਸਿੱਖ ਗੱਤਕਾ ਖੇਡਣ ਆਏ। ਇਸ ਪੰਜਾਬ ਨੂੰ ਰੱਜ ਕੇ ਲੁੱਟਿਆ ਹਾਥੀਆਂ ਘੋੜੇ ਧਾਏ, ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਨਾ ਫਿਰ ਥਿਆਏ। ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਨਾ ਫਿਰ ਥਿਆਏ। ਹਰਮਨਜੀਤ ਲਿਖਦਾ ਹੈ ਪੰਜਾਬ ਦੇ ਬਾਰੇ। ਸਰ ਨਵਕਿਰਨ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਹੁਣ ਸਾਬਕਾ ਹੋ ਗਏ, ਉਹਨਾਂ ਦੇ ਖਿਲਾਫ ਮੋਰਚਾ ਖੋਲੀ ਬੈਠੇ ਨੇ ਵਿਰਸਾ ਸਿੰਘ ਬਲਟੋਆ, ਤੇ ਹੁਣ ਬਲਵੰਤ ਸਿੰਘ ਰਾਜੋਆਣ ਦੀ ਮੂੰਹ ਬੋਲੀ ਭੈਣ ਵੀ ਤਿੱਖਾ ਪ੍ਰਤੀਕਰਮ ਕਰ ਰਹੀ ਹੈ। ਵਾਕਈ ਗਿੱਲ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਰਾਘਵ ਚੱਡਾ ਦੀ ਮੰਗਣੀ ਦੇ ਉੱਤੇ ਗਏ ਸੀ ਤਾਂ ਦੋ ਵਿਅਕਤੀਆਂ ਨੇ ਉਸ ਵਕਤ ਤਿੱਖਾ ਪ੍ਰਤੀਕਰਮ ਸਭ ਤੋਂ ਵੱਧ ਦਿੱਤਾ ਸੀ। ਦੋਨੇ ਹੀ ਅਕਾਲੀ ਦਲ ਦੇ ਨਾਲ ਬਿਲੋਂਗ ਕਰਦੇ ਨੇ। ਇੱਕ ਵਿਰਸਾ ਸਿੰਘ ਬਲਟੋਹਾ ਨੇ ਉਸ ਵਕਤ ਬਹੁਤ ਤਿੱਖਾ ਪ੍ਰਤੀਕਰਮ ਦਿੱਤਾ ਸੀ, ਤੇ ਦੂਜਾ ਕਮਲਦੀਪ ਕੌਰ ਰਾਜੋਆਣਾ, ਜਿਹੜੀ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਹੈ, ਜਿਹਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਪਿੱਛੇ ਜੇ 1.5 ਸਾਲ ਪਹਿਲਾਂ ਲੜੀ ਹੈ। ਦੋਨਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਸੀ। ਉਸ ਵਕਤ ਰਾਜੋਆਣਾ ਦੀ ਭੈਣ ਨੇ ਕਿਹਾ ਸੀ ਕਿ ਬਲਵੰਤ ਸਿੰਘ ਰਾਜੋਆਣਾ ਨੇ ਕਿਹਾਗਾ ਉਹਨਾਂ ਦੇ ਵਿਹਾਰ ਦੇ ਉੱਤੇ ਕਿ ਜਾਓ ਭੰਗੜੇ ਪਾਓ, ਲੱਡੂ ਖਾਓ, ਸਿਕਿਉਰਟੀਆਂ ਦਾ ਆਨੰਦ ਮਾਣੋ। ਹੁਣ ਕੱਲ ਜਦੋਂ ਜਥੇਦਾਰ ਦੇ ਤੌਰ ਦੇ ਉੱਤੇ ਗਿਆਨੀ ਰਘਵੀਰ ਸਿੰਘ ਜੀ ਨੂੰ ਸੇਵਾ ਸੰਭਾਲੀ ਜਾ ਰਹੀ ਸੀ, ਤਾਂ ਉਸ ਵਕਤ ਬਾਹਰ ਮੀਡੀਆ ਦੇ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹਾਸੇ ਠੱਠੇ ਦੇ ਵਿੱਚ, ਹਾਸੇ ਮਜ਼ਾਕ ਦੇ ਵਿੱਚ ਕਹਿ ਦਿੱਤਾ ਸੀ ਕਿ ਸਾਨੂੰ ਕਹਿੰਦੇ ਨੇ ਕਿ ਸਾਡੀ ਸੈਂਟਰ ਨਾਲ ਜਾਰੀ ਆ। ਉਹ ਹੱਸਦੇ ਕਹਿੰਦੇ ਜੇ ਹੈਗੀ ਆ ਤਾਂ ਹੈਗੀ ਆ। ਤਾਂ ਇਸ ਦੇ ਉੱਤੇ ਹੁਣ ਵਿਰਸਾ ਸਿੰਘ ਬਲਟੋਹਾ ਦਾ ਔਰ ਕਮਲਦੀਪ ਕੌਰ ਰਾਜੋਆਣਾ ਦਾ ਤਿੱਖਾ ਪ੍ਰਤੀਕਰਮ ਆਇਆ। ਕਮਲਦੀਪ ਕੌਰ ਰਾਜੋਆਣਾ ਨੇ ਕਿਹਾਗਾ ਕਿ ਖਾਲਸਾ ਜੀ ਅੱਜ ਜਦੋਂ ਉਸੇ ਤਖਤ ਦੇ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਬੈਠ ਕੇ ਠਹਾਕੇ ਮਾਰ ਕੇ ਹੱਸਦੇ ਹੋਏ ਕਹਿੰਦੇ ਨੇ ਸਾਡੀ ਦਿੱਲੀ ਨਾਲ ਯਾਰੀ ਹੈਗੀ ਤਾਂ ਹੈਗੀ ਆ, ਤਾਂ ਅਸੀਂ ਇੱਥੇ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਾਹਿਬਾਨ ਜੀ, ਤੁਹਾਡੀ ਦਿੱਲੀ ਨਾਲ ਯਾਰੀ ਨੂੰ ਅਸੀਂ ਪੰਥਕ ਹਿੱਤਾਂ ਦੀ ਪਹਿਰੇਦਾਰ ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ,
ਤੇ 1984 ਦਾ ਇਨਸਾਫ ਲਿਆ ਹੁੰਦਾ। ਜੇਕਰ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਲਾਲ ਕਿਲੇ ਤੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋ ਕੇ ਉੱਥੇ ਕੌਮੀ ਇਨਸਾਫ ਤੇ ਕੌਮੀ ਹਿੱਤਾਂ ਦੀ ਗੱਲ ਕਰਦੇ, ਤੁਸੀਂ ਉਸ ਧਾਰਮਿਕ ਸਮਾਗਮ ਦਾ ਬਾਈਕਾਟ ਕਰਕੇ ਤੇ ਰਾਘਵ ਚੱਡੇ ਦੀ ਮੰਗਣੀ 'ਚ ਸ਼ਾਮਲ ਹੋ ਕੇ ਕਿਹੜੀ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰ ਰਹੇ ਸੀ, ਸਾਨੂੰ ਸਮਝ ਨਹੀਂ ਆਉਂਦੀ। ਉਹ ਕਹਿੰਦੇ ਨੇ ਕਿ ਸਿੰਘ ਸਾਹਿਬ ਜੀ, ਤੁਹਾਡੀ ਪੰਥਕ ਪਹਿਰੇਦਾਰੀ ਤੇ ਉਸ ਸਮੇਂ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਜਦੋਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਵਾਲੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਦੇ ਪਤਿਤ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ 'ਚ ਸ਼ਾਮਲ ਹੋ ਕੇ ਆਪ ਅਰਦਾਸ ਕਰਕੇ ਪੰਥਕ ਹਿੱਤਾਂ ਨਾਲ ਧਰੋ ਕਮਾਉਂਦੇ ਹੋ। ਤੁਹਾਡੀ ਪਹਿਰੇਦਾਰੀ ਤੇ ਉਦੋਂ ਹੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਜਦੋਂ ਤੁਸੀਂ ਡੇਰਾ ਮੁਖੀ ਨੂੰ ਬਾਰ-ਬਾਰ ਮਿਲਦੀ ਪੈਰੋਲ ਨੂੰ ਵੀ ਰੋਕ ਨਹੀਂ ਪਾਉਂਦੇ, ਜਿਹਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮਨਾਮਾ ਜਾਰੀ ਹੋਇਆ ਹੈ। ਤੁਸੀਂ 6 ਜੂਨ ਨੂੰ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਸਾਨੂੰ ਝੋਲੀ ਅੱਡ ਕੇ ਇਨਸਾਫ ਮੰਗਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹਨਾਂ ਹੁਕਮਰਾਨਾਂ ਨੇ ਇਨਸਾਫ ਨਹੀਂ ਕਰਨਾ। ਹੁਣ ਜਿਹੜੇ ਦਿੱਲੀ ਦੇ ਹੁਕਮਰਾਨਾਂ ਨੇ ਕੌਮ ਨੂੰ ਇਨਸਾਫ ਦੇਣਾ ਹੀ ਨਹੀਂ, ਤਾਂ ਤੁਹਾਡੀ ਉਹਨਾਂ ਨਾਲ ਯਾਰੀ ਸਾਨੂੰ ਪੰਥਕ ਹਿੱਤਾਂ ਦੀ ਪਹਿਰੇਦਾਰ ਨਹੀਂ, ਸਗੋਂ ਤੁਹਾਡੀ ਇਹ ਯਾਰੀ ਸਾਨੂੰ ਖਾਲਸਾ ਪੰਥ ਨਾਲ ਗਦਾਰੀ ਲੱਗਦੀ ਹੈ। ਤਾਂ ਗਦਾਰੀ ਤੱਕ ਦੇ ਸ਼ਬਦ ਨੇ ਜਿਹੜੇ ਉਹ ਕਮਲਦੀਪ ਕੌਰ ਰਾਜੋਆਣਾ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਬਾਬਤ ਲਿਖ ਦਿੱਤੇ ਨੇ। ਇਹ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਪੋਸਟ ਆ ਜਿਹੜੀ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਬਾਬਤ ਪਾ ਦਿੱਤੀ ਆ। ਉਧਰ ਬਿਰਸਾ ਸਿੰਘ ਬਲਟੋਹਾ ਨੇ ਮੌਕਾ ਖੁੰਝਣ ਨਹੀਂ ਦਿੱਤਾ, ਉਹਨਾਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਲਾਏ ਨੇ। ਉਹਨਾਂ ਨੇ ਵੀ ਕਿਹਾ ਕਿ ਇਹਨਾਂ ਨੇ ਬੋਲਣ ਤੋਂ ਸਿਵਾਏ ਜਿਹੜਾ ਕੁਝ ਨਹੀਂ ਕੀਤਾ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਥੇਦਾਰ ਜੋ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਲਾਉਣਾਗਾ ਉਹਦਾ ਰਾਗੀ ਢਾਡੀ ਜਾਂ ਕਥਾਵਾਚਕ ਗ੍ਰੰਥੀ ਹੋਣਾ ਜ਼ਰੂਰੀ ਨਹੀਂ, ਦਲੇਰ ਹੋਣਾ ਚਾਹੀਦਾ। ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਿਹਾ ਸੀ ਕਿ ਬਲਟੋਹਾ ਸਾਹਿਬ ਬਹੁਤ ਦਲੇਰ ਨੇ, ਮੈਂ ਐਸਜੀਪੀਸੀ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਲਾਉਣ। ਤਾਂ ਇਹ ਜਿਹੜਾ ਮਤਲਬ ਆਪਸ ਦੇ ਵਿੱਚ ਬਹਿਸ ਵਾਸਤਾ ਚੱਲ ਰਿਹਾ ਹੈਗਾ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਖੋ ਇਹ ਤਾਂ ਹੈ ਹੀ ਹੈਗਾ ਕਿ ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਿਲੋਂਗ ਕਰਦੇ ਨੇ ਜਿਨ੍ਹਾਂ ਦੇ ਵਿੱਚ ਚੱਲ ਰਿਹਾ ਹੈਗਾ। ਜੇ ਹੁਣ ਬਾਹਰਲੇ ਬੰਦੇ ਕਹਿੰਦੇ ਨੇ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿਣੇ ਸ਼ੁਰੂ ਕਰ ਦਿੰਦੇ ਨੇ ਕਿ ਦੇਖੋ ਜੀ ਇਹ ਜਿਹੜਾ ਅਸਲ ਦੇ ਵਿੱਚ ਸਿੱਖਾਂ ਦੇ ਮਸਲਿਆਂ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਹੁਣ ਇੱਕ ਪਾਸੇ ਤਾਂ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਸੁਖਬੀਰ ਬਾਦਲ ਦੀ ਦਾੜੀ ਦੇ ਉੱਤੇ ਕਮੈਂਟ ਕੀਤਾ, ਹਾਲਾਂਕਿ ਚਲੋ ਨਹੀਂ ਕਰਨਾ ਚਾਹੀਦਾ, ਪਰ ਉਦੋਂ ਤਾਂ ਪੂਰੀ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਦੇਖੋ ਜੀ ਇਹ ਸਿੱਖਾਂ ਦੀ ਦਾੜੀ ਦੇ ਉੱਤੇ ਕਮੈਂਟ ਕੀਤਾ ਜਾ ਰਿਹਾ। ਪਰ ਜਦੋਂ ਹੁਣ ਜਥੇਦਾਰ ਸਾਹਿਬ ਦੇ ਉੱਤੇ ਬਿਰਸਾ ਸਿੰਘ ਬਲਟੋਹਾ ਤੀਜੇ ਦਿਨ ਕਮੈਂਟ ਕਰ ਰਿਹਾ ਤਾਂ ਉਦੋਂ ਕਿਉਂ ਨਹੀਂ ਕਿਹਾ ਜਾਂਦਾ? ਦੂਜੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਇਸ ਮਸਲੇ ਦੇ ਉੱਤੇ ਪਹਿਲਾਂ ਵੀ ਨਹੀਂ ਬੋਲੇ, ਹੁਣ ਵੀ ਨਹੀਂ ਬੋਲੇ, ਪਾਰਟੀ ਦੇ ਉਹ ਪ੍ਰਧਾਨ ਨੇ। ਸੋ ਪ੍ਰਧਾਨ ਤੋਂ ਬਿਨਾਂ ਮਤਲਬ ਏਦਾਂ ਦੀ ਗੱਲ ਆ ਜਿਹੜੀ ਉਹ ਨਹੀਂ ਹੁੰਦੀ ਜੀ। ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੰਦੇ ਕਹਿ ਰਹੇ ਨੇ ਬਈ ਜਥੇਦਾਰ ਦੀ ਡੇਰਾ ਮੁਖੀ ਨਾਲ ਸਾਂਝ ਦੀ। ਇਉਂ ਲੱਗਦਾ ਜਿਵੇਂ ਅੱਜ ਵੀ ਇਹੀ ਕਹਿਣ ਲੋਕਾਂ ਦੀਆਂ ਕਿੱਡੀਆਂ ਕਿੱਡੀਆਂ ਕੁਆਰੀਆਂ ਫਿਰਦੀਆਂ। ਅੱਛਾ, ਬਿਹਾਰ ਦੇ ਵਿੱਚ ਪਟਨੇ ਵਾਲੀ ਮੀਟਿੰਗ ਤੇ ਪਹਿਲਾਂ ਮੈਨੂੰ ਇਉਂ ਦੱਸਿਓ ਵੀ ਜਿਹੜੇ ਜਹਾਜ਼ ਤੇ ਚੜ੍ਹ ਕੇ ਕੇਜਰੀਵਾਲ ਜਾਂਦਾ ਹੈ, ਉਹ ਕੇਜਰੀਵਾਲ ਦਾ ਜਹਾਜ਼ ਆ ਜਿਹੜਾ, ਚਾਹੇ ਉਹ ਗੁਜਰਾਤ ਜਾਂਦਾ ਹੈ, ਚਾਹੇ ਉਹ ਤਾਮਿਲਨਾਡੂ ਜਾਂਦਾ ਹੈ, ਚਾਹੇ ਉਹ ਬਿਹਾਰ ਜਾਂਦਾ ਹੈ, ਇਹ ਟ੍ਰੇਨ 'ਚ ਜਾਂਦੇ ਨੇ, ਜਹਾਜ਼ 'ਚ ਜਾਂਦੇ ਨੇ। ਤੇ ਜਹਾਜ਼ ਕਿਹੜੀ ਸਰਕਾਰ ਦਾ? ਉਹ ਦਿੱਲੀ ਸਰਕਾਰ ਦਾ ਕਿ ਸਾਡਾ ਪੰਜਾਬ ਦਾ? ਉਹ ਪੰਜਾਬ ਦਾ ਜਹਾਜ਼ ਹੈ ਜੀ। ਦਿੱਲੀ ਦੇ ਮੁੱਖ ਮੰਤਰੀ ਦਾ ਤਾਂ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦਾ ਕਮੈਂਟ ਆਇਆ ਸੀ। ਉਹ ਕਹਿੰਦੇ ਜਿਹੜੀ ਕੋਠੀ ਦੇ ਵਿੱਚ ਮੁੱਖ ਮੰਤਰੀ ਅੱਜ ਰਹਿ ਰਿਹਾ ਦਿੱਲੀ ਦਾ, ਇਹ ਕੋਠੀ 'ਚ ਰਹਿ ਨਹੀਂ ਸਕਦਾ ਲੀਗਲੀ, ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਕੋਲੇ ਉਹ ਪਾਵਰ ਨਹੀਂ ਹੈ ਜਿਹੜੀ ਦੂਜੇ ਮੁੱਖ ਮੰਤਰੀਆਂ ਕੋਲੇ ਹੈ। ਦਿੱਲੀ ਦੇ ਮੁੱਖ ਮੰਤਰੀ ਦੀ ਜਿਹੜੀ ਪੋਲੀਟੀਕਲ ਹੈਸੀਅਤ ਆ ਉਹ ਤਾਂ ਕਿਸੇ ਵੱਡੇ ਸ਼ਹਿਰ ਦੇ ਮੇਅਰ ਤੋਂ ਵੱਧ ਨਹੀਂ ਹੈ। ਦਿੱਲੀ ਦੇ ਮਤਲਬ ਚੀਫ ਮਿਨਿਸਟਰ ਇੱਕ ਯੂਟੀ ਦਾ ਚੀਫ ਮਿਨਿਸਟਰ ਹੈ। ਤਾਂ ਜੇ ਦੇਖਣਾ ਹੋਵੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਮੁਕਾਬਲੇ ਦਿੱਲੀ ਦੇ ਮੁੱਖ ਮੰਤਰੀ ਦੀ ਪੋਲੀਟੀਕਲ ਹੈਸੀਅਤ ਉਹ ਬਰਾਬਰ ਨਹੀਂ ਤੋਲੀ ਜਾ ਸਕਦੀ। ਸੋ ਇਹ ਜਹਾਜ਼ ਪੰਜਾਬ ਦਾ ਜੀ, ਔਰ ਪੰਜਾਬ ਦੀ ਸਿਕਿਉਰਿਟੀ ਹੈ, ਕਿਉਂਕਿ ਦਿੱਲੀ ਦੀ ਤਾਂ ਪੁਲਿਸ ਦਿੱਲੀ ਦੇ ਮੁੱਖ ਮੰਤਰੀ ਦੇ ਅੰਡਰ ਨਹੀਂ ਹੈ, ਇਹ ਤਾਂ ਪੰਜਾਬ ਦੀ ਪੁਲਿਸ ਹੈ ਜਿਹੜੀ ਪੰਜਾਬ ਦੇ ਚੀਫ ਮਿਨਿਸਟਰ ਦੇ ਅੰਡਰ ਹੈ। ਸੋ ਇਸ ਕਰਕੇ ਜਹਾਜ਼ ਚੌਂ ਪਾਸੇ ਨੂੰ ਤਾਈਓ ਘੁੰਮਦਾ ਹੈ ਜੀ। ਅੱਛਾ, ਮੀਟਿੰਗ 'ਚ ਕੀ ਹੋਇਆ? ਕਿ ਗਵਰਨਰ ਮੀਟਿੰਗ ਦੇ ਵਿੱਚ 15 ਪਾਰਟੀਆਂ ਦੇ 30 ਪ੍ਰਤੀਨਿਧ ਸ਼ਾਮਲ ਹੋਏ। ਵੱਡੀ ਮੀਟਿੰਗ ਹੋਈ ਹੈ ਔਰ ਮੀਟਿੰਗ ਬਹੁਤ ਸਾਰਥਕ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਦੱਸੀ ਜਾਂਦੀ ਹੈ। ਉਸ ਮੀਟਿੰਗ ਦੇ ਵਿੱਚ 2024 ਦੀਆਂ ਚੋਣਾਂ ਸੰਬੰਧੀ ਇਕਜੁੱਟਤਾ ਦੇ ਨਾਲ ਫੈਸਲਾ ਗਾ ਜਿਹੜਾ ਉਹ ਕੀਤਾ ਗਿਆ। ਇਹ ਗੱਲ ਤੈਅ ਹੋ ਗਈ ਕਿ ਇਕੱਠਿਆਂ ਚੋਣ ਲੜਨੀ ਹੈ, ਜਿਹੜੀ ਸਭ ਤੋਂ ਵੱਡੀ ਗੱਲ ਹੈ। ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਨੇ ਪੂਰਾ ਜ਼ੋਰ ਲਾਇਆ ਕਿ ਮੀਟਿੰਗ ਸਹੀ ਢੰਗ ਦੇ ਨਾਲ ਚੱਲੇ। ਮੇਨਲੀ ਨਿਤਿਸ਼ ਕੁਮਾਰ ਦੀ ਰਿਹਾਇਸ਼ ਦੇ ਉੱਤੇ ਪਟਨੇ ਮੀਟਿੰਗ ਸੀ। ਪਟਨੇ 'ਚ ਜੇਪੀ ਅੰਦੋਲਨ ਸ਼ੁਰੂ ਹੋਇਆ ਸੀਗਾ। ਭਾਜਪਾ ਨੇ ਬਹੁਤ ਕਟਾਕਸ਼ ਕੀਤੇ ਇਹਦੇ ਤੇ। ਭਾਜਪਾ ਨੇ ਕਿਹਾ ਕਿ ਜਿਨ੍ਹਾਂ ਨੂੰ
ਇੰਦਰਾ ਗਾਂਧੀ ਨੇ ਫੜ ਕੇ ਅੰਦਰ ਕੀਤਾ ਸੀ। ਅੱਜ ਉਹ ਕਾਂਗਰਸੀਆਂ ਦੇ ਨਾਲ ਸਾਂਝੀ ਮੀਟਿੰਗ ਕਰ ਰਹੇ ਨੇ। ਅਮਿਤ ਸ਼ਾਹ ਬੋਲਿਆ, JP ਨੱਡਾ ਬੋਲਿਆ। ਜੇ ਬੀਜੇਪੀ ਦਾ ਪ੍ਰਧਾਨ ਤੇ ਬੀਜੇਪੀ ਦਾ ਗ੍ਰਹਿ ਮੰਤਰੀ ਬੋਲ ਰਹੇ ਨੇ, ਇਹਦਾ ਮਤਲਬ ਕਿ ਬੀਜੇਪੀ ਇਸ ਮੀਟਿੰਗ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਡਰ ਰਹੀ ਹੈ। ਔਰ ਇਸ ਮੀਟਿੰਗ ਦੇ ਵਿੱਚ ਜਿੱਥੇ ਲਾਲੂ ਪ੍ਰਸਾਦ ਯਾਦਵ, ਨਿਤਿਸ਼ ਕੁਮਾਰ, ਮਮਤਾ ਬੈਨਰਜੀ, ਕਾਂਗਰਸੀ, ਆਮ ਆਦਮੀ ਪਾਰਟੀ ਵਾਲੇ, ਖੱਬੇ ਪੱਖੀ ਤੇ ਹੋਰ ਵੱਖ-ਵੱਖ ਜਿਹੜੇ ਲੀਡਰ, ਜਿਵੇਂ ਸਟਾਲਿਨ ਸੀ, ਜਿਨ੍ਹਾਂ ਦੇ ਵਿੱਚ ਉੱਤਰ ਪ੍ਰਦੇਸ਼ ਵਾਲੇ ਅਖਿਲੇਸ਼ ਯਾਦਵ ਹੋਰੇ ਸੀ, ਇਹ ਸਾਰੇ ਨੇ ਜਿਹੜੇ ਉੱਥੇ ਪਹੁੰਚੇ ਨੇ। ਹੁਣ ਅਗਲੀ ਮੀਟਿੰਗ ਹੈਗੀ ਜਿਹੜੀ ਉਹ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਵਿੱਚ ਹੋਊਗੀ। ਔਰ ਸ਼ਿਮਲਾ ਦੇ ਵਿੱਚ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ, ਉਹ 'ਚ ਬਕਾਇਦਾ 2024 ਦੀ ਰਣਨੀਤੀ ਹੈਗੀ ਜਿਹੜੀ ਉਹ ਉਲੀਕੀ ਜਾਊ ਕਿ ਕਿਵੇਂ ਚੋਣਾਂ ਲੜਨੀਆਂ ਨੇ। ਇਹਦੇ 'ਚ ਇੱਕ ਰੌਲਾ ਜ਼ਰੂਰ ਪੈ ਸਕਦਾ ਕਿ ਪ੍ਰਧਾਨ ਮੰਤਰੀ ਕੈਂਡੀਡੇਟ ਕੌਣ ਹੋਵੇ, ਕਿਹੜੀ ਪਾਰਟੀ ਦਾ ਹੋਵੇ। ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਵੱਡੀ ਪਾਰਟੀਆਂ, ਅਸੀਂ ਡਿਜ਼ਰਵ ਕਰਦੇ ਹਾਂ, ਅਸੀਂ ਜਿਹੜਾ ਗਾ ਉਹ ਦਲਿਤ ਭਾਈਚਾਰੇ ਦੇ ਵਿੱਚੋਂ ਪ੍ਰਧਾਨ ਮੰਤਰੀ ਹੈਗਾ ਜਿਹੜਾ ਕੈਂਡੀਡੇਟ ਉਹ ਦੇਵਾਂਗੇ ਤੇ ਸਾਨੂੰ ਮਤਲਬ ਇਹ ਕੈਂਡੀਡੇਟ ਖੜਾ ਕਰ ਦਿੱਤਾ ਜਾਵੇ। ਬਾਕੀ ਕਈ ਜਿਹੜੇ ਨੇ ਉਹ ਦਾਅਵੇਦਾਰ ਨੇ, ਸੋ ਇਹਦੇ ਤੇ ਥੋੜਾ ਜਿਹਾ ਰੌਲਾ ਪੈ ਸਕਦਾ। ਅਦਰਵਾਈਜ਼ ਇਹ ਗੱਲ ਸਾਰੇ ਸਮਝ ਗਏ ਆ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਭਾਰਤ ਦੀਆਂ, ਕਿ ਕੱਲੇ ਭਾਜਪਾ ਨਾਲ ਟੱਕਰ ਨਹੀਂ ਸਕਦੇ, ਕੱਲੇ ਬੀਜੇਪੀ ਦਾ ਮੁਕਾਬਲਾ ਨਹੀਂ ਹੋ ਸਕਦਾ। ਇਸ ਕਰਕੇ ਇਕਜੁੱਟਤਾ ਦੇ ਵਿੱਚੋਂ ਹੀ ਇਹ ਜਿਹੜੀ ਹੈਗੀ ਅੱਜ ਦੀ ਮੀਟਿੰਗ ਪਟਨਾ ਦੇ ਵਿੱਚ ਉਹ ਹੋਈ ਹੈ। ਕਿਉਂਕਿ ਅੱਗੇ ਕਿਤੇ ਬਹੁਤੇ ਸੂਬਿਆਂ ਦੇ ਵਿੱਚ 2 ਧਿਰਾਂ ਜਾਂ 3 ਧਿਰਾਂ ਬਣ ਜਾਂਦੀਆਂ, ਉਹਦਾ ਬੀਜੇਪੀ ਨੂੰ ਫਾਇਦਾ ਹੁੰਦਾ ਹੈ। ਗੁਜਰਾਤ ਦੇ ਵਿੱਚ 3 ਧਿਰਾਂ ਦੇ ਵਿੱਚ ਚੋਣ ਹੋਈ ਮੇਨਲੀ, ਇੱਕ ਬੀਜੇਪੀ ਸੀ, ਇੱਕ ਕਾਂਗਰਸ ਸੀ, ਇੱਕ ਆਮ ਆਦਮੀ ਪਾਰਟੀ ਸੀ। ਔਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇੱਕ ਦੂਜੇ ਦੀਆਂ ਵੋਟਾਂ ਜਿਹੜੀਆਂ ਨੇ ਉਹ ਤੋੜੀਆਂ, ਜਿਹਦਾ ਬੀਜੇਪੀ ਨੂੰ ਫਾਇਦਾ ਹੋ ਗਿਆ। ਇਸ ਕਰਕੇ ਮਤਲਬ ਨਿਤਿਸ਼ ਕੁਮਾਰ ਹੋਰਾਂ ਦਾ ਜ਼ੋਰ ਲੱਗਿਆ ਹੋਇਆਗਾ ਕਿ ਸਾਰਿਆਂ ਨੂੰ ਇਕੱਠੇ ਕਰ ਲਈਏ। ਪਰ ਇਹ ਗੱਲ ਵੱਖਰੀ ਹੈ ਕਿ ਨਿਤਿਸ਼ ਕੁਮਾਰ ਦਾ ਆਪਦਾ ਨਹੀਂ ਪਤਾ ਸਾਰਿਆਂ ਨੂੰ ਇਕੱਠੇ ਕਰਕੇ ਬਾਅਦ ਦੇ ਵਿੱਚ ਕਿੱਧਰ ਨੂੰ ਛਾਲ ਮਾਰੂ। ਕਿਉਂਕਿ ਪਹਿਲਾਂ ਵੀ ਨਰਿੰਦਰ ਮੋਦੀ ਜਦੋਂ ਨਰਿੰਦਰ ਮੋਦੀ ਨੂੰ ਪ੍ਰਾਈਮ ਮਿਨਿਸਟਰ ਕੈਂਡੀਡੇਟ ਬੀਜੇਪੀ ਨੇ ਐਲਾਨਿਆ ਸੀ ਤਾਂ ਸਭ ਤੋਂ ਪਹਿਲਾ ਬੰਦਾ ਨਿਤਿਸ਼ ਕੁਮਾਰ ਸੀ ਜਿਹਨੇ ਵਿਰੋਧ ਕੀਤਾ ਸੀ NDA ਦੇ ਵਿੱਚੋਂ। ਬਾਦਲ ਵਰਗੇ ਤਾਂ ਖੁਸ਼ ਹੋ ਗਏ ਸੀ ਉਸ ਵਕਤ, ਲੇਕਿਨ ਨਿਤਿਸ਼ ਕੁਮਾਰ ਨੇ ਵਿਰੋਧ ਕੀਤਾ, ਬਾਹਰ ਨਿਕਲਿਆ। ਉਦੋਂ ਬਾਅਦ ਇਹਨੇ ਆਈ ਥੜਾ ਬਣਾਇਆ ਵਿਰੋਧੀ ਧਿਰਾਂ ਦਾ ਨਰਿੰਦਰ ਮੋਦੀ ਦੇ ਬਰਾਬਰ ਦੇ ਉੱਤੇ, ਤੇ ਪਤਾ ਉਦੋਂ ਲੱਗਿਆ ਜਦੋਂ ਫੇਰ ਜਾ ਕੇ ਨਰਿੰਦਰ ਮੋਦੀ ਨਾਲ ਰਲ ਗਿਆ। ਹੁਣ ਫੇਰ ਉਲਟਾ ਹੈ। ਸੋ ਇਸ ਕਰਕੇ ਨਿਤਿਸ਼ ਕੁਮਾਰ ਦਾ ਪਤਾ ਕੋਈ ਨਹੀਂ, ਪਰ ਜਿਹੜਾ ਗਰਾਊਂਡ ਤਿਆਰ ਹੋ ਰਿਹਾ, ਜਿਹੜੀ ਇਹ ਮੀਟਿੰਗ ਹੋ ਰਹੀ ਹੈ, ਜਿਹੜੀ ਇਹ ਏਕਤਾ ਹੋ ਰਹੀ ਹੈ, ਜਿਹੜਾ ਇੱਕ ਸਾਂਝਾ ਮੁਹਾਜ ਸਾਰਿਆ ਜਾ ਰਿਹਾ ਹੈ, ਇਹ ਬੀਜੇਪੀ ਨੂੰ ਟੱਕਰ ਦੇ ਸਕਦਾ। ਅਦਰਵਾਈਜ਼ ਕੱਲੇ ਦੀ ਕਿਸੇ ਦੀ ਜ਼ਰੂਰਤ ਨਹੀਂ ਹੈ। ਕਾਂਗਰਸ ਵੀ ਭੁੱਲ ਜੇ ਕਿ ਉਹ ਬੀਜੇਪੀ ਨੂੰ ਟੱਕਰ ਦੇ ਦੂ ਕੱਲੀ। ਜੀ ਜਿਹਦੀ ਸੱਥਰੀ ਪੈਂਦੀ ਆ ਭਗਵੰਤ ਮਾਨ ਨਾਲ, ਉਹ ਜ਼ਰੂਰ ਸੁਨੇਹਾ ਦਿਓ ਬਈ ਬਹੁਤ ਦਾਤੇ ਨੇ ਕਿਰਪਾ ਕੀਤੀ ਹੈ ਇੱਕ ਸਟੇਜ ਦੇ ਕਲਾਕਾਰ ਤੋਂ ਲੈ ਕੇ ਸੂਬੇ ਦਾ CM ਬਣਨਾ। ਜੇ ਥੱਲੇ ਮਸ਼ਕੇਰਾਂ ਉਕਣੇ ਰਹੀਆਂ, ਖੱਡਾਂ ਉਕਣੇ ਰਹੀਆਂ, ਫਿਰ ਪਾਣੀ ਝੋਨੇ ਨੂੰ ਨਹੀਂ ਲੱਗਣਾ, ਫਿਰ ਰਾਹ 'ਚ ਜੀਰਿਆ ਜਾਣਾ। ਇਹ ਥੱਲੜਾ ਜਿਹੜਾ ਲਾਣਾ ਜਾਂ ਇਹ ਦਿੱਲੀ ਵਾਲੇ CM ਜੀ ਜੇ ਇਉਂ ਹੀ ਤੁਹਾਨੂੰ ਵਰਤਦੇ ਰਹੇ ਤਾਂ ਫਿਰ ਪੰਜਾਬ ਦਾ ਕੁਛ ਨਹੀਂ ਸਵਰਨਾ। ਬਿਲਕੁਲ ਇਹ ਗੱਲ ਠੀਕ ਹੈ ਕਿ ਭਗਵੰਤ ਮਾਨ ਹੋਣੀ ਇਮਾਨਦਾਰ ਨੇ, ਪਰ ਜੇ ਥਲੜੀ ਚੋਰੀ ਨਾ ਰੋਕੀ ਗਈ ਫਿਰ ਪੰਜਾਬ ਦਾ ਕੱਖ ਨਹੀਂ ਬਣਨਾ। ਵੱਡੀ ਗੱਲ ਤਾਂ ਜਿਹੜਾ ਜਹਾਜ਼ ਡੱਕਰੀ ਫਿਰਦੇ ਹੋ ਤੁਸੀਂ ਤਾਂ ਪ੍ਰਾਈਮ ਮਿਨਿਸਟਰ ਵੱਲ ਨੂੰ ਬਣਨਾ ਤਾਂ ਕੇਜਰੀਵਾਲ ਨੇ ਆ। ਪਰਾਂ ਹੋ ਜਾਓ, ਹੁਣੇ ਚੰਗੇ ਰਹੋਗੇ। ਤੇ ਇਹ ਮੈਨੂੰ ਐਂ ਦੱਸਿਓ ਵੀ ਕਬੱਡੀ ਵਾਲੇ ਖਿਡਾਰੀ ਦੇ ਹਮਲੇ ਵਾਲੀ ਜਿਹੜੀ ਗੱਲ ਚੱਲੀ ਸੀ ਉਹ ਝੂਠੀ ਸੀ? ਜੀ ਗਿੱਲ ਸਾਹਿਬ, ਇਹ ਕਬੱਡੀ ਖਿਡਾਰੀ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਕੈਨੇਡਾ, ਅਮਰੀਕਾ ਦੇ ਕਈ ਦੇਸ਼ਾਂ ਦੇ ਵਿੱਚ ਇਹ ਮੈਚ ਖੇਡ ਚੁੱਕਿਆ। ਇੱਕ ਫੇਮਸ ਰੇਡਰ ਦੇ ਤੌਰ ਦੇ ਉੱਤੇ ਮਸ਼ਹੂਰ ਹੈ। ਪਿੱਛੇ ਜਿਹਦਾ ਵਿਆਹ ਹੋਇਆ ਸੀ, ਇੰਟਰਨੈਸ਼ਨਲ ਪੱਧਰ ਦੇ ਜਿਹੜੇ ਕਬੱਡੀ ਪ੍ਰਮੋਟਰ ਨੇ ਉਹ ਇਹਦੇ ਵਿਆਹ ਦੇ ਵਿੱਚ ਆਏ ਸੀਗੇ। ਹੁਣ ਬੱਧਨੀ ਕਲਾਂ ਦੇ ਵਿੱਚ ਕੱਲ ਇਹਨੇ ਰੌਲਾ ਪਾਇਆ ਸੀ ਕਿ ਦੇਖੋ ਜੀ ਹਮਲਾ ਹੋ ਗਿਆ, ਬਹੁਤ ਰੌਲਾ ਪਾਇਆ। ਉਹ ਹਮਲੇ ਦੇ ਵਿੱਚ ਇਹਦੀ ਮਾਂ ਗੰਭੀਰ ਜ਼ਖਮੀ ਹੋ ਗਈ ਸੀ। ਇਹਦੀ ਮਾਤਾ ਇਸ ਵਕਤ DMC ਲੁਧਿਆਣਾ ਦੇ ਵਿੱਚ ਜੇਰੇ ਇਲਾਜ ਹੈ। ਤਾਂ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ। ਅੱਜ ਇਹ ਨਿਕਲਿਆ ਵੀ ਹਮਲਾ ਕਿਤੋਂ ਨਹੀਂ ਹੋਇਆ, ਇਹਨੇ ਖੁਦ ਹਮਲੇ ਦਾ ਡਰਾਮਾ ਰਚਿਆ। ਖੁਦ ਇਹਨੇ ਹਮਲੇ ਦਾ ਡਰਾਮਾ ਰਚ ਕੇ ਆਪਦੀ ਮਾਂ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਆਪਦੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਹੈਗੀ ਜਿਹੜੀ ਉਹ ਕੀਤੀ ਹੈ। ਪੁਲਿਸ ਦੇ ਵੱਲੋਂ ਇਸ ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਔਰ ਕਿੰਦਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਤੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਕੁਲਵਿੰਦਰ ਕਿੰਦਾ ਨੇ ਘਰ 'ਚ ਦਾਖਲ ਹੋ ਕੇ ਮਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਲਾਈਵ ਹੋ ਕੇ ਜਿਹੜਾਗਾ ਉਹ ਦੱਸਿਆ ਸੀ। ਉਹਦੇ 'ਚ ਇਹਨੇ ਦੋਸ਼ ਵੀ ਲਾਏ ਸੀ ਕਬੱਡੀ ਕਮੈਂਟੇਟਰ ਦੇ ਉੱਤੇ। ਔਰ ਇਹ ਕਹਿੰਦਾ ਸੀ ਮੇਰੇ ਤੇ ਖਾਰ ਖਾਂਦੇ ਨੇ, ਇਸ ਕਰਕੇ ਮੇਰੀ ਮਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੈਗਾ। ਪੁਲਿਸ ਦਾ ਕਹਿਣਾ ਇਹ ਹੈਗਾ
ਕਿ ਇਹ ਜਿਹੜਾ ਇਹਨੇ ਹਮਲਾ ਕੀਤਾ ਹੈਗਾ, ਵੈਸੇ ਤਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ, ਇਸ ਨੂੰ ਆਪਣੀ ਮਾਂ ਦੇ ਜਿਹੜਾ ਹੈਗਾ ਕਰੈਕਟਰ ਦੇ ਉੱਤੇ ਸ਼ੱਕ ਸੀ, ਇਸ ਕਰਕੇ ਇਸ ਨੂੰ ਇਹ ਸੀਗਾ ਮੈਂ ਹਮਲੇ ਦਾ ਇਹ ਬਹਾਨਾ ਬਣਾ ਕੇ ਹਮਲੇ ਦੇ ਉਹਦੇ ਚੱਲਦੀ ਮਾਂ ਨੂੰ ਜਿਹੜਾ ਕਤਲ ਕਰਦੇ ਇਹਨੇ ਕੋਸ਼ਿਸ਼ ਕੀਤੀ। ਮਾਂ ਤਾਂ ਫਿਰ ਵੀ ਮਾਂ ਹੁੰਦੀ ਹੈ, ਇਹ ਤੋਂ ਜਿਹੜਾ ਉਹ ਮਾਤਾ ਬਚ ਗਈ ਔਰ ਇਹ ਡਰਾਮੇ ਦੇ ਵਿੱਚ ਆਪ ਹੀ ਫਸ ਗਿਆ। ਮਾਤਾ ਦੀ ਜਿਹੜੀ ਹੈ ਸਿਹਤ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈਗੀ ਇਸ ਵਕਤ, ਭਾਵੇਂ ਉਹ DMC ਲੁਧਿਆਣਾ 'ਚ ਜੇਰੇ ਇਲਾਜ ਹੈ, ਪਰ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆਗਾ ਜੀ। ਵਿਨੇਸ਼ ਫੋਗਾਟ ਨੇ ਕੀ ਕਿਹਾ ਜੀ ਯੋਗੇਸ਼ਵਰ ਦੱਤ ਬਾਰੇ, ਜੀ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ? ਇਹ ਜਿਹੜੀ ਕਮੇਟੀ, 2 ਕਮੇਟੀਆਂ ਬਣਾਈਆਂ ਸੀਗੀਆਂ ਪਿੱਛੇ ਜੇ ਸਰਕਾਰ ਨੇ, ਜਿਹੜੇ ਧਰਨੇ ਦੇ ਉੱਤੇ ਬੈਠੇ ਪਹਿਲਵਾਨ ਨੇ, ਵਿਨੇਸ਼ ਫੋਗਾਟ ਧਰਨੇ ਦੇ ਉੱਤੇ ਬੈਠੇ ਪਹਿਲਵਾਨਾਂ ਦੀ ਮੇਨ ਆਗੂਆਂ ਦੇ ਵਿੱਚੋਂ ਇੱਕ ਆ। ਔਰ ਵਿਨੇਸ਼ ਫੋਗਾਟ ਨੇ ਜਿਹੜੇ ਹੁਣ ਇਲਜ਼ਾਮ ਲਾਏ ਨੇ ਦੱਤ ਦੇ ਉੱਤੇ, ਉਹ ਬੜੇ ਗੰਭੀਰ ਨੇ ਤੇ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਜਾਂਚ ਦੀ ਮੰਗ ਕਰਦੇ ਨੇ। ਵਿਨੇਸ਼ ਫੋਗਾਟ ਨੇ ਅੱਜ ਇਹ ਕਿਹਾ, ਇਹ ਕਹਿੰਦੀ ਵੀ ਦੇਖੋ ਜਿਹੜਾ ਇਹ ਦੱਤ ਯੋਗੇਸ਼ਵਰ ਦੱਤ ਹੈ, ਭਾਵੇਂ ਇਹ ਵੀ 올림픽 ਦਾ ਖਿਡਾਰੀ ਰਿਹਾ, ਪਰ ਕਹਿੰਦੀ ਇਹ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਦਾ ਹੈ, ਇਹ BJP ਦਾ ਬੰਦਾ ਹੈ ਯੋਗੇਸ਼ਵਰ ਦੱਤ। ਔਰ ਜਿਹੜੀਆਂ 2 ਕਮੇਟੀਆਂ, ਜਾਂਚ ਕਮੇਟੀਆਂ ਬਣਾਈਆਂ, ਇਹ ਦੋਨਾਂ ਦੇ ਵਿੱਚ ਸ਼ਾਮਲ ਸੀ। ਸਭ ਤੋਂ ਪਹਿਲਾਂ ਇਹ ਗੱਲ ਇਹਨੇ ਇਹ ਕੀਤੀ ਕਿ ਜਿਹੜੀਆਂ 6 ਕੁੜੀਆਂ ਨੇ ਜਿਨ੍ਹਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਛੇੜਛਾੜ ਹੋਈ ਹੈ, ਕਿ ਕਈਆਂ ਨੇ ਕਿਹਾ ਗਿਆ ਕਿ ਸਾਡੇ ਨਾਲ ਰੇਪ ਹੋਇਆਗਾ, ਤਾਂ ਉਹਨਾਂ ਕੁੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਆਗੂ MP ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਉੱਤੇ ਇਲਜ਼ਾਮ ਲਾਏ ਨੇ। ਹਜੇ ਤੱਕ ਉਹ ਕੁੜੀਆਂ ਦੇ ਜਿਹੜੇ ਆਇਡੈਂਟੀਟੀ ਆ ਉਹ ਸ਼ੋ ਨਹੀਂ ਹੋਈ। ਔਰ ਫੋਗਾਟ ਦਾ ਕਹਿਣਾ ਇਹ ਹੈਗਾ ਕਿ ਇਹ ਬੰਦਾ ਉਸ ਜਾਂਚ ਕਮੇਟੀ ਦੇ ਵਿੱਚ ਸੀ। ਜਿਹੜੀਆਂ 6 ਕੁੜੀਆਂ ਗਈਆਂ, ਪਹਿਲਾਂ ਤਾਂ ਇਹਨੇ ਪੁੱਛਿਆ ਵੀ ਤੇਰੇ ਨਾਲ ਕੀ ਕੀ ਛੇੜਛਾੜ ਹੋਈ। ਇਹ ਕਹਿੰਦੀ ਜਦੋਂ ਕੁੜੀਆਂ ਨੇ ਦੱਸਿਆ ਤਾਂ ਇਹ ਹੱਸਦਾ ਸੀਗਾ, ਜਿਵੇਂ ਮਜ਼ਾਕ ਉਡਾਉਣਾ ਹੁੰਦਾ ਮੂਹਰੇ ਦਾ। ਅੱਛਾ ਫਿਰ ਐਂ ਹੋਇਆ। ਇਹ ਕਹਿੰਦੀ ਮਤਲਬ ਇਹਦਾ ਲਹਿਜਾ ਸੀਗਾ ਜਿਹੜਾ ਉਹ ਹਾਸੀ ਮਜ਼ਾਕ ਦੇ ਵਿੱਚ ਕੁੜੀਆਂ ਦਾ ਜਿਹੜਾ ਹੈਗਾ ਉਹ ਮਜ਼ਾਕ ਉਡਾਉਂਦਾ ਸੀ। ਦੂਸਰਾ ਇਹ ਕਹਿੰਦੀ ਇਹਨੇ ਜਾ ਕੇ ਬ੍ਰਿਜਭੂਸ਼ਣ ਨੂੰ ਉਹ 6 ਕੁੜੀਆਂ ਦੇ ਨਾਂ ਦੇਤੇ ਵੀ ਆਹ 6 ਕੁੜੀਆਂ ਨੇ। ਤੀਜਾ ਪੁਆਇੰਟ ਇਹਨੇ ਇਹ ਕੀਤਾ ਕਿ ਉਹ ਕੁੜੀਆਂ ਦੇ ਘਰੇ ਫੋਨ ਕਰਤਾ ਵੀ ਭਾਈ ਤੁਹਾਡੀਆਂ ਕੁੜੀਆਂ ਨੇ ਜਿਹੜੀਆਂ ਉਹ ਇਹਨਾਂ ਦੇ ਨਾਲ ਸ਼ਾਮਲ ਨੇ ਔਰ ਆਪਦੀਆਂ ਲੜਕੀਆਂ ਨੂੰ ਸਮਝਾਓ। ਤੇ ਜਨਤਕ ਤੌਰ ਦੇ ਉੱਤੇ ਕਹਿੰਦੀ ਇਹ ਬਿਆਨ ਦੇ ਰਿਹਾ ਮਹਿਲਾ ਪਹਿਲਵਾਨਾਂ ਦੇ ਖਿਲਾਫ, ਔਰ ਇਹਨੂੰ ਕਮੇਟੀਆਂ ਦੇ ਵਿੱਚ ਰੱਖਿਆ ਹੋਇਆਗਾ। ਸੋ ਇਹ ਜਿੱਥੇ ਸਰਕਾਰ ਦੀ ਇਨਸਾਫ ਦੇਣ ਦੀ ਜਿਹੜੀ ਮਨਸ਼ਾ ਦੇ ਉੱਤੇ ਸਵਾਲ ਖੜਾ ਹੁੰਦਾ, ਜਿੱਥੇ ਸਰਕਾਰ ਦੀ ਜਿਹੜੀ ਮਨਸ਼ਾ ਹੈਗੀ ਉਹ ਐਂ ਲੱਗਦੀ ਹੈਗੀ ਜਿਵੇਂ ਇਨਸਾਫ ਨਾ ਦੇਣ ਦੀ ਹੁੰਦੀ ਹੈ ਔਰ ਕਮੇਟੀਆਂ ਦੇ ਰਾਹੀਂ ਉਲਝਾਉਣ ਦੀ ਹੁੰਦੀ ਹੈ ਖਿਡਾਰਨਾਂ ਨੂੰ। ਹੁਣ ਇੱਕ ਪਾਸੇ ਤਾਂ ਉਹ ਕੁੜੀਆਂ ਨੇ ਜਿਨ੍ਹਾਂ ਨੇ 올림픽 ਦੇ ਵਿੱਚ ਖੇਡਿਆ, ਜਿਨ੍ਹਾਂ 'ਚ ਇੱਕ ਨਾਬਾਲਗ ਵੀ ਹੈ, ਮਤਲਬ ਕਿਹਾ ਗਿਆ ਕਿ ਉਹ ਬਿਆਨ ਬਦਲ ਗਈ। ਬਿਆਨ ਮਤਲਬ ਜਿੰਨਾ ਪ੍ਰੈਸ਼ਰ ਹੈ ਇਦੋਂ ਵੱਧ ਲੜਾਈ ਉਹ ਹੋਰ ਕੀ ਲੜ ਲੈਣ। ਉਹਨਾਂ ਨੇ ਹਰ ਤਰ੍ਹਾਂ ਦੀ ਲੜਾਈ ਲੜ ਕੇ ਜਿਹੜਾ ਜੰਤਰ ਮੰਤਰ ਦੇ ਉੱਤੇ ਦੇਖ ਲਈ, ਪੁਲਿਸ ਦੀਆਂ ਡਾਂਗਾਂ ਵੀ ਸਹਿ ਲੀਆਂ। ਤੇ ਅੱਜ ਹੁਣ ਜਿਹੜੀਆਂ ਕਮੇਟੀਆਂ ਦੇ ਵਿੱਚੋਂ ਇਨਸਾਫ ਦੇਣ ਦੀ ਗੱਲ ਕੀਤੀ ਜਾ ਰਹੀ ਆ, ਉਹ ਕਮੇਟੀਆਂ ਦੇ ਜਿਹੜੇ ਮੈਂਬਰ ਨੇ ਉਹ ਕੁੜੀਆਂ ਦਾ ਮਜ਼ਾਕ ਉਡਾ ਰਹੇ ਨੇ। ਜੀ ਗੱਲ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡਾ ਸਵਾਗਤ ਹੋਇਆ ਹੈ ਅਮਰੀਕਾ ਦੇ ਵਿੱਚ। ਬਾਈਡਨ ਉਹਨਾਂ ਵੱਲੋਂ ਤੋਪਾਂ ਦੀ ਸਲਾਮੀ, ਰੈੱਡ ਕਾਰਪੈਟ ਤੇ ਸਟੇਟ ਡਿਨਰ, ਤੇ ਉਹਨਾਂ ਦੀ ਫੇਰੀ ਬਾਰੇ ਕੀ ਗੱਲਬਾਤ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ, ਤੇ ਡਿਨਰ ਦੇ ਵਿੱਚ ਕੌਣ-ਕੌਣ ਸ਼ਾਮਲ ਹੋਇਆ? ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਅਮਰੀਕਾ ਦੇ ਵਿੱਚ ਸਵਾਗਤ ਹੋਇਆ, ਪਹਿਲੀ ਉਹਨਾਂ ਦੀ ਆਫੀਸ਼ੀਅਲ ਯਾਤਰਾ ਹੈਗੀ ਔਰ ਡਿਨਰ ਵੀ ਜਿਹੜਾ ਬਾਈਡਨ ਜੋੜੇ ਦੇ ਵੱਲੋਂ ਦਿੱਤਾ ਗਿਆ ਹੈਗਾ। ਅਸਲ ਦੇ ਵਿੱਚ ਇਸ ਖਿੱਤੇ ਦੇ ਵਿੱਚ ਰੂਸ ਤੇ ਚੀਨ ਦੇ ਬਰਾਬਰ ਦੇ ਉੱਤੇ ਜੇ ਕਿਸੇ ਨੂੰ ਅਮਰੀਕਾ ਖੜਾਉਣਾ ਚਾਹੁੰਦਾ ਤਾਂ ਉਹ ਭਾਰਤ ਹੈਗਾ। ਇਸ ਕਰਕੇ ਭਾਰਤ ਨੂੰ ਥਾਪੀਆਂ ਜਿਹੜੀਆਂ ਉਹ ਅਮਰੀਕਾ ਦੇ ਵੱਲੋਂ ਦਿੱਤੀਆਂ ਜਾ ਰਹੀਆਂ। ਇਸ ਮਸਲੇ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਸਵਾਲ ਵੀ ਉਠਾਇਆ ਸੀ। ਬਰਾਕ ਓਬਾਮਾ ਬੜੇ ਫੇਮਸ ਰਹੇ ਨੇ। ਉਹਨਾਂ ਨੇ ਕਿਹਾ ਕਿ ਜੋ ਬਾਈਡਨ ਨੂੰ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਦੇ ਵਿੱਚ ਹਿੰਦੂ ਬਹੁ ਗਿਣਤੀ ਵਾਲੇ ਭਾਰਤ ਦੇ ਵਿੱਚ ਮੁਸਲਿਮ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਜ਼ਰੂਰ ਚੁੱਕਣਾ ਚਾਹੀਦਾ। ਉਹਨਾਂ ਕਿਹਾ ਜੇ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਾ ਤਾਂ ਮੇਰੀ ਇਹ ਦਲੀਲ ਹੁੰਦੀ ਕਿ ਜੇਕਰ ਤੁਸੀਂ ਭਾਰਤ ਵਿੱਚ ਨਸਲੀ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਨਾ ਕੀਤੀ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕਿਸੇ ਸਮੇਂ ਭਾਰਤ ਟੁੱਟਣਾ ਸ਼ੁਰੂ ਹੋ ਜਾਵੇਗਾ। ਇਹ ਕਹਿੰਦੇ ਆ ਓਬਾਮਾ ਕਿ ਅਸੀਂ ਦੇਖਿਆ ਕਿ ਜਦੋਂ ਅਜਿਹੇ ਅੰਦਰੂਨੀ ਵਿਵਾਦਾਂ ਦੀ ਅਣਦੇਖੀ ਹੁੰਦੀ ਹੈ ਤਾਂ ਕੀ ਹੁੰਦਾ। ਇਸ ਲਈ ਮੈਨੂੰ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਬਾਰੇ ਇਮਾਨਦਾਰੀ ਨਾਲ ਗੱਲ ਕਰਨੀ ਜ਼ਰੂਰੀ ਹੈ। ਇਹ ਜਿਹੜੀ ਗੱਲ ਹੈਗੀ ਉਹ ਓਬਾਮਾ ਹੋਰਾਂ ਨੇ ਜਨਤਕ ਤੌਰ ਦੇ ਉੱਤੇ ਕੀਤੀ ਹੈ। ਉਹ ਵੀ ਉਸ ਸਮੇਂ ਜਦੋਂ ਨਰਿੰਦਰ ਮੋਦੀ ਹੋਰਾਂ ਦੇ ਸਵਾਗਤ ਦੇ ਲਈ ਜੋ ਬਾਈਡਨ ਪਰਿਵਾਰ ਆ ਜਿਹੜਾ ਰੈੱਡ ਕਾਰਪੇਟ ਵਿਛਾ ਰਿਹਾ।
ਔਰ ਜਿਹੜਾ ਡਿਨਰ ਦਿੱਤਾ ਗਿਆ, ਡਿਨਰ ਦੇ ਵਿੱਚ ਬਹੁਤ ਸਾਰੀਆਂ ਭਾਰਤੀ ਡਿਸ਼ੇ ਮੌਜੂਦ ਸੀਗੀਆਂ, ਲੇਕਿਨ ਉੱਥੇ 400 ਦੇ ਕਰੀਬ ਮਹਿਮਾਨ ਸੱਦੇ ਹੋਏ ਸੀ। ਉਹਨਾਂ ਚੋਂ ਭਾਰਤ ਚੋਂ ਵੀ ਗਏ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ। ਉਹਦੇ ਚ ਮੁਕੇਸ਼ ਅੰਬਾਨੀ ਦਾ ਸਾਰਾ ਫੈਮਿਲੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਸੀ ਉਸ ਵਕਤ ਡਿਨਰ ਚ। ਆਨੰਦ ਮਹਿੰਦਰਾ ਵਾਲੇ, ਗੂਗਲ ਦੇ CEO ਸੁੰਦਰ ਪਿਚਾਈ, ਮਾਈਕਰੋਸਾਫਟ ਦੇ CEO ਸਤਿਆ ਨਡੇਲਾ, ਐਪਲ ਦੇ CEO ਟਿਮ ਕੁੱਕ ਤੇ ਹੋਰ ਬੜੀਆਂ ਵੱਡੀਆਂ ਮਤਲਬ ਹਸਤੀਆਂ ਸੀ। ਜਾਣੀ ਕਿ ਦੁਨੀਆ ਦੇ ਜਿਹੜੇ ਅਰਬਪਤੀ, ਕਰੋੜਪਤੀ, ਕਾਰਪੋਰੇਟ ਘਰਾਣੇ ਉਸ ਵਕਤ ਹਾਜ਼ਰ ਸੀਗੇ। ਕਿ ਜਿਹੜੇ ਸਮਝੌਤੇ ਕਿਹਾ ਜਾਂਦਾ ਵੀ ਲਓ ਜੀ ਭਾਰਤ ਅਮਰੀਕਾ ਨੇ ਸਮਝੌਤੇ ਕਰ ਲਏ, ਅਸਲ ਸਮਝੌਤੇ ਤਾਂ ਇਹਨਾਂ ਕਾਰਪੋਰੇਟਾਂ ਨੂੰ ਖੁੱਲ੍ਹਾਂ ਦਿੱਤੀਆਂ ਜਾਂਦੀਆਂ ਨੇ ਸਾਰੇ ਮੁਲਕਾਂ 'ਚ ਵਪਾਰ ਦੀਆਂ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਇਹ ਫੇਰੀ ਹੈ, ਇਹਦੇ ਦੌਰਾਨ ਕਈ ਸਮਝੌਤੇ ਹੋਣਗੇ ਔਰ ਇਹਦੇ ਨਾਲ ਜ਼ਾਹਰਾ ਤੌਰ ਦੇ ਉੱਤੇ ਬੀਜੇਪੀ ਇਹਨੂੰ ਇੱਕ ਜਿੱਤ ਦੇ ਤੌਰ ਦੇ ਉੱਤੇ ਪੇਸ਼ ਕਰ ਰਹੀ ਹੈ ਕਿ ਦੇਖੋ ਅਮਰੀਕਾ ਗਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਹੋਰਾਂ ਦਾ ਸਵਾਗਤ ਕਰ ਰਿਹਾ। ਅੱਜ ਜਦੋਂ ਭਾਰਤ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੇ ਬਦਲ ਦੇ ਤੌਰ ਦੇ ਉੱਤੇ ਪਟਨੇ 'ਚ ਮੀਟਿੰਗਾਂ ਹੋ ਰਹੀਆਂ ਤਾਂ ਜ਼ਾਹਰਾ ਤੌਰ ਦੇ ਉੱਤੇ ਹੈ ਬੀਜੇਪੀ ਇਸ ਚੀਜ਼ ਨੂੰ ਪ੍ਰਮੋਟ ਕਰਕੇ ਨਰਿੰਦਰ ਮੋਦੀ ਹੋਰਾਂ ਦਾ ਕੱਦ ਇਹਦੇ ਨਾਲ ਵਾਕਈ ਵਧੇਗਾ। ਨਰਿੰਦਰ ਮੋਦੀ ਹੋਰਾਂ ਨੂੰ ਪ੍ਰਮੋਟ ਕਰ ਰਹੀ ਹੈਗੀ ਕਿ ਦੇਖੋ ਤੁਸੀਂ ਤਾਂ ਇੱਥੇ ਮਤਲਬ ਅਜੇ ਤੱਕ PM ਕੈਂਡੀਡੇਟ ਨਹੀਂ ਸਾਂਝਾ ਖੜਾ ਕਰ ਸਕੇ ਤੇ ਅਗਲਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਾਰ ਰਿਹਾ ਹੈ ਜੀ। ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਜ਼ਦੀਕੀਆਂ ਤੇ ਕੋਈ ਕੇਸ ਹੋਇਆ ਜੀ? ਜੀ ਗੱਲ ਸਾਹਿਬ, ਇਹ ਜਗਰਾਉਂ ਦੇ ਨਾਲ ਹੀ ਪੈ ਜਾਂਦਾ ਨਾ ਰਾਏਕੋਟ। ਫਿਰ ਜਗਰਾਉਂ ਵਾਲੀ MLA ਦੇ ਨੇੜਲਿਆਂ ਦੇ ਉੱਤੇ ਵੀ ਕੇਸ ਹੋਇਆਗਾ, ਨੇੜਲਿਆਂ ਦਾ ਪਰ ਚਰਚੇ ਨੇ ਤੇ ਅਜੇ ਰਾਏਕੋਟ ਵਾਲੇ ਚਰਚੇ ਮੁੱਕੇ, ਜਗਰਾਉਂ ਵਾਲੇ ਚਰਚੇ ਮੁੱਕੇ ਨਹੀਂ, ਰਾਏਕੋਟ ਵਾਲੇ ਸ਼ੁਰੂ ਹੋ ਗਏ। ਰਾਏਕੋਟ ਦੇ ਆਮ ਆਦਮੀ ਪਾਰਟੀ ਦੇ MLA ਨੇ ਹਾਕਮ ਸਿੰਘ ਠੇਕੇਦਾਰ, ਹੁਣ ਉਹ ਚਰਚਾ 'ਚ ਆ ਗਏ। MLA ਦੇ ਸਭ ਤੋਂ ਨੇੜੇ ਮੰਨੇ ਜਾਂਦੇ ਰਾਏਕੋਟ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਉੱਥੋਂ ਯੂਥ ਦੇ ਆਗੂ ਨੇ ਗੁਰਜੀਤ ਸਿੰਘ, ਇਹ ਬਿੰਦਰਜੀਤ ਸਿੰਘ ਦਾ ਮੁੰਡਾ ਹੈ, ਤੇ ਇਸ ਤੋਂ ਇਲਾਵਾ ਕਿਸਾਨ ਆਗੂ ਹੈ ਕੁਲਦੀਪ ਸਿੰਘ ਕੱਦੂ ਜੌਲਾ, ਲੈਂਡਮਾਰਕ ਬੈਂਕ ਦਾ ਚੇਅਰਮੈਨ ਹੈ ਗੁਰਮਿੰਦਰ ਸਿੰਘ ਤੂਰ। ਇਹਨਾਂ ਦੇ ਉੱਤੇ ਕੇਸ ਦਰਜ ਹੋਇਆ ਸਖਤ ਧਾਰਾਵਾਂ ਦੇ ਤਹਿਤ ਔਰ ਕੇਸ ਦੇ ਵਿੱਚ ਵੀ ਇਹ ਹੈਗਾ ਕਿ ਮੋਟੀ ਰਕਮ ਦੀ ਚੋਰੀ, ਜਾਨਲੇਵਾ ਹਮਲਾ, ਸਕਾਰਪੀਓ ਦੀ ਭੰਨ ਤੋੜ, ਜਾਨੋਂ ਮਾਰਨ ਦੀਆਂ ਧਮਕੀਆਂ, ਇਹ ਸਾਰੇ ਕਾਸੇਦਾਰ ਰਾਏਕੋਟ ਥਾਣੇ 'ਚ ਕੇਸ ਦਰਜ ਹੋਇਆ। DSP ਰਾਏਕੋਟ ਦਾ ਕਹਿਣਾ ਇਹ ਹੈ ਕਿ ਟਰੱਕ ਯੂਨੀਅਨ ਰਾਏਕੋਟ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ ਤੇ ਕੁਲਦੀਪ ਸਿੰਘ ਕੱਦੂ ਦੋਵੇਂ ਪੁਲਿਸ ਰਿਕਾਰਡ ਦੇ ਵਿੱਚ ਨਾਮੀ ਮੁਲਜ਼ਮ ਨੇ ਔਰ ਇਹਨਾਂ ਵਿਰੁੱਧ ਕਈ ਕੇਸ ਦਰਜ ਨੇ। ਪ੍ਰਗਟ ਸਿੰਘ ਸੀਲੋਆਣੀ ਕੋਈ ਇਹਨਾਂ ਦਾ ਨੇੜਲਾ, ਉਹਦੇ ਤੇ ਵੀ ਜਿਹੜੇ ਕੇਸ ਨੇ ਔਰ ਹਾਕਮ ਸਿੰਘ ਦੇ ਪ੍ਰਭਾਵ ਹੇਠ ਦੱਸਿਆ ਜਾ ਰਿਹਾ ਹੈਗਾ ਕਿ ਇਹ ਵਿਅਕਤੀ ਜਿਹੜੇ ਉਹ ਹੈਗੇ ਨੇ ਔਰ ਇਹ ਪੂਰਾ ਮਸਲਾ ਉੱਥੇ ਜ਼ਮੀਨ ਦੀ 3 ਕਿੱਲਿਆਂ ਦਾ ਅਸਲ 'ਚ ਜਿੱਥੋਂ ਇਹ ਗੱਲ ਸ਼ੁਰੂ ਹੁੰਦੀ ਆ। ਸੋ ਇਹ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਆਪਣੇ MLA ਨੂੰ ਕਹਿਣ ਕਿ ਇਦਾਂ ਦੇ ਮਤਲਬ ਵਿਅਕਤੀਆਂ ਨੂੰ ਨਾਲ ਰੱਖਣਾ ਜਿਹੜਾ ਉਹ ਜਾਂ ਤਾਂ ਬੰਦ ਕਰਨ, ਨਹੀਂ ਫਿਰ ਮਸਲੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਉਲਝਣਗੇ ਜੀ। 2 ਖਬਰਾਂ ਛੇਤੀ ਸੁਣਾਇਓ। ਬਲਜਿੰਦਰ ਕੌਰ ਨੂੰ ਮੰਤਰੀ ਤਾਂ ਬਣਾਇਆ ਨਹੀਂ, ਕੋਈ ਬਣਾਇਆ ਹੁਣ ਚੰਡੀਗੜ੍ਹ ਸੈਕਟਰੀਏਟ 'ਚ ਕਮਰਾ ਦੇਤਾ ਤੇ ਪੰਜਾਬ ਹਰਿਆਣਾ ਨੇ 8 ਗੈਂਗਸਟਰ ਜਿਹੜੇ ਨੇ NIA ਨੇ ਐਲਾਨੇ ਨੇ। ਗਿੱਲ ਸਾਹਿਬ, ਬਲਜਿੰਦਰ ਕੌਰ ਨੂੰ ਮੰਤਰੀ ਨਹੀਂ ਲਿਆ। ਬਲਜਿੰਦਰ ਕੌਰ ਨੂੰ ਮੰਤਰੀ ਲੈਣ ਦੀ ਪੂਰੀ ਸੰਭਾਵਨਾ ਸੀ। ਉਦੋਂ ਬਾਅਦ ਇਹਨੂੰ ਚੀਫ ਵਿਪ ਬਣਾਤਾ। ਚੀਫ ਵਿਪ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਕਦੇ ਵੋਟਿੰਗ ਹੋਣੀ ਹੁੰਦੀ ਹੈ ਕਿਸੇ ਮਸਲੇ ਤੇ, ਜਾਂ ਇਹ ਹੋਵੇ ਕਿ ਸਰਕਾਰ ਡਿੱਗਣ ਦੀ ਨੌਬਤ ਆ ਗਈ, ਉਦੋਂ ਚੀਫ ਵਿਪ ਦੀ ਵੈਲਿਊ ਹੁੰਦੀ ਆ। ਉਹ ਚੀਫ ਵਿਪ ਆ ਜਿਹੜਾ ਵਿਪ ਜਾਰੀ ਕਰਦਾ, ਸਾਰਿਆਂ ਨੇ ਇੱਕ ਥਾਂ ਵੋਟ ਪਾਉਣੀ ਹੁੰਦੀ ਆ। ਇਦੋਂ ਬਿਨਾਂ ਉਹਦਾ ਕੋਈ ਕੰਮ ਨਹੀਂ ਹੁੰਦਾ। ਯਾਨੀ ਸਾਰੇ 50 ਸਾਲਾਂ ਦੇ ਵਿੱਚ ਜੇ ਕਿਤੇ ਵੋਟ ਪਾਉਣ ਦੀ ਨੌਬਤ ਆਵੇ, ਜੇ ਕੋਈ ਬਿੱਲ ਪਾਸ ਕਰਨਾ ਹੋਵੇ, ਉਹਦੇ ਤੇ ਵੋਟਿੰਗ ਦੀ ਲੋੜ ਹੋਵੇ ਤਾਂ ਚੀਫ ਵਿਪ ਦੀ ਲੋੜ ਪੈਂਦੀ ਹੈ। ਇਹਨਾਂ ਕੋਲ ਤਾਂ 92 MLA ਨੇ, 50 ਸਾਲਾਂ 'ਚ ਚੀਫ ਵਿਪ ਦੀ ਲੋੜ ਹੀ ਨਹੀਂ ਪੈਣੀ। ਖੈਰ, ਇਹਨਾਂ ਨੇ ਉਹਦਾ ਦਿੱਤਾ। ਉਸ ਤੋਂ ਬਾਅਦ ਇਹਨੂੰ ਕੈਬਨਿਟ ਮੰਤਰੀ ਵਾਲੀਆਂ ਗਾਹੇ ਬਗਾਹੇ ਸਹੂਲਤਾਂ ਦੇਣ ਦੀ ਜਿਹੜੀ ਫਰਾਕ ਦੇ ਵਿੱਚ ਰਹਿੰਦੇ ਨੇ। ਪਿੱਛੇ ਜਿਹਨੂੰ ਕੈਬਨਿਟ ਮੰਤਰੀ ਵਾਲੀਆਂ ਕਈ ਸਹੂਲਤਾਂ ਮਿਲੀਆਂ। ਹੁਣ ਇਹਨੂੰ ਜਿਹੜਾ ਬਾਕੀ ਮੰਤਰੀਆਂ ਵਾਂਗੂ ਪੰਜਾਬ ਸੈਕਟਰੀਏਟ ਚੰਡੀਗੜ੍ਹ ਦੇ ਵਿੱਚ 4ਥੀ ਮੰਜ਼ਲ ਦੇ ਉੱਤੇ ਕਮਰਾ ਅਲਾਟ ਕੀਤਾ ਜਾ ਰਿਹਾ ਹੈ ਔਰ ਕੱਲਾ ਕਮਰਾ ਰੈਨੋਵੇਟ ਵੀ ਕੀਤਾ ਜਾ ਰਿਹਾ। ਕਮਰੇ ਦਾ ਮਤਲਬ ਕੱਲਾ ਕਮਰਾ ਨਹੀਂ, ਕਮਰੇ ਦਾ ਮਤਲਬ ਹੈ ਕਲਰਕ ਵੀ ਦੇਣਗੇ, PN ਵੀ ਦੇਣਗੇ, ਸਫਾਈ ਸੇਵਕ ਵੀ ਦੇਣਗੇ ਤੇ ਹੋਰ ਵੀ ਮਤਲਬ ਮੁਲਾਜ਼ਮ ਨੇ ਜਿਹੜੇ ਉਹ ਬੀਬੀ ਬਲਜਿੰਦਰ ਕੌਰ ਨੂੰ ਮਿਲਣਗੇ। ਭਾਵੇਂ ਖਜ਼ਾਨੇ ਤੇ ਬੋਝ ਵਧੇ ਲੇਕਿਨ ਬਲਜਿੰਦਰ ਕੌਰ ਨੂੰ ਸਹੂਲਤਾਂ ਉੱਥੇ ਮਿਲਣਗੀਆਂ। ਦੂਸਰਾ ਜਿਹੜਾ NIA ਦੇਖੋ ਪੰਜਾਬ ਦੇ ਵਿੱਚ ਬਹੁਤ ਸਰਗਰਮ ਹੈ। ਪੰਜਾਬ ਦੇ ਸਾਬਕਾ DGP ਅੱਜ ਕੱਲ੍ਹ NIA ਦੇ ਮੁਖੀ ਨੇ ਤੇ ਹੁਣ ਇੱਕ ਲਿਸਟ ਜਿਹੜੀ ਉਹ ਜਾਰੀ ਹੋਈ ਹੈ NIA ਦੇ ਵੱਲੋਂ। ਉਹਦੇ ਤਹਿਤ 1 ਲੱਖ ਤੋਂ 5 ਲੱਖ ਰੁਪਏ ਤੱਕ ਇਨਾਮ ਐਲਾਨੇ ਗਏ ਨੇ।
ਇਹ ਜਿਨ੍ਹਾਂ ਦੇ ਉੱਤੇ ਇਨਾਮ ਲਾਣੇ ਗਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਦਿਨੇਸ਼ ਸ਼ਰਮਾ ਉਰਫ ਗਾਂਧੀ ਹੈ, ਨੀਰਜ ਉਰਫ ਪੰਡਿਤ ਹੈ, ਇਸ ਤੋਂ ਇਲਾਵਾ ਨਾਰਪੁਰ ਰੂਪਾ ਦੇ ਰਹਿਣ ਵਾਲੇ ਸੰਦੀਪ ਉਰਫ ਬੰਦਰ, ਕਰਨਾਲ ਦੇ ਸੰਧਮਾ ਦੇ ਰਹਿਣ ਵਾਲੇ ਦਲੇਰ ਸਿੰਘ ਉਰਫ ਦਲੇਰ, ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ ਦੇ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ, ਮੋਗਾ ਦੇ ਰਹਿਣ ਵਾਲੇ ਸੁੱਖਾ ਦੁੰਨੇਕੇ, ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਗੌਰਵ ਪਟਿਆਲ ਉਰਫ ਸੌਰਵ ਠਾਕੁਰ, ਲੱਕੀ ਪਟਿਆਲ, ਇਹਨਾਂ ਦੇ ਉੱਤੇ ਇਨਾਮ ਆ ਜਿਹੜੇ ਉਹ ਰੱਖੇ ਗਏ ਨੇ। ਇਹ NIA ਦੇ ਵੱਲੋਂ ਲਿਸਟ ਇਹਨਾਂ ਦੀ ਜਾਰੀ ਕੀਤੀ ਗਈ ਹੈ। ਜੀ ਗਿੱਲ ਸਾਹਿਬ। ਲਓ ਜੀ, ਫਿਰ ਸੋਮਵਾਰ ਨੂੰ ਹੋਵੇਗੀ ਗੱਲਬਾਤ। ਆਪਣਾ ਖਿਆਲ ਰੱਖਿਓ। ਧੰਨਵਾਦ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ। ਖਬਰਾਂ ਕੱਲ ਦੀਆਂ ਤੁਸੀਂ ਟਾਈਟਨ ਵਾਲੀਆਂ ਸੁਣ ਚੁੱਕੇ ਹੋ। 5 ਬੰਦੇ ਨੁਕਸਾਨੇ ਗਏ ਤੇ ਡਾਈਵਰਸ ਜਿਹੜੇ ਨੇ ਜਾਂ ਸਬਮਰੀਨ ਤੇ ਜਿਹੜੇ ਐਕਸਪਰਟਸ ਨੇ, ਥੱਲੇ ਪਾਣੀ ਦਾ ਪ੍ਰੈਸ਼ਰ ਬਹੁਤ ਆ। ਵੇਖਣ ਨੂੰ ਪਾਣੀ ਸਮੁੰਦਰਾਂ ਦਾ ਸ਼ਾਂਤ ਲੱਗਦਾ, ਪਰ ਥੱਲੇ ਬਹੁਤ ਕੁਝ ਚੱਲ ਰਿਹਾ ਹੈ। ਹੁਣ ਇਹ ਮਨੁੱਖ ਦੀ ਜਾਣਨ ਦਾ ਇੱਕ ਉਤਸੁਕਤਾ ਦੇ ਵਿੱਚ ਇਹ ਹੋਇਆ, ਨਹੀਂ ਤਾਂ ਅਜੇ ਰਿਸਕ ਨੂੰ ਮਾਪਿਆ ਜਾਂਦਾ ਕਿ ਉਹ ਪਹਿਲੀ ਵਾਰ ਤਾਂ ਉਹ ਗਿਆ ਨਹੀਂ ਸੀ ਥੱਲੇ ਲੈ ਕੇ ਇਸ ਨੂੰ। ਟਾਈਟਨ ਵੱਡੀ ਕੰਪਨੀ ਹੈ ਤੇ ਇਹਦੇ ਪਿੱਛੇ ਵੱਡੀ ਕੰਪਨੀ ਹੈ ਤੇ ਇਹ ਓਸ਼ਨ ਗੇਟ ਬਹੁਤ ਵਾਰ ਥੱਲੇ ਪਣਡੁੱਬੀ ਛੋਟੀ ਦੇ ਵਿੱਚ 5 ਜਣੇ ਬਹਿ ਕੇ 96 ਘੰਟੇ ਦੀ ਗੈਸ ਬਹੁਤ ਗਏ ਨੇ। ਤੇ ਇਹ ਤਾਂ ਜਾਂਦਾ ਹੀ ਜਦ ਉਹਦਾ ਸੰਪਰਕ ਟੁੱਟ ਗਿਆ ਤਾਂ ਉਹਦੀ ਗੱਲ ਏਸੀ ਹੋਈ। ਹੁਣ ਕੁਛ ਨਹੀਂ ਪਤਾ ਲੱਗਣਾ, ਕੋਈ ਕਹਾਣੀ ਨਹੀਂ ਪਤਾ ਲੱਗਣੀ ਇਹਨੂੰ ਕੀ ਹੋਇਆ। ਪਰ ਮਨੁੱਖ ਜਿਹੜੇ ਖਤਰਿਆਂ ਨਾਲ ਖੇਡਦੇ ਆ ਉਹਨਾਂ ਨੇ ਇਸ ਤਰ੍ਹਾਂ ਹੀ ਕਰੀ ਜਾਣਾ। ਪਰ ਨੁਕਸਾਨ ਜਿਹੜਾ ਉਹਦੇ ਵਿੱਚ ਹੁਣ ਜੇ ਦੇਖਿਆ ਜਾਵੇ, ਅਮੀਰੀ ਦੀ ਗੱਲ ਕਰੀਏ ਤਾਂ ਅਮੀਰੀ ਤਾਂ ਬਹੁਤ ਸੀ। ਹਾਰਡਿੰਗ ਦੀ ਬਹੁਤ ਸੀ, ਦਵੂਦ ਉਹਨਾਂ ਦੀ, ਸ਼ਹਿਜ਼ਾਦੇ ਉਹਨਾਂ ਦੀ, ਮੀਆਂ ਪਿਓ ਪੁੱਤ ਦੀ, ਉਹਨਾਂ ਕੋਲ ਬਹੁਤ ਸੀ। ਇੱਕ ਕੰਪਨੀ ਦਾ ਹੀ ਚੇਅਰਮੈਨ ਸੀ ਤੇ ਇੱਕ ਖੋਜ ਵਾਲਾ ਸੀ ਜਿਹੜਾ ਟਾਈਟੈਨਿਕ ਨੂੰ ਖੋਜ ਕਰਦੇ। ਪਰ ਮੇਰਾ ਮਨ ਇਹ ਹੈ ਬਈ ਟਾਈਟੈਨਿਕ ਦੀ ਖੋਜ ਕਾਹਦੀ ਕਰਨੀ ਹੈ? ਲਿਫਟ ਤੁਸੀਂ ਉਹਨੂੰ ਕਰ ਨਹੀਂ ਸਕਦੇ। ਥੱਲੇ ਉਹ ਤਲ ਤੇ ਟਿਕਿਆ ਹੋਇਆ ਬੈਕਟੀਰੀਆ ਇੱਕ ਆ ਜਿਹੜਾ ਹੌਲੀ ਹੌਲੀ ਉਸ ਨੂੰ ਖਾ ਰਿਹਾ, ਲੋਹੇ ਨੂੰ, ਤੇ ਖਾ ਜਾਏਗਾ। ਫਿਲਮ ਉਹ ਤੇ ਬਣ ਗਈ, ਫਿਲਮ ਨੇ ਬਹੁਤ ਕਮਾਈ ਕਰ ਲਈ, ਦੱਸਤਾ ਉਹਨੂੰ ਫਿਲਮ ਨੂੰ, ਤੇ ਜੇਮਸ ਕੈਮਰੂਨ ਨੇ ਇਹ ਡਾਇਰੈਕਟਰ ਸੀ ਉਹ। ਤੇ ਪਰ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ। ਇਹ ਗਲਤੀ ਇਹਨੂੰ ਕਹਿ ਦਈਏ, ਪਰ ਜਿਹੜਾ ਗਏ ਥੱਲੇ ਨੇ ਉਹ ਇਹਨੂੰ ਗਲਤੀ ਨਹੀਂ ਮੰਨਦੇ। ਦੂਸਰੀ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਵੀ ਇਜ਼ਰਾਈਲ ਦੀ ਮਿਲਟਰੀ ਵੱਲੋਂ ਫਲਸਤੀਨੀਆਂ ਤੇ ਜਿਹੜਾ ਉਹ ਬਹੁਤ ਜ਼ੋਰ ਕੀਤਾ ਜਾ ਰਿਹਾ। ਅਗਲੇ ਹਫ਼ਤੇ ਮੈਂ ਨਾ ਹਿਸਟਰੀ ਤੁਹਾਨੂੰ ਯਹੂਦੀ ਬੰਦਿਆਂ ਦੀ ਸੁਣਾਉਣੀ ਆ ਵੀ 2000 ਸਾਲ ਉਹ ਕਿਵੇਂ ਉਜੜੇ ਨੇ। ਹੁਣ ਇਹ ਲੱਗਦਾ ਹੈ ਕਿ ਉਹ ਧੱਕਾ ਕਰ ਰਹੇ ਨੇ। ਕੋਈ ਸਮਾਂ ਸੀ ਯੂਨਾਈਟਿਡ ਨੇਸ਼ਨ ਤੇ ਸਾਰੇ ਰਲ ਕੇ ਅਰਬ ਫਲਸਤੀਨੀ ਲੋਕਾਂ ਨੂੰ 70% ਇਜ਼ਰਾਈਲ ਦਾ ਹਿੱਸਾ ਦਿੰਦੇ ਸੀ, ਉਸ ਖਿੱਤੇ ਦਾ ਹਿੱਸਾ ਦਿੰਦੇ। ਕਹਿੰਦੇ 30% ਸਾਨੂੰ ਰਹਿਣ ਦਿਓ। ਉਹ ਕਹਿੰਦੇ ਨਾ ਸਾਰਾ ਹੀ ਲੈਣਾ, ਤੁਸੀਂ ਕੀ ਲੱਗਦੇ ਹੋ ਇੱਥੇ ਦੇ। ਤੇ ਹੁਣ ਅਰਬ ਸਾਰੇ ਹੀ ਪਿੱਠ ਕਰ ਗਏ। ਲੈਬਨਾਨ 'ਚ ਜਿਹੜਾ ਮੰਦਾ ਹਾਲ ਹੈ, ਗਰੀਬੀ, ਸੀਰੀਆ ਜੁੜ ਗਿਆ। ਮਿਸਰ ਜਿਹੜਾ ਹੈ ਉਹ ਬ੍ਰਦਰਹੁੱਡ ਤੋਂ ਡਰਦਾ ਹੈ, ਅਲਸੀਸੀ ਮੌਜਾਂ ਕਰਦਾ ਹੈ। ਤੇ ਜਾਰਡਨ ਸ਼ਾਹੀ ਘਰਾਣਿਆਂ ਦਾ ਰੌਲਾ ਹੈ, ਹੁਸੈਨ ਦੇ ਪੁੱਤਰਾਂ ਦਾ। ਤੇ ਉਸ ਤੋਂ ਬਾਅਦ ਵੱਡਾ ਜਿਹੜਾ ਦੇਸ਼ ਸੀ ਮਦਦਗੀਰ ਉਹ ਸੀ ਸਾਊਦੀ ਸੀ। ਸਾਊਦੀ ਅਰਬ ਉਹ ਕਹਿੰਦਾ ਨਾ ਪੈਸੇ ਪੂਸੇ ਕਮਾਈਏ, ਛੱਡੋ ਤੁਸੀਂ ਇਹ, ਤੁਸੀਂ ਘੱਟ ਕਰ ਲਓ, ਵੱਧ ਕਰ ਲਓ, ਤੇ ਸਾਡਾ ਤੁਹਾਡੇ ਨਾਲ ਮਤਲਬ ਨਹੀਂ। ਸਭ ਪਿੱਠ ਕਰ ਗਏ। ਈਰਾਨ ਸਦਾਮ ਵਾਲਾ ਖਤਮ ਹੈ, ਲਿਬੀਆ ਖਤਮ ਹੈ, ਇਰਾਕ ਖਤਮ ਹੈ, ਤੇ ਰਿਹਾ ਨਾ ਕੋਈ। ਜਦ ਮਿਲਦਾ ਸੀ, ਇਹ ਮੱਤਾਂ ਦੀ ਕਹਾਣੀ ਹੈ ਨੇਸ਼ਨਸ ਲਈ, ਜੇ ਕੁਛ ਮਿਲਦਾ ਹੋਵੇ ਉਹ ਲੈ ਲਵੇ, ਮੁੜ ਕੇ ਚੀਜ਼ਾਂ ਹੋਰ ਹੋ ਜਾਂਦੀਆਂ ਨੇ। 30% ਤੇ ਵੀ ਇਜ਼ਰਾਈਲ ਦੇ ਲੋਕ, ਪਰ ਉਹ ਉੱਜੜਦੇ ਰਹੇ, ਵਸਦੇ ਰਹੇ। ਇਜ਼ਰਾਈਲ ਆ ਕੇ ਜਿੱਥੇ ਉਹਨਾਂ ਦਾ ਸੁਪਨਿਆਂ ਦਾ ਦੇਸ਼ ਸੀ, ਥੋੜ੍ਹਾ ਸਮਾਂ ਆ ਕੇ ਰਹਿੰਦੇ, ਉੱਜੜ ਜਾਂਦੇ। ਫਿਰ ਅਰਬਾਂ ਨੇ ਵੀ ਬਹੁਤ ਜ਼ੁਲਮ ਯਹੂਦੀਆਂ ਤੇ ਕੀਤਾ, ਥੋੜ੍ਹਾ ਨਹੀਂ ਕੀਤਾ ਦੇਸ਼ ਬਣਨ ਤੋਂ ਪਹਿਲਾਂ।
ਪਰ ਜਿਉਂ ਹੀ ਹਿਟਲਰ ਨੇ 6 ਮਿਲੀਅਨ, ਜਿਹਦੀ ਪੂਰੀ ਗਿਣਤੀ ਨਹੀਂ ਹੋ ਸਕਦੀ, ਕੱਲ ਉਹਨੇ ਮਾਰੇ ਔਸ਼ਵਿਜ਼ ਦੇ ਕੈਂਪ 'ਚ ਗੱਡੀਆਂ ਭਰ ਕੇ ਲਿਜਾ ਕੇ ਗੈਸ ਦੇ ਚੈਂਬਰਾਂ ਦੇ ਵਿੱਚ, ਕੁਝ ਸਾਲਾਂ 'ਚ ਹੀ, ਪਹਿਲਾਂ ਆਟੋਮੈਨ ਅੰਪਾਇਰ ਸੀ ਤੁਰਕੀ ਦਾ, ਉਹ ਖਤਮ ਹੋ ਗਿਆ, ਤਾਂ ਉਸ ਤੋਂ ਬਾਅਦ ਫਿਰ ਜ਼ੋਰ ਚੜਿਆ ਇੰਗਲੈਂਡ ਵਾਲਿਆਂ ਦਾ। ਗੋਰੇ ਫਿਰੇ ਫਰੰਗੀ ਤਾਂ ਫਿਰ ਜਾਂਦਾ ਹੋਇਆ ਉਹ ਕੋਈ ਕਰਕੇ ਜਾਂਦਾ ਕਿ ਨਾ ਉਹਨਾਂ ਜੋਗਾ ਨਾ ਕਿਸੇ ਜੋਗਾ, ਬਸ ਇਉਂ ਹੀ ਹੁੰਦਾ। ਜਿਹੜੀਆਂ ਕਲੋਨੀਆਂ ਛੱਡ ਕੇ ਗਏ ਨੇ, ਕੋਈ ਵਸਿਆ ਦਿਖਦਾ ਅੱਜ ਤੱਕ ਨਹੀਂ, ਜਾਂ ਤਾਂ ਵਸਿਆ ਨਹੀਂ ਜਾਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਹੈ। ਆਪਣਾ ਦੇਸ਼ ਹੈ, ਇੱਥੇ ਕਲੋਨੀ ਸੀ, ਪਰ ਨੋਟ ਤੇ ਹਲੇ ਵੀ ਫੋਟੋ ਉਹਨਾਂ ਦੀ ਹੈ, ਤੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ, ਗਵਰਨਰ ਜਨਰਲ ਹੈ, ਲੈਫਟੀਨੈਂਟ ਗਵਰਨਰ ਹੈ, ਤੇ ਰਹਿ ਰਹੇ ਨੇ ਉਹ, ਉਹਨਾਂ ਦੇ ਅੰਡਰ ਹੈ। ਤੋਪਾਂ ਦੀ ਸਲਾਮੀ ਜੀ, ਬੱਗੀਆਂ ਜੁੜ ਘੋੜੇ ਤੇ ਮੱਥਾ ਟੇਕਦੇ ਨੇ ਜਾ ਕੇ, ਤੇ ਉਹ ਕਲੋਨੀ ਉਹਨਾਂ ਦੀ ਵੀ ਹੈ। ਦੁਨੀਆ ਤੇ ਰਾਜ ਵੀ ਕੀਤਾ, ਪਰ ਜਦ ਛੱਡ ਕੇ ਗਏ ਤਾਂ ਉਹ ਕੁਛ ਕਰਕੇ ਗਏ ਜਿਹੜਾ ਮੇਨ ਖਾਲਸਾ ਰਾਜ ਉਜਾੜਿਆ, ਜਿਹਦੇ ਪੁੱਤ ਨੂੰ ਆਖਰੀ ਸ਼ਹਿਜ਼ਾਦੇ ਨੂੰ ਇਹ ਲੈ ਕੇ ਆਏ ਕਹਿ ਕੇ ਵੀ ਹਲੇ ਛੋਟਾ ਵੱਡਾ ਹੋ ਕੇ ਤੁਹਾਨੂੰ ਰਾਜ ਮੋੜ ਦਾਂਗੇ, ਤੇ ਉਹਨੂੰ ਈਸਾਈ ਬਣਾ ਕੇ ਉਹਦਾ ਕੀ ਕੀਤਾ। ਇੱਥੇ ਕੌਮ ਨੂੰ ਪਿਆਰ ਕਰਨ ਵਾਲੇ ਨਾ, ਦਰ ਘਰ ਦੀ ਗੱਲ ਕਰਨ ਵਾਲੇ ਕਈ ਜਥੇਦਾਰ, ਉਹ ਕਹਿੰਦੇ ਉਹਨਾਂ ਨੇ ਇੰਗਲੈਂਡ ਵਾਲਿਆਂ ਨੂੰ ਨਾ ਮਾੜਾ ਕਿਹਾ ਹੋ, ਕਿਉਂਕਿ ਕਿਤੇ ਨਾ ਕਿਤੇ ਗੁਲਾਮੀ ਦਾ ਕਿਣਕਾ ਅੰਦਰ ਹੈ। ਜਿੰਨਾ ਕੁਛ ਦੁਨੀਆ ਦੇ ਵਿੱਚ ਡਿਸਟਰੈਕਸ਼ਨ ਰਾਇਲ ਫੈਮਿਲੀ ਇੰਗਲੈਂਡ ਦੀ ਨੇ ਕੀਤੀ ਹੈ, ਕਿਹਨੇ ਕੀਤੀ ਹੈ? ਇੱਕ ਬਣਿਆ ਬਣਾਇਆ ਦੇਸ਼, ਜਿਹੜੇ ਦੇਸ਼ ਨੇ ਲਾਂਘਾ ਦਿੱਤਾ ਖਾਲਸਾ ਰਾਜ ਨੇ, ਉਹਨੂੰ ਕਿਹਾ, ਜਰਨੈਲ ਨੇ ਵੀ ਕਿਹਾ, ਨਲੂਏ ਨੇ ਵੀ, ਇਹਨਾਂ ਨੂੰ ਸਤਲੁਜ ਦੇ ਕੰਢੇ ਮਿਲ ਮੁੜ ਲਾ, ਇਹਨੂੰ ਵਿੱਚ ਦੀ ਨਾ ਲੰਘਣ ਦੇ ਅਫਗਾਨਿਸਤਾਨ ਨੂੰ। ਜਿਉਂ ਵਿੱਚ ਦੀ ਲੰਘੇ ਤੇ ਪਤਾ ਹੀ ਉਦੋਂ ਲੱਗਿਆ ਜਦ ਥੰਮ ਜਿਹੜੇ ਖਾਲਸਾ ਰਾਜ ਦੇ ਡਿੱਗਣ ਲੱਗੇ। 10 ਸਾਲਾਂ 'ਚ ਰਾਜ ਖਤਮ ਕਰਤਾ, ਪੁੱਤ ਨੂੰ ਲਿਜਾ ਕੇ ਕ੍ਰਿਸਚੀਅਨ ਬਣਾ ਕੇ ਉਹਦਾ ਹਸ਼ਰ ਕੀਤਾ, ਤੇ ਕਦੇ ਏਦਨ ਦੀ ਬੰਦਰਗਾਹ ਤੋਂ ਮੋੜਤਾ, ਤੇ ਮੁੜ ਕੇ ਬੇਗੁਮਨਾਮੀ ਦੇ ਜੀਵਨ ਦੇ ਵਿੱਚ ਮੌਤ ਹੋ ਗਈ ਪੈਰਿਸ ਦੇ ਵਿੱਚ, ਤੇ ਜਵਾਕ ਜਿਹੜੇ ਨੇ ਉਹ ਈਸਾਈ ਬਣਾਤੇ। ਉਹ ਦੇਸ਼ ਜਿਹਦੇ ਵਿੱਚ 95% ਲੋਕ ਪੜ੍ਹੇ ਲਿਖੇ ਸੀ, ਜਿਹਦੇ ਵਿੱਚ ਵੱਡੇ ਜਰਨੈਲ ਯੂਰਪ ਦੇ ਜਾ ਕੇ ਨੌਕਰੀ ਕਰਨ ਗਏ, ਜਿਸ ਦਾ ਰਾਜਾ ਲਾਹੌਰ ਆਪਣਿਆਂ ਮਹਿਲਾਂ ਦੇ ਵਿੱਚ ਬੈਠ ਕੇ ਬੁੱਕ ਭਰ ਕੇ ਹੀਰੇ ਜਵਾਹਰਾਤਾਂ ਦੇ ਇਹਨਾਂ ਫਰੰਗੀਆਂ ਦੇ ਝੋਲੇ ਪਾਉਂਦਾ ਰਿਹਾ, ਚੱਕੋ ਆਹ ਫੜੋ। ਜਿਹੜਾ ਲੈਲਾ ਘੋੜੀ ਤੇ ਚੜ੍ਹਦਾ ਲੋਕ ਦੇਖਦੇ, ਜਿਹੜਾ ਡੌਲੇ ਨਾਲ ਆਪਣੇ ਨਾਲ ਕੋਹਿਨੂਰ ਹੀਰਾ ਬੰਨ੍ਹ ਕੇ ਰੱਖਦਾ, ਅੱਜ ਕੱਲ੍ਹ ਦੀਆਂ ਗੱਲਾਂ ਹੋ ਗਈਆਂ। ਅਖੇ ਇਹਨਾਂ ਨੂੰ ਨਾ ਕਿਹਾ ਕਰੋ। ਸੂਚਨਾਵਾਂ ਜਿਹੜੀਆਂ ਉਹ ਦੇ ਦਿਆਂ ਫਿਰ ਕਈ ਵਾਰ ਦਿਮਾਗ ਭੁੱਲ ਜਾਂਦਾ ਹੈ। ਪਹਿਲੀ ਤਾਂ ਗੱਲ ਕਿ ਭਾਈ ਸਾਹਿਬ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਸੰਸਕਾਰ ਹੈ ਜਿਹੜਾ ਐਤਵਾਰ ਨੂੰ ਹੈ। ਅੰਤਮ ਦਰਸ਼ਨ ਉਹਨਾਂ ਦੇ 11 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ ਹੋਣੇ ਨੇ। ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ, ਜਿੱਥੇ ਦੇ ਮੁੱਖ ਸੇਵਾਦਾਰ ਸਨ। ਸੰਸਕਾਰ 4:30 ਵਜੇ ਹੋਣਾ ਵੈਲੀ ਵੀ ਫਿਊਨਰਲ ਹੋਮ, ਜਿਹੜਾ 72 ਤੇ 146 ਤੇ ਆ। ਅੰਤਮ ਅਰਦਾਸ 5:30 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਣੀ ਹੈ। ਸੋ ਇੱਕ ਤਾਂ ਇਹ ਜਾਣਕਾਰੀ ਹੈ। ਗੱਡੀਆਂ ਪਾਰਕਿੰਗ ਦੇ ਵਿੱਚ ਇਕੱਠ ਹੋ ਸਕਦਾ, ਗੱਡੀਆਂ ਇੱਧਰ ਉੱਧਰ ਲਾ ਕੇ ਜਿਨ੍ਹਾਂ ਨੇ ਵੀ ਜਾਣਾ ਉਹ ਕੋਸ਼ਿਸ਼ ਨਾ ਕਰੋ ਵੀ ਗੁਰਦੁਆਰਾ ਸਾਹਿਬ ਗੱਡੀ ਸਾਡੀ ਖੜੇ, ਜੇ ਅੱਧਾ ਬਲੌਕ ਤੋਂ ਤੁਰ ਕੇ ਚਲੇ ਜਾਵੋ ਸੌਖਾ ਹੋ ਜੂ। ਸੋ ਇਹ 11 ਵਜੇ ਤੋਂ 2 ਵਜੇ ਤੱਕ ਹੈ ਜਿਹੜੀ ਅੰਤਮ ਦਰਸ਼ਨ ਨੇ ਸਰਦਾਰ ਹਰਦੀਪ ਸਿੰਘ ਨਿੱਜਰ ਦੇ। ਟਰੱਕਰਸ ਦੇ ਇਸ਼ੂ ਜਿਹੜੇ ਨੇ ਉਹ ਤਾਂ ਡਿਸਕਸ ਹੁੰਦੇ ਨੇ ਜੇ ਮੁਸ਼ਕਲ ਨਾ ਹੋਵੇ ਤਾਂ ਕੋਈ ਨਹੀਂ ਚਾਹੁੰਦਾ। ਲੋਕਲ ਟਰੱਕਿੰਗ ਦੇ ਇਸ਼ੂ, ਕੰਟੇਨਰ ਟਰੱਕਿੰਗ ਇੰਡਸਟਰੀ ਪਿਛਲੇ 10-12 ਸਾਲਾਂ ਤੋਂ, ਤੇ ਘੰਟਿਆਂ ਵਧੀ ਕੀ ਪਤਾ ਹੀ ਨਹੀਂ, ਸੈਂਕੜੇ ਹੀ ਘੰਟੇ ਇਹ ਟਾਈਮ ਉਸ ਇੰਡਸਟਰੀ ਨੂੰ ਦਿੱਤਾ। ਸ਼ੇਰੇ ਪੰਜਾਬ ਨੂੰ ਇਹ ਮਾਣ ਹੈ ਕਿ ਮੂਹਰੇ ਲੱਗ ਕੇ ਜਿੱਦਣ ਪਹਿਲੇ ਦਿਨ ਸਟ੍ਰਾਈਕ ਹੋਈ ਨਾਲ ਲੱਗ ਕੇ ਸ਼ੁਰੂ ਕੀਤਾ ਹੈ। ਵਕਤ ਦੇ ਨਾਲ ਕੁਝ ਗੱਲਾਂ ਭੁੱਲ ਜਾਂਦੇ ਹਾਂ ਆਪਾਂ, ਛੋਟੀ ਸਾਡੀ ਯਾਦਾਸ਼ਤ ਹੈ,
ਪਰ ਕਿਉਂਕਿ ਰੇਡੀਓ ਦਾ ਕੰਮ ਇਹ ਹੈ, ਭਾਈਚਾਰੇ ਨੇ ਦਸਤਖਤ ਕਰਕੇ ਦਿੱਤੇ ਨੇ ਰੇਡੀਓ, ਇਹ ਤਾਂ ਚਲੋ CRTC ਦਾ ਪਹਿਲੇ ਰੇਡੀਓ ਤੇ 1550 ਜਿਹੜਾ ਸ਼ੇਰੇ ਪੰਜਾਬ ਪਰਿਵਾਰ ਨੇ ਖਰੀਦਿਆ ਸੀ, ਉਹਦੇ ਤੇ ਵੀ ਬਹੁਤ ਸਮਾਂ ਅਸੀਂ ਦਿੱਤਾ। ਸਾਡੇ ਜਿਹੜੇ ਹਾਈਵੇ ਤੇ ਜਾਂਦੇ ਟਰਾਂਸ ਕੈਨੇਡਾ ਤੇ ਖਾਸ ਤੌਰ ਤੇ ਮੁੰਡੇ ਸੀ, ਉਹਨਾਂ ਨੇ ਆਪਣੇ ਆਪ ਨੂੰ ਜਥੇਬੰਦ ਕੀਤਾ, ਕਿਉਂਕਿ ਸਾਰੇ ਨਹੀਂ ਹੈ ਜਿਹੜੇ ਗਰਦਨ ਸਿੱਟ ਕੇ ਜੀਉਣਾ ਚਾਹੁੰਦੇ ਨੇ। ਘੱਟ ਕਰ ਲਓ, ਵੱਧ ਕਰ ਲਓ, ਹਰ ਮਿੱਟੀ ਦੀ ਆਪਣੀ ਖਸਲਤ ਹੈ, ਹਰ ਮਿੱਟੀ ਨਹੀਂ ਭੁਰਦੀ, ਕੁੱਟਿਆਂ ਨਹੀਂ ਭੁਰਦੀ। ਤੇ ਮੁੰਡਿਆਂ ਨੇ ਕੁਛ ਰਲ ਕੇ, ਵਿਜੇਦੀਪ ਉਹਨਾਂ ਨੇ, ਉਹਨਾਂ ਦੇ ਦੋਸਤਾਂ ਨੇ, ਮਨੋਜ ਕੁਮਾਰ ਉਹਨਾਂ ਨੇ, ਅਜੇਪਾਲ ਸਿੰਘ ਰੰਧਾਵਾ ਉਹਨਾਂ ਨੇ ਰਲ ਕੇ ਜਥੇਬੰਦ ਆਪਣੇ ਆਪ ਨੂੰ ਕੀਤਾ। ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਬਣਾਈ। ਉਹਨਾਂ ਦੇ ਬੁਲਾਰੇ ਤੇ ਆਰਗੇਨਾਈਜ਼ਰ ਸਰ ਵਿਜੇਦੀਪ ਸਿੰਘ ਤੇ ਮਨੋਜ ਸ਼ਰਮਾ ਜੀ ਮੇਰੇ ਨਾਲ ਨੇ। ਸਟੂਡੀਓ 'ਚ ਅਸੀਂ ਪਹਿਲੀ ਵਾਰ ਗੱਲ ਕਰ ਰਹੇ ਹਾਂ, ਅਕਸਰ ਗੱਲਾਂ ਕਰਦੇ ਰਹਿੰਦੇ ਹਾਂ, ਸੁਨੇਹਾ ਦਿੰਦੇ ਰਹਿੰਦੇ ਹਾਂ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਤੇ ਨਾਲ ਫਿਰ ਗੱਲ ਸ਼ੁਰੂ ਹੋਊਗੀ ਵੀ ਹੁਣ ਗੱਲ ਕਿੱਥੇ ਖੜੀ ਹੈ ਤੇ ਕਿਵੇਂ ਜਿਹੜੀ ਹੈ ਇਹ ਸੋਲਵ ਹੋਏਗੀ। ਮਨੋਜ ਜੀ ਤੁਹਾਡਾ ਸਵਾਗਤ। ਸ਼ਰਮਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ। ਵਿਜੇਦੀਪ ਸਿੰਘ ਜੀ ਧੰਨਵਾਦ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ, ਤੇ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਓਪਰਚੁਨਿਟੀ ਦਿੱਤੀ ਕਿ ਅਸੀਂ ਇੱਥੇ ਆ ਕੇ ਆਪਣੀ ਗੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖ ਸਕੀਏ। ਸ਼ੁਰੂਆਤ ਕਿਵੇਂ ਹੋਈ ਐਸੋਸੀਏਸ਼ਨ ਬਣਾਉਣ ਦੀ? ਗਿਲ ਸਾਹਿਬ, ਇਹ ਨਾ ਟਰੱਕਰ ਦੇ ਦੁਕਾਨ ਤਾਂ ਬਹੁਤ ਟਾਈਮ ਤੋਂ ਚੱਲਦੇ ਆ ਰਹੇ ਸੀ। ਸਾਨੂੰ ਵੀ ਬਹੁਤ ਸਾਲ ਹੋ ਗਏ ਹੁਣ ਹਾਈਵੇ ਤੇ ਟਰੱਕ ਚਲਾਉਂਦਿਆਂ ਨੂੰ। ਤੇ ਜਦੋਂ ਅਸੀਂ ਦੇਖਿਆ ਕਿ ਯੰਗ ਮੌਤਾਂ ਬਹੁਤ ਹੋ ਰਹੀਆਂ ਨੇ, ਪਰ ਉਹ ਗੱਲ ਇੱਕ ਦਿਨ ਦੋ ਦਿਨ ਹੁੰਦੀ ਹੈ, ਉਸ ਤੋਂ ਬਾਅਦ ਲੋਕੀ, ਜਿਵੇਂ ਤੁਸੀਂ ਕਿਹਾ ਵੀ ਸਾਡੀ ਮੈਮਰੀ ਬੜੀ ਸ਼ਾਰਟ ਲਿਵਡ ਹੈ, ਭੁੱਲ ਜਾਂਦੇ ਨੇ ਤੇ ਅੱਗੇ ਵੱਧ ਜਾਂਦੇ ਨੇ। ਉਹਦੇ ਕਰਕੇ ਸਾਡੀ ਕੋਈ ਇਹੋ ਜਿਹੀ ਜਥੇਬੰਦੀ ਨਹੀਂ ਸੀ ਜਿਹੜੀ ਕਿ ਸਾਡੀ ਗੱਲ ਅੱਗੇ ਤੱਕ ਪਹੁੰਚਾ ਸਕੇ ਤੇ ਉਹਨੂੰ ਰੈਗੂਲਰ ਬੇਸਿਸ ਤੇ ਫੋਲੋ ਅਪ ਕਰ ਸਕੇ। ਘਾਟਾਂ ਤਾਂ ਕਈ ਨੇ ਜੀ, ਜੇ ਹੁਣ ਆਪਾਂ ਗੱਲ ਕਰਨ ਲੱਗੀਏ ਤਾਂ ਬਹੁਤ ਸਾਰਾ ਦਿਨ ਭਾਵੇਂ ਆਪਾਂ ਗੱਲ ਕਰ ਸਕਦੇ, ਇੰਨੇ ਮੁੱਦੇ ਨੇ ਟਰੱਕਰਸ ਦੇ ਜਿਹੜੇ ਕਿ ਸ਼ਾਇਦ ਆਮ ਪਬਲਿਕ ਨੂੰ ਪਤਾ ਹੀ ਨਹੀਂ, ਜਿਹਦੇ ਕਰਕੇ ਕਈ ਵਾਰੀ ਆਮ ਪਬਲਿਕ ਵੀ ਟਰੱਕਰਸ ਨੂੰ ਵਿਲਨ ਸੋਚਣ ਲੱਗ ਜਾਂਦੀ ਹੈ ਵੀ ਬੜੇ ਸਾਰੇ ਏਡੇ ਏਡੇ ਲਈ ਫਿਰਦੇ ਨੇ। ਹੁਣ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਦੇ ਕੋਲ ਭਾਰ ਕਿੰਨਾ, ਇਹਨਾਂ ਨੇ ਖੜਨਾ ਕਿਵੇਂ ਆ। ਸੋ ਇਹ ਸਾਰੀਆਂ ਗੱਲਾਂ ਦੀ ਪੈਰਵਾਈ ਕਰਨ ਲਈ ਕੋਈ ਜਥੇਬੰਦੀ ਦਾ ਨਾ ਹੋਣਾ, ਉਹਦੇ ਕਰਕੇ ਫਿਰ ਅਸੀਂ ਇਹ ਸੋਚਿਆ ਜੀ ਵੀ ਅਸੀਂ ਸ਼ੁਰੂ ਕਰਦੇ ਹਾਂ ਕੁਝ ਬੰਦੇ ਇਕੱਠੇ ਹੋ ਕੇ, ਤਾਂ ਕਿ ਆਪਣੀ ਗੱਲ ਪਹੁੰਚਾਈਏ। ਕਿਉਂਕਿ ਇੰਡੀਵਿਜੂਅਲ ਬੇਸਿਸ ਤੇ ਜਦੋਂ ਅਸੀਂ ਕਿਸੇ ਵੀ ਪੋਲੀਟੀਸ਼ੀਅਨ ਨਾਲ ਜਾਂ ਕਿਸੇ ਮਿਨਿਸਟਰ ਨਾਲ ਕਿਸੇ ਨਾਲ ਵੀ ਗੱਲ ਕਰਦੇ, ਸਾਨੂੰ ਜਵਾਬ ਨਹੀਂ ਸੀ ਜੀ ਆਉਂਦਾ। ਇਹ 2013 ਦੇ ਵਿੱਚ ਸਾਡਾ ਇੱਕ ਬਹੁਤ ਪਿਆਰਾ ਵੀਰ, 27 ਸਾਲਾਂ ਦੀ ਉਹਦੀ ਉਮਰ ਸੀਗੀ, ਤੇ 8 ਮਹੀਨੇ ਦੀ ਬੱਚੀ ਛੱਡ ਕੇ ਉਹ ਚਲੇ ਗਿਆ ਜੀ, ਕਿਉਂਕਿ ਉਹਦਾ ਹੈਡ ਔਨ ਕੋਲੀਜਨ ਹੋ ਗਿਆ। ਗਲਤੀ ਕਿਹਦੀ ਹੈ ਜੀ? ਹੁਣ ਗਲਤੀ ਹਮੇਸ਼ਾ ਡਰਾਈਵਰ ਦੀ ਕੱਢ ਦਿੱਤੀ ਜਾਂਦੀ ਹੈ। ਸਿੰਗਲ ਸੜਕਾਂ ਨੇ, ਬਰਫਾਂ ਪਈਆਂ ਹੋਈਆਂ ਨੇ, ਕਲੀਨਿੰਗ ਹੈ ਨਹੀਂ ਗੀ, ਤੇ ਜਦੋਂ ਇਹੋ ਜਿਹੇ ਕੰਡੀਸ਼ਨਸ ਦੇ ਵਿੱਚ ਹੈਡ ਔਨ ਕੋਲੀਜਨ ਹੋ ਜਾਂਦੇ ਨੇ ਤਾਂ ਬਚਣ ਦੀ ਕਰੀਬਨ ਉਮੀਦ ਹੁੰਦੀ ਨਹੀਂ ਜੀ। ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਕੰਮ ਤੇ ਤੁਰਦੇ ਤਾਂ ਸਾਡੇ ਨਿਆਣੇ ਸਾਨੂੰ ਐਂ ਚਿੰਬੜ ਜਾਂਦੇ ਸੀ ਵੀ ਖਬਰਾਂ ਇਹਨਾਂ ਨੇ ਮੁੜ ਕੇ ਆਉਣਾ ਹੈ ਕਿ ਨਹੀਂ। ਅਸੀਂ ਟਰੱਕ ਚਲਾਉਣ ਘੱਟ, ਸਾਨੂੰ ਐਂ ਲੱਗਦਾ ਸੀ ਜਿਵੇਂ ਅਸੀਂ ਕਿਸੇ ਜੰਗ ਤੇ ਜਾ ਰਹੇ ਹੁੰਦੇ ਹਾਂ। ਇਹਦੀ ਸੋਚ ਉੱਥੋਂ ਸ਼ੁਰੂ ਕਰਕੇ ਜੀ ਫਿਰ ਅਸੀਂ ਮਤਲਬ 2013 ਤੋਂ ਇਹਦਾ ਕੰਮ ਚੱਲਦਾ ਆਉਂਦਾ ਸੀ, ਪਰ ਇਹਨੂੰ ਅਸੀਂ ਸ਼ੁਰੂ ਕਰਦੇ ਕਹਿ ਲਓ ਵੀ ਅਸੀਂ ਪਹਿਲਾਂ ਉਮੀਦ ਕਰਦੇ ਰਹੇ ਵੀ ਸ਼ਾਇਦ ਕੋਈ ਹੋਰ ਇਹਦਾ ਬੀੜਾ ਚੱਕ ਲਵੇ, ਅਸੀਂ ਉਹਦੇ ਨਾਲ ਲੱਗ ਜਾਈਏ। ਜਦੋਂ ਅਸੀਂ ਦੇਖਿਆ ਵੀ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ, ਫਿਰ ਅਸੀਂ ਆਪ ਹੀ ਕੁਝ ਇਕੱਠੇ ਹੋ ਕੇ ਬੰਦੇ, ਸਾਰੇ ਐਕਟਿਵ ਟਰੱਕ ਡਰਾਈਵਰਸ ਹਨ ਜੀ, ਵੋਲੰਟਰੀ ਤੌਰ ਤੇ ਫਿਰ ਇਹ ਸੰਸਥਾ ਬਣਾਈ 2 ਸਾਲ ਪਹਿਲਾਂ। ਫਿਰ ਇਹਨੂੰ ਰਜਿਸਟਰ ਕਰਾਇਆ। ਲੇਟ ਅਸੀਂ ਥੋੜਾ ਜਿਹਾ, ਸਾਨੂੰ ਕੋਵਿਡ ਨੇ ਵੀ ਲੇਟ ਕਰਤਾ ਜੀ, ਬਟ ਕਿਉਂਕਿ ਪਹਿਲਾਂ ਅਸੀਂ ਆਰਗੇਨਾਈਜ਼ ਨਾ ਹੋਣ ਕਰਕੇ ਸਾਨੂੰ ਕੋਈ ਜਵਾਬ ਨਹੀਂ ਸੀ ਦਿੰਦਾ। ਇਹਦੀ ਸ਼ੁਰੂਆਤ ਬੇਸਿਕਲੀ ਤਾਂ 2013 ਤੋਂ, ਸ਼ਾਇਦ ਸੋਚ ਤਾਂ ਉਹ ਤੋਂ ਕਿਤੇ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ, ਬਟ ਕਿਉਂਕਿ ਕੋਈ ਮੂਹਰੇ ਆ ਕੇ ਇਹਨੂੰ ਫਾਰਮੇਸ਼ਨ ਕਿਵੇਂ ਕਰਦਾ ਜੀ, ਉਹ ਅਸੀਂ 13 ਤੋਂ ਸੋਚਦੇ ਦੇਖ ਲਓ ਵੀ ਫਿਰ ਵੀ ਸਾਨੂੰ ਹੁਣ ਤੋਂ 2 ਸਾਲ ਪਹਿਲਾਂ ਤੱਕ ਇਹ ਅਸੀਂ ਫਾਰਮ ਕੀਤੀ ਜੀ। ਸ਼ਰਮਾ ਜੀ, ਹੁਣ ਤੱਕ ਅਚੀਵਮੈਂਟ ਜਿਹੜੀ ਐਸੋਸੀਏਸ਼ਨ ਦੀ ਸਰਕਾਰ ਦੇ ਦੁਆਰੇ ਕੰਸਰਨਡ ਮਹਿਕਮੇ ਦੇ ਨਾਲ ਕਿੰਨੀਆਂ ਕੁ ਮੀਟਿੰਗਾਂ ਤੇ ਕੀ ਪੇਸ਼ ਕੀਤਾ ਉਹਨਾਂ ਨੂੰ ਹੁਣ ਤੱਕ? ਸਾਡੀ ਸਭ ਤੋਂ ਵੱਡੀ ਅਚੀਵਮੈਂਟ ਤਾਂ ਇੱਕ ਇਹੀ ਹੈ ਵੀ ਅਸੀਂ ਆਪਦੇ ਆਪ ਨੂੰ ਇੱਕ ਟਰੱਕਰਸ ਦੀ ਐਸੋਸੀਏਸ਼ਨ ਵੱਲੋਂ ਸਥਾਪਿਤ ਕਰ ਲਿਆ ਜੀ। ਬਹੁਤ ਵੱਡੀ ਗੱਲ। ਹਾਂਜੀ, ਤੇ ਸਾਡੀ ਹੁਣ ਸਰਕਾਰੀ ਦਰਬਾਰੇ ਵੀ ਸਾਡੀ ਗੱਲ ਸੁਣੀ ਜਾਂਦੀ ਹੈ। ਚਲੋ ਉਹ ਤੇ ਅਮਲ ਹੁੰਦਾ, ਉਹ ਲੇਟ ਹੈ, ਉਹ ਸਾਨੂੰ ਹੁਣ ਘੱਟੋ ਘੱਟ ਸਾਨੂੰ ਸੁਣਨ ਲੱਗ ਗਏ। ਉਹਨਾਂ ਨੂੰ ਪਤਾ ਹੈ ਕਿ ਇੱਕ ਐਸੋਸੀਏਸ਼ਨ ਹੈ ਜਿਹੜੀ ਟਰੱਕਰਸ ਦੀਆਂ ਗੱਲਾਂ ਸਾਡੇ ਤੱਕ ਪਹੁੰਚਾਉਂਦੀ ਹੈ। ਅਸੀਂ ਇੱਕ ਆਪਦੇ ਆਪ ਨੂੰ ਬ੍ਰਿਜ ਬਣਾ ਲਿਆ ਜੀ, ਗਵਰਨਮੈਂਟ ਦੇ ਵਿਚਾਲੇ ਤੇ ਟਰੱਕਰਸ ਦੇ ਵਿਚਾਲੇ। ਅਸੀਂ ਸਾਰਿਆਂ ਨੂੰ ਅਪੀਲ ਇਹੀ ਕਰਦੇ ਹੁੰਦੇ ਹਾਂ ਵੀ ਜੇ ਤੁਹਾਨੂੰ ਕੋਈ ਜ਼ਰੂਰੀ ਨਹੀਂ ਕਿ ਤੁਸੀਂ BC ਵਾਲੇ ਹਾਈਵੇ ਤੇ ਚੱਲਦੇ ਹੋ, ਥਰੂ ਆਊਟ ਕੈਨੇਡਾ ਤੁਸੀਂ ਕਿਸੇ ਵੀ ਹਾਈਵੇ ਤੇ ਚੱਲਦੇ ਹੋ, ਤੁਸੀਂ ਟਰੱਕਰ ਹੋ, ਤੁਸੀਂ ਲੋਕਲ ਕੁਛ ਮੁਸ਼ਕਲਾਂ ਲੋਕਲ ਟਰੱਕਰਸ ਨੂੰ ਵੀ ਬਹੁਤ ਨੇ ਜੀ। ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਸਾਡੇ ਤੱਕ ਪਹੁੰਚ ਕਰੋ, ਅਸੀਂ ਤੁਹਾਡੀ ਗੱਲ
ਲਿਖਤ ਰੂਪ ਦੇ ਵਿੱਚ ਅੱਗੇ ਪਹੁੰਚਾਵਾਂਗੇ ਜੀ, ਵਰਬਲੀ ਨਹੀਂ। ਇਹ ਇੱਕ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਅਸੀਂ ਆਪਦੇ ਆਪ ਨੂੰ ਸਥਾਪਿਤ ਕਰ ਲਿਆ ਜੀ। ਤੇ ਉਸ ਤੋਂ ਬਾਅਦ ਸਾਡੀਆਂ ਅਚੀਵਮੈਂਟਸ ਨੇ ਜੀ, ਅਸੀਂ ਹਾਈਵੇ ਦੇ ਉੱਪਰ ਗ੍ਰੇਡਿੰਗ ਕਰਵਾਈ ਜੀ। ਜਦੋਂ ਆਪਾਂ ਕੈਮਲੂਪਸ ਤੋਂ ਆਉਂਦੇ ਆ ਵੈਨਕੂਵਰ ਨੂੰ, ਅਨਈਵਨ ਲਾਈਨਸ ਨੇ ਜੀ, ਉਹ ਸਨੋ ਦੇ ਵਿੱਚ ਤਾਂ ਬਹੁਤ ਡੇਂਜਰਸ ਹੁੰਦੀ ਹੈ, ਗਰਮੀ ਦੇ ਵਿੱਚ ਵੀ ਟਰੱਕ ਉਹ ਤੇ ਪ੍ਰੋਪਰ ਨਹੀਂ ਚੱਲਦਾ ਜੀ। ਉਹ ਅਸੀਂ ਗ੍ਰੇਡਿੰਗ ਕਰਵਾਈ ਉਹਦੀ। ਕੈਨੇਡਾ 1 ਤੇ ਹਾਂਜੀ, ਜਦੋਂ ਆਪਾਂ ਤਾਂ ਠੀਕ ਹੈ ਨਹੀਂ, ਉਹ 5 ਵੱਜਦਾ ਜਦੋਂ ਆਪਾਂ ਕੈਮਲੂਪਸ ਤੋਂ ਹਾਲਾਤ ਕੀ ਹਾਂਜੀ ਉਹ ਤੇ ਪਤਾ ਨਹੀਂ ਕਿਵੇਂ ਉਹਦੇ ਬਣਾਉਂਦੇ ਨੇ ਜੀ। ਉਹ ਜਦੋਂ ਵੀ ਰੋਡ ਬਣਾਉਂਦੇ ਨੇ ਉਸ ਤੋਂ ਮਹੀਨਾ ਕੁ ਬਾਅਦ ਹੀ ਉਹ ਅਨਈਵਨਸ ਹੋ ਜਾਂਦੀ ਹੈ, ਸਪੈਸ਼ਲੀ ਰਾਈਟ ਲੇਨ। ਉਹ ਅਸੀਂ ਗ੍ਰੇਡਿੰਗ ਕਰਵਾਈ ਜੀ ਉਹਦੀ। ਫਿਰ ਇੱਕ ਅਸੀਂ ਵਾਸ਼ਰੂਮ ਖਲਵਾਏ ਜੀ, ਜਿਹੜੇ ਹੀਟਡ ਵਾਸ਼ਰੂਮ ਨੇ। ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜੀ ਵਾਸ਼ਰੂਮ ਦੀ, ਆਪਣੀ ਮੁੱਢਲੀ ਲੋੜ ਹੈ ਜੀ ਇਹ ਆਦਮੀ ਦੀ, ਮਨੁੱਖ ਦੀ, ਕਿ ਸਾਨੂੰ ਇਹ ਚੀਜ਼ਾਂ ਜ਼ਰੂਰੀ ਚਾਹੀਦੀਆਂ ਨੇ। ਇੰਨੇ ਕੁ ਗੰਦੇ ਸੀਗੇ ਤੇ ਉਹਦੇ ਵਿੱਚ ਕੋਈ ਹੀਟ ਨਹੀਂ, ਕੋਈ ਲਾਈਟ ਨਹੀਂ। ਇੱਕੋ ਪੈਸੇਂਜਰਸ ਲਈ, ਆਮ ਕਾਰ ਪੈਸੇਂਜਰਸ ਲਈ ਖੋਲਿਆ ਹੋਇਆ ਸੀ, ਉਹ ਅਸੀਂ ਇਹਨਾਂ ਲਈ ਖਲਵਾਇਆ ਜੀ, ਟਰੱਕਰਸ ਲਈ ਖਲਵਾਇਆ ਕਿ ਸਾਨੂੰ ਵੀ ਸਾਫ਼ ਸੁਥਰੇ ਚਾਹੀਦੇ ਆ। ਅਸੀਂ ਕਿਹੜਾ ਸੈਕੰਡ ਡਿਗਰੀ ਦੇ ਇੱਥੇ ਦੇ ਸਿਟੀਜ਼ਨ ਆ, ਬਟ ਸਾਨੂੰ ਟ੍ਰੀਟ ਉਵੇਂ ਕੀਤਾ ਜਾਂਦਾ। ਤੇ ਫਿਰ ਅਸੀਂ ਇੱਕ ਜੀ ਇਹਨਾਂ ਨਾਲ ਮੀਟਿੰਗ ਕੀਤੀ, ਇਹਨਾਂ ਦੀ ਅਥਾਰਟੀਜ਼ ਨਾਲ। ਅਸੀਂ ਇਹਨਾਂ ਦੀ ਪਿੱਟ ਤੇ ਗਏ, ਟਰੱਕਰਸ ਜਾਣਦੇ ਹੋਣਗੇ ਕੋਲਡ ਵਾਟਰ ਦੇ ਉੱਤੇ ਇੱਕ ਇਹਨਾਂ ਦੀ ਪਿੱਟ ਹੈ ਜੀ। ਉਦੋਂ ਪਹਿਲਾਂ ਨਾ ਇਹ ਬਜਰੀ ਬਹੁਤ ਮੋਟੀ ਪਾਉਂਦੇ ਹੁੰਦੇ ਸੀਗੇ ਜੀ, ਜਿਹਦੇ ਨਾਲ ਸਾਡੀਆਂ ਟਰੈਕਸ਼ਨਸ ਤਾਂ ਸਨੋ ਦੇ ਵਿੱਚ ਕੀ ਹੋਣੇ, ਸਾਡੀਆਂ ਵਿੰਡਸ਼ੀਲਡਸ ਟੁੱਟ ਜਾਂਦੀਆਂ ਸੀ। ਅਸੀਂ ਅੱਜ ਤੁਹਾਨੂੰ ਪਤਾ ਹੈ ਜੀ, ਸਾਡੇ ਹਰੇਕ ਥੋੜੇ ਚਿਰ ਬਾਅਦ ਸਾਨੂੰ ਇਨਸਪੈਕਸ਼ਨ ਵਾਲੀ ਸਕੇਲ ਤੇ ਕੱਢ ਲਿਆ ਜਾਂਦਾ। ਤੇ ਹੁਣ ਅੱਜ ਅਸੀਂ ਕਰਵਾ ਕੇ ਚੱਲੇ ਤੇ ਕੱਲ ਨੂੰ ਸਾਡੀ ਵਿੰਡਸ਼ੀਲਡ ਟੁੱਟ ਗਈ, ਤਾਂ ਉਹਦੇ ਨਾਲ ਸਾਡਾ ਇਹ ਇਫੈਕਟ ਪਿਆ ਜੀ, ਸਾਡੀਆਂ ਵਿੰਡਸ਼ੀਲਡਸ ਘੱਟ ਟੁੱਟੀਆਂ ਤੇ ਗ੍ਰੇਡਿੰਗ ਜ਼ਿਆਦਾ ਹੋ ਗਈ। ਤੇ ਲਾਸਟ ਸੀਜ਼ਨ ਦੇ ਵਿੱਚ ਕਈ ਇਹੋ ਜਿਹੇ ਏਰੀਏ ਸੀਗੇ ਜਿੱਥੇ ਸਨੋ ਬਹੁਤ ਜ਼ਿਆਦਾ ਪੈ ਗਈ ਸੀ। ਜਿਹੜੇ ਸਾਡੇ ਐਕਟਿਵ ਮੈਂਬਰਸ ਨੇ, ਸਾਰੇ ਟਰੱਕਰਸ ਨੇ ਜੀ, ਉਹ ਜਦੋਂ ਕੋਈ ਕਿਤੇ ਰੋਡ ਤੇ ਹੁੰਦਾ ਜੀ, ਕੋਈ ਕਿਸੇ ਪਾਸੇ ਰੋਡ ਤੇ ਹੁੰਦਾ, ਤਾਂ ਸਾਨੂੰ ਕਾਲ ਕਰਕੇ ਦੱਸਦੇ ਸੀ ਵੀ ਇੱਥੇ ਆ ਬਹੁਤ ਮਾੜੀ ਕੰਡੀਸ਼ਨਸ ਹੈ। ਅਸੀਂ ਅਥਾਰਟੀਜ਼ ਨੂੰ ਉਹਦੀ ਰਾਈਟ ਵੀ ਉਹਨਾਂ ਨੂੰ ਈਮੇਲ ਕਰਦੇ ਸੀ ਵੀ ਭਾਈ ਉੱਥੇ ਆ ਪ੍ਰੋਬਲਮ ਆ ਰਹੀ ਹੈ। ਤਾਂ ਅਸੀਂ ਘੱਟੋ ਘੱਟ 5 ਤੋਂ 6 ਏਰੀਏ ਡਰਾਈਵੇਬਲ ਕੰਡੀਸ਼ਨ ਦੇ ਵਿੱਚ ਕਰਵਾਏ, ਜਿਹੜੇ ਜੋ ਕਿ ਬਹੁਤ ਹੀ ਜ਼ਿਆਦਾ ਬੈਡ ਸੀਗੇ। ਇੱਕ ਸਾਡਾ ਰੀਸੈਂਟਲੀ ਅਚੀਵਮੈਂਟ ਇੱਕ ਤੁਸੀਂ ਵੀ ਨੋਟ ਕੀਤੀ ਹੋਏਗੀ, ਜਦੋਂ ਆਪਾਂ ਸਰੀ ਤੋਂ ਈਸਟ ਨੂੰ ਜਾਂਦੇ ਆ ਜੀ ਹਾਈਵੇ 1 ਦੇ ਉੱਤੇ, ਤਾਂ ਆਪਾਂ ਨੂੰ ਇੱਕ ਬ੍ਰਿਜ ਵਾਲਾ ਹੁੰਦਾ ਜੀ, ਓਵਰਪਾਸ ਵਾਲਾ। ਉਹ ਪਹਿਲਾਂ 200 ਤੋਂ ਬਾਅਦ ਲੱਗਿਆ ਹੁੰਦਾ ਸੀ, ਉਸ ਤੋਂ ਬਾਅਦ ਉਹ ਐਗਜ਼ਿਟ ਕੱਢਣ ਨੂੰ ਕੋਈ ਹੈ ਨਹੀਂ ਸੀਗਾ। ਤੇ ਉਹ ਕਹਿੰਦੇ ਸੀ ਵੀ 200 ਤੋਂ ਬਾਅਦ ਜਿਹੜੇ ਓਵਰ ਹਾਈਟ ਨੇ ਉਹ ਸਾਈਡ ਤੇ ਲਾ ਲਓ। ਸਾਈਡ ਤੇ ਲਾ ਕੇ ਜਾਣਾ ਕਿੱਥੇ ਆ ਭਾਈ? ਜਾਣਾ ਕਿੱਥੇ? ਨਾ ਤਾਂ ਕੋਈ ਯੂ ਟਰਨ ਹੈ, ਨਾ ਕੋਈ ਐਗਜ਼ਿਟ ਆ। ਉਦੋਂ ਅੱਗੇ ਤਾਂ ਲੋ ਬ੍ਰਿਜ ਆ ਗਿਆ। ਅਸੀਂ ਉਹ ਜਿਹੜਾ ਸਾਈਨ ਹੈ ਜੀ, ਉਹ ਪਹਿਲਾਂ ਕਰਵਾਇਆ 200 ਤੋਂ ਪਹਿਲਾਂ। ਬਹੁਤ ਰੌਲਾ ਪਾ ਕੇ ਅਸੀਂ ਨਿਕਲ ਜਵੇ ਅਗਲਾ, ਹਾਂ ਵੀ ਘੱਟੋ ਘੱਟ ਹਾਈਵੇ 10 ਲੈ ਕੇ ਨਿਕਲ ਜਵੇ, ਜਾਂ ਕੋਈ ਹੋਰ ਰਾਹ ਕਰ ਲਵੇ, ਜਾਂ ਘੱਟੋ ਘੱਟ ਵੇਟ ਹੀ ਕਰ ਲਵੇ ਉੱਥੇ। ਉਦੋਂ ਅੱਗੇ ਜਾ ਕੇ ਤਾਂ ਵੇਟ ਕਰਨ ਲਈ ਵੀ ਨਹੀਂ ਸੀ। ਇਹ ਸਾਰੀਆਂ ਸਾਡੀਆਂ ਜੋ ਹੋਰ ਕਈ ਇਹਦੇ ਵਿੱਚ ਨੇ, ਜਿਹੜੀਆਂ ਸਾਡੇ ਵਾਸ਼ਰੂਮ ਕਲੀਨ ਕਰਵਾਏ ਜੀ ਅਸੀਂ। ਹਜੇ ਵੀ ਉਸ ਪੱਧਰ ਦੇ ਕਲੀਨ ਨਹੀਂ ਹੋਏ, ਬਟ ਅਸੀਂ ਵਾਸ਼ਰੂਮ ਕਲੀਨ ਕਰਵਾਏ, ਜਿਹੜੀ ਕਿ ਸਾਡੀ ਮੁੱਢਲੀ ਲੋੜ ਹੈ ਜੀ। ਇਹ ਸਾਡੀਆਂ ਕੁਝ ਕੁ ਮੇਨ ਉਹ ਨੇ, ਹਜੇ ਲਿਸਟ ਬਹੁਤ ਲੰਬੀ ਹੈ, ਫਿਰ ਉਹ ਆਪਾਂ ਉਹਦੇ ਵਿੱਚ ਹੀ ਆਪਾਂ ਲੈ ਜਾਾਂਗੇ ਜੀ। ਵਿਜੇਦੀਪ, ਗਲਿਚ ਕਿਉਂ ਹੈ ਇਹਨੂੰ ਅੱਖੋਂ ਪਰੋਖੇ ਕਿਉਂ ਕਰਦੇ ਜੀ? ਸ਼ਾਹ ਆ ਗਏ, ਇਹ ਹੈ ਇਕਨੋਮੀ, ਇਹ ਹੈ ਚੀਜ਼ਾਂ ਇਹਦੇ ਰਾਹੀਂ ਆਉਂਦੀਆਂ ਨੇ। ਇੱਕੋ ਇੱਕ ਸਾਡੇ ਕੋਲ ਹਾਈਵੇ ਆ। ਮੈਂ ਤਾਂ ਦੇਖਦਾ ਵੀ ਸਟੇਟਸ ਦੇ ਵਿੱਚ ਇੰਨੇ ਹਾਈਵੇ ਉਹ ਕਿਵੇਂ ਮੇਨਟੇਨ ਕਰਦੇ ਆ। ਐਵਰੀ 40 ਮੀਲ ਤੇ ਉਹਨਾਂ ਦਾ ਰੈਸਟ ਏਰੀਆ 'ਚ ਜਾ ਕੇ ਬੰਦਾ ਕਹਿੰਦਾ ਯਾਰ ਇੱਥੇ ਬਹਿ ਕੇ ਬੰਦ ਸੌਂ ਲਈਏ, ਜਾਈਏ ਨਾ ਕਿਤੇ ਨੂੰ। ਤੇ ਇਹ ਸਾਡੇ ਕਮੀ ਕਿਸ ਚੀਜ਼ ਦੀ ਸੀ? ਇਹ ਅੱਖੋਂ ਪਰੋਖੇ ਕਿਉਂ ਕੀਤਾ ਜਾਂਦਾ ਇਸ ਸਿਸਟਮ ਨੂੰ? ਇਹ ਗਿੱਲ ਸਾਹਿਬ ਆਏ ਆ ਜੀ, ਇਹ ਨਾ ਅਸੀਂ ਨਿਗਲੈਕਟ ਹੋਏ ਆ। ਜਿਹੜਾ ਟਰੱਕਰ ਹੈ ਨਾ ਜੀ, ਉਹ ਅਨਸੰਗ ਹੀਰੋ ਹੈ। ਬਹੁਤ ਸਾਡੀ ਨੈਗੇਟਿਵਿਟੀਜ਼ ਤਾਂ ਬਹੁਤ ਸਾਰਿਆਂ ਦੇ ਸਾਹਮਣੇ ਆ ਜਾਂਦੀਆਂ ਨੇ, ਪੋਜ਼ਿਟਿਵ ਚੀਜ਼ਾਂ ਸਾਡੀਆਂ ਲੁਕੀਆਂ ਰਹਿੰਦੀਆਂ। ਅਸੀਂ ਕੁਝ ਅੱਜ ਉਹ ਵੀ ਗੱਲ ਦੱਸਾਂਗੇ। ਸਰਕਾਰਾਂ ਹੁਣ, ਜਿਵੇਂ ਮਨੋਜ ਜੀ ਨੇ ਪਹਿਲਾਂ ਕਿਹਾ ਵੀ ਅਸੀਂ ਗ੍ਰੇਡਿੰਗ ਕਰਾਈ। ਆਪਣੇ ਜਿਵੇਂ ਪਿੰਡ ਖੂਹ ਤੇ ਜਾਂਦੇ ਹੁੰਦੇ ਸੀਗੇ ਨਾ ਜੀ, ਜਦੋਂ ਆਪਾਂ ਰੇੜਾ ਲੈ ਕੇ ਜਾਂਦੇ ਜਾਂ ਟਰੈਕਟਰ ਲੈ ਕੇ ਜਾਂਦੇ, ਉਹ ਪਹੀ ਬਣ ਜਾਂਦੀ ਸੀ, ਦੋਨੋਂ ਪਾਸੇ ਦਬ ਜਾਂਦੀ ਸੀ। ਇਹ ਹਾਲ ਉਦੋਂ ਸੀ ਜਦੋਂ ਆਪਾਂ ਪਿੰਡ ਖੂਹ ਤੇ ਜਾਂਦੇ ਸੀ। ਇਹੀ ਹਾਲ ਜੇ ਆਪਾਂ ਮੈਰਿਟ ਤੋਂ ਪਹਾੜੀ ਚੜ੍ਹੀਏ ਜੀ, ਰਾਈਟ ਲੇਨ ਦਾ ਜੀ, ਚ ਟਰੱਕਰ ਨੂੰ ਜਾਣਾ ਮੈਂਡੇਟਰੀ ਹੈ। ਬਹੁਤ ਜਗ੍ਹਾ ਤੇ ਸਾਈਨ ਲੱਗ ਗਏ ਨੇ ਕਿ ਤੁਸੀਂ ਲੈਫਟ ਲੇਨ 'ਚ ਟਰੱਕ ਚਲਾ ਹੀ ਨਹੀਂ ਸਕਦੇ। ਠੀਕ ਹੈ ਜੀ। ਸਾਡੇ ਕੋਲੇ ਲੇਨ ਨਾਲ ਰਹਿ ਜਾਂਦੇ 2 ਜੀ। ਭਾਰ ਆਵਾਗਾਉਣਾ ਹੈ ਜੀ, ਅਮਰੀਕਾ ਨਾਲ ਤਾਂ ਆਪਾਂ ਕੰਪੇਅਰ ਕਰੀਏ ਹੀ ਨਾ ਜੀ, ਕਿਉਂਕਿ ਸਾਡੇ ਕੋਲ ਇੱਥੇ ਸਾਡੇ ਬੀ ਟ੍ਰੇਨ ਵਾਲੇ ਵੀਰ ਨੇ, ਉਹਨਾਂ ਕੋਲ ਇੰਨਾ ਭਾਰ ਲਦਾ ਦਿੱਤਾ ਜਾਂਦਾ ਜੀ। ਤੇ ਉਹ ਸੜਕ ਦੇ ਉੱਤੇ ਅਨਈਵਨ ਇੰਨੀ ਹੈ, ਉਹਦੇ ਤੇ ਕਈ ਵਾਰ ਐਂ ਲੱਗਦਾ ਟਰੱਕ ਡੋਲ ਕੇ ਕਿ ਕਿਤੇ ਖਾਈ 'ਚ ਨਾ ਜਾ ਡਿੱਗੇ। ਕਮਾਲ ਹੋ। ਮਤਲਬ ਇਹ ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਸਾਨੂੰ 2 ਸਾਲ ਹੋ ਗਏ। ਸਾਡੀਆਂ ਜਿਹੜੀਆਂ ਅਚੀਵਮੈਂਟਸ ਨੇ, ਛੋਟੇ ਛੋਟੇ ਅਚੀਵਮੈਂਟਸ ਆਪਾਂ ਕਹਿ ਸਕਦੇ ਹਾਂ, ਬਟ ਕੀ ਹੈ ਕਿ ਕਿਤੇ ਨਾ ਵਿਲ ਦੀ ਘਾਟ ਹੈ। ਇੱਕ ਚੀਜ਼ ਨੂੰ 4-4 ਵਾਰ ਕਰੀ ਜਾਣਾ, ਪੋਟ ਹੋਲਸ ਨੂੰ ਉਹੀ ਭਰੀ ਜਾਣਾ। ਹੁਣ ਮੈਂ ਇੱਕ ਹੋਰ ਦੱਸਦਾ ਜੀ, ਜਦੋਂ ਆਪਾਂ ਹਾਈਵੇ 5 ਤੇ ਜਾਂਦੇ ਆ ਜੀ, ਹੁਣ ਸਾਡੇ ਕਈ ਵੀਰ ਨੇ ਜਿਹੜੇ ਬੀ ਟ੍ਰੇਨ ਚਲਾਉਂਦੇ ਨੇ, ਕਈ ਵੀਰ ਨੇ ਜਿਹੜੇ ਕਾਰਾਂ ਹੌਲ ਕਰਦੇ ਨੇ। ਕਾਰਾਂ ਦਾ ਜਿਹੜਾ ਲੋਡ ਹੈ ਜੀ, ਇਹ ਬੜਾ ਮਹਿੰਗਾ ਲੋਡ ਹੁੰਦਾ, ਬਹੁਤ ਜ਼ਿੰਮੇਵਾਰੀ ਹੈ ਡਰਾਈਵਰ ਦੇ ਉੱਤੇ। ਹੁਣ ਜਦੋਂ ਆਪਾਂ ਮੇਰੇ ਖਿਆਲ ਬੇਰੀ ਟਾਊਨ ਆ ਜੀ,
ਬੈਰੀਅਰ ਟਾਊਨ ਹੈ ਉਹਦੇ ਹਾਈਵੇ 5 ਤੇ ਜੀ। ਉਦੋਂ ਮਾੜਾ ਜਿਹਾ ਗਾਹਾਂ ਜਾ ਕੇ ਇੱਕ ਹੰਪ ਹੈ ਜੀ, ਉਹ ਹੰਪ ਸਾਲੋ ਸਾਲ ਹੋ ਗਏ ਜੀ। ਅਸੀਂ ਇਹਨਾਂ ਨਾਲ ਗੱਲ ਕੀਤੀ, ਆਪਣੇ ਜਿਹੜੇ ਕੰਸਰਨਡ ਅਫੀਸ਼ੀਅਲਸ ਨੇ ਜੀ, ਉਹਨਾਂ ਨੇ ਸਾਨੂੰ ਕਿਹਾ ਵੀ ਇਹਦੇ ਨਾ ਕੋਈ ਜੀਓਥਰਮਲ ਐਕਟੀਵਿਟੀ ਹੈ ਇਹਦੇ ਥੱਲੇ, ਇਸ ਕਰਕੇ ਇੱਥੇ ਥਾਂ ਪੋਲੀ ਹੋ ਜਾਂਦੀ ਹੈ। ਅਸੀਂ ਉਹਨਾਂ ਨੂੰ ਕਿਹਾ ਵੀ ਜੇ ਪੋਲੀ ਹੋ ਜਾਂਦੀ ਹੈ ਜੀ, ਇਹ ਤਾਂ ਹੁਣ ਇੰਨੇ ਆਪਣਾ ਐਡਵਾਂਸਡ ਆਪਾਂ ਕੰਟਰੀ 'ਚ ਰਹਿੰਦੇ ਆ, ਸਿੰਗਲ ਉਹ ਹਾਈਵੇ ਆ, ਜਦੋਂ ਤੇ ਹੰਪ ਤੇ ਜਦੋਂ ਟਰੱਕ ਉੱਭੜਦਾ ਹੈ ਨਾ ਜੀ, ਕੁਝ ਵੀ ਹੋ ਸਕਦਾ ਜੀ ਉਹਦੇ। ਹੁਣ ਜਿਹੜੇ ਬੰਦੇ ਤਾਂ ਰੈਗੂਲਰ ਜਾਂਦੇ ਆ ਜੀ, ਉਹਨਾਂ ਨੂੰ ਤਾਂ ਜੀ ਪਤਾ ਹੈ। ਜਿਹੜੇ ਬੰਦੇ ਨੇ ਕਦੇ, ਹੁਣ ਸਾਡੇ ਵੀਰ ਅੰਟਾਰੀਓ ਤੋਂ ਆਉਂਦੇ ਨੇ, ਉਹਨਾਂ ਨੂੰ ਪਤਾ, ਹਾਂਜੀ, ਸਸਕੈਚੁਅਨ ਤੋਂ ਆਉਂਦੇ ਨੇ, ਮੈਨੀਟੋਬਾ ਤੋਂ ਆਉਂਦੇ, ਉਹਨਾਂ ਨੂੰ ਵੀਰਾਂ ਨੂੰ ਪਤਾ ਨਹੀਂ ਹੁੰਦਾ ਜੀ। ਉਹ ਥ੍ਰੈਟ ਸਾਰਿਆਂ ਲਈ ਹੈ ਜੀ, ਉਹ ਕੱਲਾ ਟਰੱਕਰਸ ਲਈ ਨਹੀਂ ਜੀ, ਤੇ ਉਹ ਆਪਣੀ ਕਾਰਾਂ ਵਾਲਿਆਂ ਲਈ ਵੀ ਥ੍ਰੈਟ ਹੋ ਜਾਂਦਾ, ਕਿਉਂਕਿ ਸਾਹਮਣੇ ਉਹ ਗੱਡੀ ਆਉਂਦੀ ਹੈ, ਇਧਰੋਂ ਟਰੱਕ ਜੇ ਡੋਲ ਗਿਆ ਤੇ ਕੁਝ ਵੀ ਹੋ ਸਕਦਾ ਜੀ। ਪਰ ਉਹਨੂੰ ਹੁਣ ਮੇਰੇ ਖਿਆਲ ਹੈ ਸਾਡੀ ਇੰਨੀ ਰੌਲਾ ਪਾਉਣ ਤੋਂ ਬਾਅਦ ਹੁਣ ਕਿਤੇ ਜਾ ਕੇ ਉਹਦੇ ਤੇ ਮਾੜਾ ਜਿਹਾ ਕੰਮ ਸ਼ੁਰੂ ਹੋਣ ਲੱਗਿਆ ਹੈ ਜੀ। ਹਲੇ ਵੀ ਸਾਨੂੰ ਪੱਕਾ ਨਹੀਂ ਪਤਾ ਵੀ ਉੱਥੇ ਅਸੀਂ ਦੇਖਿਆ ਕਿ ਕਿਉਂਕਿ ਸਾਡੇ ਸਾਰੇ ਐਕਟਿਵ ਟਰੱਕ ਡਰਾਈਵਰ ਹਾਂ ਜੀ ਅਸੀਂ, ਤਾਂ ਸਾਨੂੰ ਹਰ ਇੱਕ ਮਿੰਟ ਦੀ ਖਬਰ ਆਉਂਦੀ ਰਹਿੰਦੀ ਵੀ ਕਿਹੜੇ ਹਾਈਵੇ ਤੇ ਕਿੰਨੀ ਕੁ ਇੰਪਰੂਵਮੈਂਟ ਹੋਊਗੀ ਤੇ ਕੀ ਖਤਰਾ ਪੈ ਗਿਆ ਜੀ। ਕਿਤੇ ਨਾ ਕਿਤੇ ਜੀ ਇਹ ਇਹਨਾਂ ਦੇ ਕੰਮ ਕਰਨ ਦੀ ਘਾਟ ਹੈ ਜੀ, ਤੇ ਆਈ ਡੋਂਟ ਥਿੰਕ ਕਿ ਕੋਈ ਪੈਸੇ ਦੀ ਘਾਟ ਹੋਣੀ ਚਾਹੀਦੀ ਹੈ। ਜੇ ਹੈਗੀ ਆ ਤਾਂ ਉਹ ਸਾਡੇ ਸਾਹਮਣੇ ਦਰਸਾਈ ਜਾਵੇ। ਇੱਕ ਹਾਈਵੇ ਹੈ ਜੀ, ਜਦੋਂ ਮੀਂਹ ਪਏ ਨੇ, ਹਾਈਵੇ ਟੁੱਟ ਗਏ, ਆਪਣੀ ਕਨੈਕਟੀਵਿਟੀ ਖਤਮ ਹੋ ਗਈ ਜੀ, ਟਰੱਕਰ ਕਿਧਰੋਂ ਘੁੰਮ ਕੇ ਜਾਂਦੇ ਰਹੇ, ਅੱਗ ਪਾਣੀ ਕੋਈ ਵੀ ਚੀਜ਼ ਹੋਈ ਹੋਵੇ, ਕੋਈ ਵੀ ਕੋਵਿਡ, ਟਰੱਕਰ ਹੀ ਇੱਕ ਇਹੋ ਜਿਹੇ ਲੋਕ ਸੀ ਜਿਹੜੇ ਕਦੇ ਨਹੀਂ ਜੀ ਖੜੇ, ਨਹੀਂ ਰੁਕੇ, ਇਹ ਤੁਰਦੇ ਰਹੇ ਤਾਂ ਕਿ ਲੋਕਾਂ ਤੱਕ ਉਹਨਾਂ ਦੀਆਂ ਲੋੜ, ਡੇਲੀ ਦੀਆਂ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ ਜੀ ਉਹ ਪਹੁੰਚਦੀਆਂ ਰਹਿਣ। ਬਟ ਫਿਰ ਵੀ ਕਿਤੇ ਨਾ ਕਿਤੇ ਗਵਰਨਮੈਂਟ ਸਾਨੂੰ ਨੈਗਲੈਕਟ ਕਰ ਰਹੀ ਹੈ ਜੀ। ਸਾਨੂੰ, ਅਸੀਂ ਮੰਗਦੇ ਕੀ ਆ ਜੀ? ਸਾਫ਼ ਬਾਥਰੂਮ, ਸਾਫ਼ ਹਾਈਵੇ ਜੀ, ਹੈ ਨਾ। ਟਰੱਕਰਸ ਨੂੰ ਜੇ ਤੁਸੀਂ ਰੈਸਟ੍ਰਿਕਟ ਖੜਨ ਨੂੰ ਥਾਂ ਜੀ, ਸਾਡੇ ਕੋਲ ਰੈਸਟ ਏਰੀਆ ਨਹੀਂ। ਹਾਲ ਇਹ ਹੈ ਜੀ, ਹੁਣ ਮੈਂ ਕੀ ਕਹਾਂ, ਕੌਫੀ ਜਿਹੜੀ ਆਪਾਂ ਆਮ ਕੋਈ ਵੀ ਲੈਣ ਜਾਂਦੇ ਆ ਜੀ, ਉਹ $1.5 ਤੋਂ $2 ਦੀ ਪੈਂਦੀ ਹੈ ਜੀ। ਸਾਡੇ ਟਰੱਕਰ ਨੂੰ ਕਈ ਵਾਰੀ ਉਹ ਕੌਫੀ $150 ਤੋਂ $200 ਦੀ ਪੈ ਜਾਂਦੀ ਹੈ ਜੀ। ਉਹ ਕਿਵੇਂ ਜੀ ਕਿ ਹੁਣ ਜਿਵੇਂ ਫਰਜ਼ ਕਰ ਲਓ, ਕੈਮਲੂਪਸ ਦਾ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਜੀ। ਟਰੱਕਰ ਗੋਲਡਨ ਫਸ ਗਿਆ ਜੀ, 18 20 ਘੰਟੇ ਸੜਕ ਤੇ ਫਸਿਆ ਹੋਇਆ। ਹੁਣ ਉਹਦੇ ਕੋਲ ਸਭ ਤੋਂ ਪਹਿਲਾਂ ਪਿੱਛੇ ਜਿਹੜੇ ਹੈਗੇ ਆ ਸਿੱਕਾ ਮੂਸ ਕਹਿ ਲਓ ਜੀ, ਉੱਥੇ ਇੱਕ ਟਿਮ ਹੋਟਨ ਹੈ ਜੀ ਸੜਕ ਤੇ ਸਾਈਡ ਤੇ, ਉੱਥੇ ਟਰੱਕਰ ਖੜ ਕੇ ਜੀ ਸਿਰਫ ਕੌਫੀ ਲੈ ਕੇ ਚੱਕ ਕੇ ਤੁਰ ਪੈਂਦਾ ਸੀ। ਸਾਈਡ ਤੇ ਜਗ੍ਹਾ ਸੀਗੀ ਪ੍ਰੋਪਰ ਟਰੱਕ ਖੜਨ ਨੂੰ, ਤੇ ਸਾਈਡ ਤੇ ਲੇਨਸ ਵੀ ਹੈਗੀਆਂ ਜੀ ਜਿੱਥੇ ਟਰੱਕ ਖੜ ਸਕਦੇ। ਉੱਥੇ ਨੋ ਪਾਰਕਿੰਗ ਸਾਈਨ ਲਾ ਦਿੱਤੇ ਗਏ। ਇਹੋ ਜਿਹੇ ਕੰਮ ਤਾਂ ਗਵਰਨਮੈਂਟ ਬਹੁਤ ਛੇਤੀ ਕਰ ਦਿੰਦੀ ਹੈ। ਹੁਣ ਸਾਡੇ ਕੋਲੇ ਕੌਫੀ ਚੱਕਣ ਨੂੰ ਥਾਂ ਨਹੀਂ। ਜਦੋਂ ਅਸੀਂ ਪੁੱਛਿਆ ਤਾਂ ਸਾਨੂੰ ਜਵਾਬ ਮਿਲਿਆ ਕਿ ਪਿੱਛੇ ਜਿਹੜਾ ਟਰੱਕ ਸਟਾਪ ਹੈ, ਤੁਸੀਂ ਉੱਥੋਂ ਕੌਫੀ ਚੱਕ ਲਿਆ ਕਰੋ। ਕੀ ਗੱਲ, ਸਾਨੂੰ ਰਾਈਟ ਨਹੀਂ ਹੈਗਾ ਕਿ ਅਸੀਂ ਕੋਈ ਫਰੈਸ਼ ਕੌਫੀ, ਜੇ ਮੇਰਾ ਨਹੀਂ ਜੀ ਕਰਦਾ ਟਰੱਕ ਸਟਾਪ ਦੀ ਕੌਫੀ ਪੀਣ ਨੂੰ, ਕੀ ਮੈਂ ਕਿਤੇ ਹੋਰ ਜਗ੍ਹਾ ਤੋਂ ਕੌਫੀ ਨਹੀਂ ਚੱਕ ਸਕਦਾ? ਟਿਮ ਹੋਟਨ, ਮੈਕਡੋਨਲਡ ਤੋਂ ਅਸੀਂ ਖੜ ਕੇ ਆਪਣਾ ਕੋਈ ਫੂਡ ਨਹੀਂ ਲੈ ਸਕਦੇ? ਕਈ ਵਾਰੀ ਕੋਈ ਹੈਲਦੀ ਚੋਇਸ ਖਾਣੀ ਹੁੰਦੀ ਹੈ, ਕਿਸੇ ਨੂੰ ਕਿਸੇ ਤਰੀਕੇ ਦੀ ਬਹੁਤ ਸਾਰੇ ਹੈਲਥ ਇਸ਼ੂਜ਼ ਵੀ ਨੇ, ਪਰ ਹਰ ਜਗ੍ਹਾ ਤੇ ਟਰੱਕਰ ਦੇ ਲਈ ਆ ਲਾ ਦਿੱਤਾ ਗਿਆ ਜੀ। ਹੁਣ ਪਿੱਛੇ ਜੇ ਇੱਕ ਸਾਡਾ ਵੀਰ ਕੌਫੀ ਲੈਣ ਗਿਆ ਕੈਮਲੂਪਸ ਜੀ, ਮੁੜ ਕੇ ਆਇਆ ਤਾਂ ਉਹਦੇ ਵਿੰਡਸ਼ੀਲਡ ਤੇ ਟਿਕਟ ਰੱਖ ਕੇ ਜੀ, ਉਹ ਕਹਿੰਦਾ ਵੀ ਮੈਨੂੰ ਤਾਂ ਕੌਫੀ ਉਹ $200 ਦੀ ਪੈ ਗਈ। ਇਹਦੇ ਨਾਲੋਂ ਵੱਧ ਹੱਦ ਇਹ ਹੈ ਜੀ, ਇੱਕ ਵੀਰ ਨੇ ਟਰੱਕ ਖੜਾਇਆ ਜੀ, ਉਹ ਹਲੇ ਟਰੱਕ 'ਚ ਉਤਰਿਆ ਨਹੀਂ, ਉਹ ਕਹਿੰਦਾ ਮੈਂ ਕੌਫੀ ਲੈਣ ਚੱਲਿਆ, ਤੇ ਉੱਥੇ ਬਾਇਲੋ ਵਾਲੇ ਆ ਗਏ। ਉਹਨਾਂ ਨੇ ਆਉਂਦਿਆਂ ਨੇ ਕਿਹਾ ਵੀ ਤੂੰ ਕਿ ਇੱਥੇ ਟਰੱਕ ਖੜਾ ਨਹੀਂ ਸਕਦਾ। ਕਹਿੰਦਾ ਜੀ ਮੈਂ ਮੂਵ ਕਰ ਲੈਣਾ। ਕਹਿੰਦਾ ਪਰ ਤੂੰ ਕਿਉਂਕਿ ਟਰੱਕ ਇੱਥੇ ਲੈ ਕੇ ਆਇਆ, ਉਹ ਫਿਰ ਵੀ ਟਿਕਟ ਦੇ ਕੇ ਗਏ ਜੀ, ਹਲੇ ਬੰਦੇ ਦੇ ਵਿੱਚ ਬੈਠੇ ਤੇ ਵੀ ਜੀ। ਸੋ ਇਹ ਚੀਜ਼ਾਂ ਨੇ। ਇਨਫਰਾਸਟ੍ਰਕਚਰ ਸਾਡਾ ਇੰਨਾ ਨੈਗਲੈਕਟਡ ਹੈ ਜੀ, ਇਨਫਰਾਸਟ੍ਰਕਚਰ ਹੈ ਹੀ ਨਹੀਂ ਜੀ। BC ਜਿਹੜਾ ਹੈਗਾ ਜੀ ਸਪੈਸ਼ਲੀ ਮਾਊਂਟੇਨੀਅਸ ਟਰੇਨ ਹੈ, ਇਹਦੇ 'ਚ ਚੈਲੰਜਸ ਬਹੁਤ ਨੇ, ਪਰ ਜਿਹੜੇ ਪੱਧਰ ਤੇ ਸਾਡੇ ਕੰਮ ਹੋ ਰਹੇ ਨੇ ਉਹ ਬਹੁਤ ਸਲੋ ਹੈ ਜੀ। ਕਿਤੇ ਨਾ ਕਿਤੇ ਜ਼ੀਲ ਦਾ ਘੱਟ ਹੈ ਜੀ। ਮਨੋਜ ਜੀ, ਦੂਜੇ ਸੂਬੇ ਦੇ ਵਿੱਚ ਕਿਹੜੇ ਜਿਹੜੇ ਜਦ ਆਪਾਂ ਟਰਾਂਸ ਕੈਨੇਡਾ ਜਾਂਦੇ ਆ, ਅਲਬਰਟਾ ਹੈ ਜਾਂ ਸਸਕੈਚੂਨ ਹੈ, ਮੈਨੀਟੋਬਾ ਹੈ, ਅੰਟੈਰੀਓ ਆ, ਇਹਨਾਂ ਉਹਨਾਂ ਬਾਰੇ ਕੀ ਜਾਣਕਾਰੀ ਆ ਆਪਣੇ ਕੋਲ? ਉੱਥੇ ਤੱਕ ਆਪਾਂ ਗਏ ਆ ਜਾਂ ਹਲੇ ਆਪਾਂ BC ਦਾ ਹੀ ਕਰ ਰਹੇ? ਨਹੀਂ, ਸਾਡੇ ਕੋਲੇ ਜੀ ਸਸਕੈਚੁਅਨ ਤੋਂ ਵੀ ਮੈਂਬਰ ਹੈਗੇ ਨੇ ਜੀ, BC ਅਲਬਰਟਾ ਦੇ ਤਾਂ ਸਾਡੇ ਕੋਲ ਹੈਗੇ ਨੇ ਜੀ, ਵਿਨੀਪੈਗ ਤੋਂ ਵੀ ਨੇ ਸਾਡੇ ਕੋਲੇ ਹੈਗੇ ਨੇ ਜੀ, ਤੇ ਅੰਟਾਰੀਓ ਤੋਂ ਵੀ ਸਾਡੇ ਨਾਲ ਮੈਂਬਰਸ ਜੁੜੇ ਹੋਏ ਨੇ ਜੀ। ਹਾਲ ਸਾਰੇ ਕਿਤੇ ਹੀ ਤਕਰੀਬਨ ਇਹੀ ਹੈ ਜੀ, ਕਿਤੇ ਸਾਡੇ ਕੋਲੇ ਪ੍ਰੋਪਰ ਜਗ੍ਹਾ ਨਹੀਂ ਹੈ ਜੀ ਖੜਨ ਨੂੰ। ਤੇ ਜਿਹੜੇ ਹੁਣ ਤੁਸੀਂ ਵਿੰਟਰ ਦੇ ਵਿੱਚ ਲਾ ਲਓ ਜੀ, -25-30 ਨਾਰਮਲ ਟੈਂਪਰੇਚਰ ਹੈ ਉਸ ਹਾਈਵੇ ਤੇ ਅਲਬਰਟਾ, ਸਸਕੈਚੁਅਨ, ਜਿੰਨੇ ਵੀ BC ਤੋਂ ਬਾਹਰ ਦੇ ਸੂਬੇ ਨੇ, ਤੇ ਜਿਹੜੇ ਵੀ ਇਹਨਾਂ ਨੇ ਰੈਸਟ ਏਰੀਆ ਬਣਾਏ ਹੋਏ ਨੇ, ਮੋਸਟਲੀ ਉੱਥੇ ਮੈਟਲ ਪਲੇਟਸ ਲਾਈਆਂ ਹੋਈਆਂ ਨੇ, ਖੂਹੀ ਪੱਟ ਕੇ, ਜਿਵੇਂ ਆਪਣੇ ਪਿੰਡਾਂ 'ਚ ਖੂਹੀ ਹੁੰਦੀ ਸੀ ਮੋਟਰ ਤੇ, ਉਹਦੇ ਤੇ ਇੱਕ ਮੈਟਲ ਦੀ ਸ਼ੀਟ ਰੱਖਤੀ। ਤੁਹਾਨੂੰ ਪਤਾ ਠੰਡ 'ਚ ਤਾਂ ਉਦਾਂ ਹੀ ਮੈਟਲ ਚਿੰਬੜ ਜਾਂਦਾ ਜੀ। ਸੈਨੀਟਾਈਜ਼ਰ ਉੱਥੇ ਨਹੀਂ ਹੈ ਜੀ, ਗਰਮ ਪਾਣੀ ਉੱਥੇ ਨਹੀਂ ਹੈ ਜੀ, ਤੇ ਵਿੰਡੋ ਕੋਈ ਉੱਥੇ ਬੰਦ ਨਹੀਂ ਹੈ, ਫਰਨ ਹਵਾ ਆਉਂਦੀ ਹੈ ਜੀ ਠੰਡੀ -25-30 ਦੇ। ਫਿਰ ਕਹਿੰਦੇ ਨੇ ਹਾਂਜੀ, ਇਹ ਥਰੂ ਆਊਟ ਇੱਥੋਂ ਤੋਂ ਚੱਲ ਕੇ ਜੀ, ਵੈਨਕੂਵਰ ਤੋਂ ਚੱਲ ਕੇ ਅੰਟਾਰੀਓ ਤੱਕ ਕਿਤੇ ਕੋਈ ਪਲੇਸ ਹੈ ਜੀ ਜਿਹੜਾ ਵਧੀਆ, ਅਦਰਵਾਈਜ਼ ਨਹੀਂ ਸਾਰੇ ਹੀ ਮਾੜਾ ਹਾਲ ਹੈ ਜੀ।
ਵੀ ਜੇ ਇਹ ਤੁਸੀਂ ਜਿਹੜੀਆਂ ਮੀਟਿੰਗ ਜਿਹੜੀਆਂ ਕਰਦੇ ਹੋ ਉਹਦੇ ਵਿੱਚ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਕੀ ਇਹ ਪਤਾ ਨਹੀਂ ਜਦੋਂ ਜਾਂਦੇ ਨੇ ਉਹਨੂੰ ਚੈੱਕ ਕਰਦੇ ਨੇ ਸਟ੍ਰੈਚ ਉਹਨਾਂ ਨੂੰ ਦਿਖਦਾ ਨਹੀਂ ਹੈ ਵਾਸ਼ਰੂਮ ਤੇ ਸੜਕਾਂ ਟੁੱਟੀਆਂ ਹੋਈਆਂ ਨੇ ਜੇ ਉਹਨਾਂ ਨੂੰ ਪਤਾ ਤਾਂ ਫਿਰ ਉਹ ਘੇਸਲ ਕਿਉਂ ਬੱਟੀ ਬੈਠਿਆ ਕੀ ਕਾਰਨ ਆ ਜਦੋਂ ਅਸੀਂ ਗਿੱਲ ਸਾਹਿਬ ਇਹ ਸ਼ੁਰੂ ਕੀਤੀ ਨਾ ਜੀ ਐਸੋਸੀਏਸ਼ਨ ਜਦੋਂ ਸਾਡੀ ਪਹਿਲੀ ਮੀਟਿੰਗ ਹੋਈ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਪ੍ਰੋਬਲਮਸ ਗਣਾਈਆਂ ਮੀਟਿੰਗ ਕਿਹਦੇ ਨਾਲ ਹੁੰਦੀ ਆ ਇਹ ਸਾਡੇ ਜੀ ਸੀਬੀਐਸਈ ਦੇ ਆਫੀਸ਼ੀਅਲਸ ਹੁੰਦੇ ਨੇ ਇਹ ਡਾਇਰੈਕਟਰਸ ਨੇ ਬੀਸੀ ਦੇ ਜਾਂ ਬਾਹਰ ਦੇ ਉਹਦੇ ਵੀ ਤੇ ਐਸੋਸੀਏਸ਼ਨਸ ਦੇ ਜਿਹੜੇ ਪ੍ਰੈਜ਼ੀਡੈਂਟਸ ਹੁੰਦੇ ਨੇ ਜਿਵੇਂ ਕੰਸਟਰਕਸ਼ਨ ਵਾਲੇ ਨੇ ਜਿਵੇਂ YRB ਵਾਲੇ ਹੋ ਗਏ ਜਾਂ ਕੰਟਰੈਕਟਰਸ ਦੀ ਐਸੋਸੀਏਸ਼ਨ ਹੋ ਗਈ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਨੇ ਜਾਂ ਹੋਰ ਨੁਮਾਇੰਦੇ ਹੁੰਦੇ ਨੇ ਉਹ ਸਾਰੇ ਹੁੰਦੇ ਨੇ ਜੀ ਉਸ ਮੀਟਿੰਗ ਦੇ ਵਿੱਚ ਕਿਉਂਕਿ ਅਸੀਂ ਸਾਰੇ ਇੱਕ ਦੂਜੇ ਨਾਲ ਐਸੋਸੀਏਟਡ ਆ ਤੇ ਸੀਬੀਐਸਈ ਵਾਲੇ ਦੇ ਡਾਇਰੈਕਟਰਸ ਆਪਣੇ ਕੋਕਟਲਮ ਬੈਠਦੇ ਨੇ ਜੀ ਜਿਵੇਂ ਮੇਰੇ ਖਿਆਲ ਸਟੀਵ ਉਹਨਾਂ ਦਾ ਨਾਮ ਹੈਗਾ ਜੀ ਤੇ ਮਿਸਟਰ ਅਸ਼ੋਕ ਭੱਟੀ ਨੇ ਉਹ ਡਾਇਰੈਕਟਰ ਨੇ ਉਹ ਇੱਥੇ ਦੇ ਕੰਸਟਰਕਸ਼ਨ ਨੂੰ ਦੇਖਦੇ ਨੇ ਜੀ ਅਸੀਂ ਉਹਨਾਂ ਤਾਈਂ ਮਤਲਬ ਡਿਫਰੈਂਟ ਡਾਇਰੈਕਟਰਸ ਨੇ ਸੈਕਸ਼ਨਸ 'ਚ ਵੰਡੇ ਹੋਏ ਨੇ ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਹੋ ਜੀ ਅਸੀਂ ਉਹਨਾਂ ਨਾਲ ਤਾਈਂ ਅਪਰੋਚ ਕਰਦੇ ਹਾਂ ਤੇ ਉਹਨਾਂ ਤਾਈਂ ਹੀ ਇਹ ਗੱਲਾਂ ਕਰਦੇ ਪਰ ਉਹ ਜਦੋਂ ਅਸੀਂ ਸ਼ੁਰੂ 'ਚ ਜਾ ਕੇ ਪਹਿਲੀਆਂ 2-3 ਮੀਟਿੰਗਸ ਗਏ ਨਾ ਜੀ ਤਾਂ ਸਾਨੂੰ ਅਸੀਂ ਜਦੋਂ ਉਹਨਾਂ ਨੂੰ ਆਪਣੀਆਂ ਪ੍ਰੋਬਲਮ ਦੱਸੀਆਂ ਤਾਂ ਉਹ ਖੁਸ਼ ਵੀ ਹੋਏ ਤੇ ਹੈਰਾਨ ਵੀ ਹੋਏ ਖੁਸ਼ ਹੋਏ ਕਿ ਸਾਡੇ ਤਾਈਂ ਇਹ ਕਿਸੇ ਨੇ ਅੱਜ ਤੱਕ ਤੁਸੀਂ ਗੱਲ ਪਹੁੰਚਾਈ ਹੈਰਾਨ ਇਸ ਗੱਲੋਂ ਹੋਏ ਕਿ ਸਾਨੂੰ ਇਹ ਗੱਲਾਂ ਬਾਰੇ ਇਲਮ ਨਹੀਂ ਸੀ ਕਮਾਲ ਹੋ ਗਈ ਇਹਦੇ ਬਾਰੇ ਮੈਂ ਕੀ ਕਹਾਂ ਜੀ ਪਰ ਚਲੋ ਖੈਰ ਅਸੀਂ ਇਹ ਵੀ ਮੰਨ ਲੈਂਦੇ ਆ ਵੀ ਇਲਮ ਨਹੀਂ ਸੀ ਪਰ ਹੁਣ 2 ਸਾਲ ਹੋ ਗਏ ਜੀ ਇਲਮ ਆ ਹੁਣ ਤਾਂ ਹਾਂਜੀ ਹੁਣ ਜਿਵੇਂ ਤੁਸੀਂ ਗੱਲ ਕਰਦੇ ਹੋ ਇਹ ਸਾਰਿਆਂ ਨਾਲ ਅਸੀਂ ਗੱਲ ਕਰਦੇ ਰਹਿੰਦੇ ਆ ਵਾਸ਼ਰੂਮਸ ਦੇ ਬਾਹਰ ਸਫਾਈ ਹੋਣ ਲੱਗ ਗਈ ਜੀ ਜੇ ਹੁਣ ਆਪਾਂ BC ਦੀ ਗੱਲ ਕਰ ਲੈਂਦੇ ਆ BC ਅਲਬਰਟਾ ਦੇ ਵਿੱਚ ਬਾਥਰੂਮ ਬਹੁਤ ਸੋਹਣੇ ਸਾਫ਼ ਕਰਨ ਲੱਗ ਗਏ ਜੀ ਬਟ ਉਹ ਹਰ ਵਾਰੀ ਸਾਨੂੰ ਯਾਦ ਕਰਵਾਉਣੇ ਪੈਂਦੇ ਆ ਵੀ ਬਾਈ ਹੁਣ ਫੇਰ ਗੰਦਾ ਹੋ ਗਿਆ ਕਮਾਲ ਇਹ ਸਾਡੀ ਕੋਈ ਜੌਬ ਨਹੀਂ ਹੈ ਜੀ ਕਿ ਅਸੀਂ ਹਰ ਵਾਰੀ ਕਹਿ ਕੇ ਸਾਫ਼ ਕਰਵਾਈਏ ਇਹ ਤਾਂ ਉਹਨਾਂ ਨੂੰ ਪੀਰੀਓਡਿਕਲੀ ਅਸੀਂ ਕਰੀਏ ਇੱਕ ਕੁੰਡੀ ਟੁੱਟ ਗਈ ਜੀ ਇੰਕਸ ਲੇਕ ਰੈਸਟ ਏਰੀਆ ਦੇ ਵਿੱਚ ਇੱਕ ਕੁੰਡੀ ਬਾਥਰੂਮ ਨੂੰ ਕੁੰਡੀ ਟੁੱਟ ਗਈ ਜੀ ਹੁਣ ਸਿਰਫ ਡਰਾਈਵਰ ਜਿਹੜੇ ਨੇ ਜੀ ਉਹ ਮੇਲ ਵੀ ਨੇ ਤੇ ਫੀਮੇਲ ਡਰਾਈਵਰਸ ਬਹੁਤ ਨੇ ਜੀ ਠੀਕ ਹੈ ਜੀ ਕੁੰਡੀ ਟੁੱਟੀ ਹੋਵੇ ਕਿੰਨੇ ਕੁ ਕੰਫਰਟੇਬਲੀ ਤੁਸੀਂ ਉਹ ਵਾਸ਼ਰੂਮ ਯੂਜ਼ ਕਰ ਲਓਗੇ ਭਾਵੇਂ ਉਹ ਸਾਫ਼ ਸੁਥਰਾ ਹੀ ਹੈ ਜੀ ਇੱਕ ਕੁੰਡੀ ਲਵਾਉਣ ਲਈ ਵੀ 15 ਦਿਨ ਲੱਗ ਗਏ ਜੀ ਹੁਣ ਤਾਂ ਅਸੀਂ ਕਈ ਵਾਰ ਸੋਚੀਦਾ ਵੀ ਅਸੀਂ ਤਾਂ ਇਹ ਸੋਚ ਲਿਆ ਸੀ ਵੀ ਭਾਈ ਕੁੰਡੀ ਆਪੇ ਲੈ ਜਾਓ ਆਪੇ ਲਾ ਦਿਓ ਕੁੰਡੀ ਬਟ ਦੈਨ ਦੈਟ ਇਜ਼ ਨਾਟ ਦ ਵੇ ਟੂ ਵਰਕ ਹੈ ਨਾ ਜੀ ਕਿੱਥੇ ਲਾਈ ਜਾਵਾਂਗੇ ਜੀ ਹੁਣ ਕੱਲ ਨੂੰ ਤਾਂ ਫਿਰ ਸੜਕਾਂ ਦੇ ਵਿੱਚ ਟੋਏ ਵੀ ਅਸੀਂ ਪੂਰਨੇ ਸ਼ੁਰੂ ਕਰ ਲਾਂਗੇ ਇਹ ਸਰਕਾਰਾਂ ਦੇ ਕੰਮ ਨੇ ਅਸੀਂ ਟੈਕਸ ਪੇ ਕਰਦੇ ਆ ਤੇ ਟੈਕਸ ਪੇ ਹੋਣ ਦੇ ਬਾਵਜੂਦ ਜੇ ਇਹ ਗੱਲਾਂ ਅਣਗੌਲੀਆਂ ਰੱਖਦੇ ਨੇ ਜੀ ਹੁਣ ਸਾਨੂੰ ਹੋਰ ਨਹੀਂ ਤਰੀਕਾ ਸਮਝ ਆਇਆ ਇਸੇ ਲਈ ਅਸੀਂ ਤੁਹਾਡੇ ਕੋਲ ਆਏ ਕਿ ਤੁਹਾਡੇ ਥਰੂ ਅਸੀਂ ਇਹਨਾਂ ਤਾਈਂ ਗੱਲ ਪਹੁੰਚਾ ਸਕੀਏ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਜਾਵੇ ਤੇ ਸਾਡੇ ਜਿਹੜੇ ਟਰਾਂਸਪੋਰਟੇਸ਼ਨ ਮੰਤਰੀ ਨੇ ਉਹ ਇੱਧਰ ਨੂੰ ਵੀ ਤਵੱਜੋ ਦੇਣ ਸੋ ਮਚ ਸੋ ਅਸੀਂ ਆਟੋਆ ਵੀ ਈਮੇਲਸ ਲਿਖੀਆਂ ਨੇ ਜੀ ਪਰ ਉਹਦਾ ਜਵਾਬ ਆ ਜਾਂਦਾ ਜੀ ਸਾਡੇ ਕੋਲ ਫਿਗਰ ਆ ਜਾਂਦੇ ਨੇ ਪਰ ਜਿਹੜਾ ਕੰਮ ਹੋਣਾ ਚਾਹੀਦਾ ਜੀ ਉਹਦੀ ਕੋਈ ਪ੍ਰੋਗਰੈਸ ਇੰਨੀ ਜ਼ਿਆਦਾ ਲੰਬੀ ਲੱਗਦੀ ਨਹੀਂ ਐਕਨੋਲਜ ਕਰ ਦਿੰਦੇ ਨੇ ਐਕਸ਼ਨ ਨਹੀਂ ਹੁੰਦਾ ਹਾਂਜੀ ਹੁਣ ਡਰ ਬੜਾ ਜੀ ਹੁਣ ਟਨਲਾਂ ਨੇ ਜੀ ਜਿਹੜੇ ਸਨੋ ਸ਼ੈੱਡ ਬਣੇ ਹੋਏ ਨੇ ਜੇ ਆਪਾਂ ਰੋਜਰ ਪਾਸ ਦੇ ਕੋਲੇ ਚਲੇ ਜਾਂਦੇ ਹਾਂ ਉਹਦੇ ਪਹਿਲਾਂ ਹੀ ਜਗ੍ਹਾ ਪੂਰੀ ਹੈ ਜੀ ਹੁਣ ਇੱਕ ਟਨਲ ਬੰਦ ਕਰ ਲਈ ਜੀ ਹੁਣ ਸੁਣਨ 'ਚ ਇਹ ਵੀ ਆਇਆ ਹੁਣ ਮੈਨੂੰ ਇਹ ਕਨਫਰਮਡ ਨਹੀਂ ਹੈਗਾ ਬਈ ਸ਼ਾਇਦ ਉਹਨੂੰ ਢਾਹ ਕੇ ਵਾਈਡਨ ਕਰਨਾ ਕੀ ਕਰਨਾ ਪਰ ਹੁਣ ਹਾਲ ਦੀ ਘੜੀ ਉਹ ਤੇ ਖਰਚਾ ਕਰਨਾ ਸ਼ੁਰੂ ਕਰਤਾ ਜੀ ਜੇ ਉਹਨੂੰ ਢਾਉਣਾ ਹੀ ਉਹ ਤੇ ਖਰਚਾ ਕਰਨ ਦੀ ਲੋੜ ਨਹੀਂ ਜੀ ਉਹਦੇ ਚੱਕਰਾਂ ਦੇ ਵਿੱਚ ਇੱਕ ਪਾਸਿਓਂ ਰਾਹ ਬੰਦ ਕਰ ਦੇਣਾ ਜੀ ਜਿਵੇਂ 2 ਵੇ ਹੈਗਾ ਜੀ ਉਹਦੇ ਪਰ ਹੁਣ ਜਦੋਂ ਇੱਕ ਪਾਸਿਓਂ ਜਦੋਂ ਕਰ ਦਿੰਦੇ ਆ ਜੀ ਕਾਰਾਂ ਤਾਂ ਲੰਘ ਜਾਂਦੀਆਂ ਬਾਈ ਜੀ ਟਰੱਕਾਂ ਦੇ ਤਾਂ ਸ਼ੀਸ਼ੇ ਭੜਦੇ ਆ ਜੀ ਸਾਡੀ ਤਾਂ ਜ਼ਿੰਦਗੀ ਨੂੰ ਤੁਸੀਂ ਜੈਪਰਡਾਈਜ਼ ਕਰ ਰਹੇ ਹੋ ਉੱਥੇ ਹਨਾ ਜੀ ਸਾਡੇ ਲਈ ਤਾਂ ਖਤਰਾ ਵੱਧਦਾ ਹੀ ਜਾ ਰਿਹਾ ਹੈ ਈ-ਲੌਗ ਲਾਤੀ ਲੋਕ ਸਮਝਦੇ ਨਹੀਂ ਹੈਗੇ ਕਿ ਸਾਡੇ ਮਨ ਤੇ ਸਿਰਫ ਇੱਕ ਡਰਾਈਵਿੰਗ ਦਾ ਪ੍ਰੈਸ਼ਰ ਨਹੀਂ ਹੈ ਸਾਡੇ ਤੇ ਬਹੁਤ ਬੋਝ ਨੇ ਜੀ ਕਿੱਥੇ ਖੜਾਉਣਾ ਜਾ ਕੇ ਕਿੱਥੇ ਖੜਾਉਣਾ ਖਾਣਾ ਕਿੱਥੋਂ ਲਿਆਉਣਾ ਬਿਲਕੁਲ ਜੀ ਅੱਛਾ ਇੱਕ ਮਿੰਟ ਮਨੋਜ ਜੀ ਈ-ਲੌਗ ਦੇ ਬਾਰੇ ਹੋਰ ਦੱਸੋ ਸਾਨੂੰ ਸਭ ਤੋਂ ਪਹਿਲਾਂ ਕਿੰਨਾ ਉਹਨੂੰ ਉਹ ਲਾ ਤਾਂ ਦਿੱਤੀ ਪਰ ਉਹਨੂੰ ਫੈਸਿਲਿਟੇਟ ਕਿਵੇਂ ਕਰਨਾ ਸਰਕਾਰਾਂ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਇਹ ਦੱਸਦੇ ਹਾਂ ਕਈ ਵਾਰੀ ਸੋਚਦੇ ਨੇ ਬੰਦੇ ਵੀ ਸ਼ਾਇਦ ਅਸੀਂ ਈ-ਲੌਗ ਦੇ ਉਲਟ ਅਸੀਂ ਈ-ਲੌਗ ਦੇ ਉਲਟ ਨਹੀਂ ਹੈ ਜੀ ਵਧੀਆ ਚੀਜ਼ ਹੈ ਪਰ ਇਹਦੇ ਵਿੱਚ ਕਈ ਇਹਦੇ ਡਰਾਬੈਕਸ ਨੇ ਜੀ ਡਰਾਬੈਕਸ ਇਹ ਹੈ ਜੀ ਵੀ ਸਭ ਤੋਂ ਵੱਡਾ ਤਾਂ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਘਾਟ ਹੈ ਜੀ ਹੁਣ ਜਿਵੇਂ ਕਿ ਵਿਜੇ ਜੀ ਨੇ ਦੱਸਿਆ ਵੀ ਅਸੀਂ ਜਦੋਂ ਚੱਲਦੇ ਹਾਂ ਸਾਡੇ ਕੋਲ ਇਹ ਪੁੱਠਾ ਸਾਡਾ ਟਾਈਮ ਪੁੱਠਾ ਚੱਲਣ ਲੱਗ ਜਾਂਦਾ ਕਲੌਕ ਪੁੱਠਾ ਚੱਲਣ ਲੱਗ ਜਾਂਦਾ ਵੀ ਇੰਨੇ ਮਿੰਟ ਰਹਿ ਗਏ ਟਿਕ ਇੰਨਾ ਚਿਰ ਰਹਿ ਗਿਆ ਜੀ ਹੁਣ ਜਿਵੇਂ ਕਿ ਕੰਸਟਰਕਸ਼ਨ ਹੋ ਗਈ ਜੀ BC ਅਲਬਰਟਾ ਰੂਟ ਦੀ ਆਪਾਂ ਗੱਲ ਕਰਦੇ ਹਾਂ ਜੀ ਹਰੇਕ ਅੱਧੇ ਘੰਟੇ ਬਾਅਦ ਸਾਨੂੰ ਕੰਸਟਰਕਸ਼ਨ 'ਚ ਖੜਾ ਲੈਂਦੇ ਨੇ ਜੀ 5-10 ਮਿੰਟ 15 ਮਿੰਟ ਫਿਰ ਜਿਵੇਂ ਹੁਣ ਕਹਿੰਦੇ ਨੇ ਜੀ ਤੁਸੀਂ ਕਾਫੀ ਟਰੱਕ ਸਟਾਪ ਤੋਂ ਚੱਕ ਲਓ
ਹੁਣ ਸਾਡੇ ਕੋਲ ਈ ਲੌਗ ਬੁੱਕ ਹੈ ਜੀ। ਹੁਣ ਟਰੱਕ ਸਟਾਪ ਤੇ ਆਲਰੇਡੀ ਕਿੰਨੇ ਜਣੇ ਖੜ ਜਾਂਗੇ, ਐਡਾ ਵੱਡਾ ਦਾ ਟਰੱਕ ਸਟਾਪ ਨਹੀਂ ਹੈ। ਅਸੀਂ ਜਾ ਕੇ ਉੱਥੇ ਇਹ ਤਾਂ ਨਹੀਂ ਹੈ ਵੀ ਕਾਰ ਵਾਂਗੂ ਸਾਈਡ ਤੇ ਲਾਇਆ ਤੇ ਜਾ ਕੇ ਕਾਫੀ ਚੱਕ ਲਏ। ਸਾਨੂੰ ਪ੍ਰੋਪਰ ਇੱਕ ਡੈਜਿਗਨੇਟਡ ਪਾਰਕਿੰਗ ਜਗ੍ਹਾ ਤੇ ਸਾਨੂੰ ਪਾਰਕ ਲਾਉਣਾ ਪੈਣਾ। ਸਾਨੂੰ ਪਾਰਕ ਲਾਉਂਦਿਆਂ ਨੂੰ 15 ਮਿੰਟ ਲੱਗ ਜਾਂਦੇ ਨੇ ਜੀ। ਤਾਂ ਸਾਰੀ ਉਹ ਈ ਬੁੱਕ ਚੋਂ ਹੀ ਜਾਣਾ ਜੀ। ਹਾਈਵੇ ਸਾਡੇ ਕੋਲੇ ਸਿੰਗਲ ਨੇ, ਅੱਗ ਲੱਗ ਜਾਂਦੀ ਹੈ ਤਾਂ ਹਾਈਵੇ ਬੰਦ ਨੇ ਜੀ, ਬਰਫ਼ ਪੈ ਜਾਂਦੀ ਹੈ ਤਾਂ ਹਾਈਵੇ ਬੰਦ ਨੇ ਜੀ, ਮੀਂਹ ਪੈ ਜਾਂਦਾ ਤਾਂ ਹਾਈਵੇ ਬੰਦ ਨੇ ਜੀ। ਜਦੋਂ ਮਾੜਾ ਜਿਹਾ ਹਾਈਵੇ ਠੀਕ ਹੁੰਦੇ ਉਦੋਂ ਕੰਸਟਰਕਸ਼ਨ ਵਾਲੇ ਹਾਈਵੇ ਬੰਦ ਕਰ ਲੈਂਦੇ ਨੇ ਜੀ। ਸਾਡੇ ਦਾ ਪੁੱਠੇ ਪਾਸਿਓਂ ਚੱਲ ਪੈਂਦੇ। ਸਾਨੂੰ ਈ ਬੁੱਕ ਦੇ ਅਸੀਂ ਉਲਟ ਨਹੀਂ ਜੀ, ਪਰ ਈ ਬੁੱਕ ਸਾਡੇ ਜੀ ਦਾ ਜੰਜਾਲ ਬਣਾਤਾ ਜੀ ਇਹਨਾਂ ਨੇ। ਪ੍ਰੋਪਰ ਤਰੀਕੇ ਨਾਲ ਉਹਨੂੰ ਉਹਦੇ ਵਿੱਚ ਇੱਕ ਤਾਂ ਹੋਵੇ ਵੀ ਸਾਰੇ ਲੋਕਾਂ ਨੂੰ ਉਹ ਕਰਤੀ ਜੀ। ਕੁਝ ਕੁ ਲੋਕਾਂ ਲਈ ਹਜੇ ਉਹ ਉਮੀ ਚੱਲਦੀ ਹੈ ਜੀ, ਕੁਝ ਕੁ ਲੋਕਾਂ ਲਈ ਉਹ ਸਟ੍ਰਿਕਟ ਹੈ। ਜੇ ਤੁਸੀਂ ਕਰਨੇ ਤਾਂ ਇੱਕ ਯੂਨੀਵਰਸਲ ਰੂਲ ਰੱਖੋ ਉਹਦੇ ਵਿੱਚ ਵੀ ਭਾਈ ਇੰਨੇ ਚਿਰ ਲਈ ਇੰਨਾ ਹੀ ਉਹ ਕਰਨਾ ਹੈ ਜੀ ਇਹ। ਤੇ ਜੋ ਵੀ ਅਸੀਂ ਡੀਜ਼ਲ ਆਪਣਾ ਕਰਨਾ ਹੁੰਦਾ ਜੋ ਕਰਦੇ ਉਹਦੇ ਵਿੱਚ ਲਾਈਨ ਅਪ ਇੰਨੀ ਲੰਬੀ ਹੁੰਦੀ ਹੈ ਜੀ। ਮੰਨ ਲਓ ਅੱਜ ਵਧੀਆ ਇੱਕ ਟਰੱਕ ਸਟਾਪ ਇੱਥੇ ਆਪਣੇ ਜੇ ਵਧੀਆ ਟਰੱਕ ਸਟਾਪ ਗਿਣਨਾ ਹੋਵੇ ਤਾਂ ਹੋਪ ਦੇ ਵਿੱਚ ਹੈ ਜੀ ਉਹ। ਬਿਲਕੁਲ, ਬਾਕੀ ਦਾ ਟਰੱਕ ਸਟਾਪ ਹੀ ਨਹੀਂ ਹੈ, ਬੇਸਿਕਲੀ ਤਾਂ ਕਾਰਡ ਲੌਕਸ ਨੇ ਜੀ ਸਾਰੇ। ਈਵਨ ਇੰਨੀ ਠੰਡ ਦੇ ਵਿੱਚ ਜਾਂ ਆਪਣੇ ਦੇਖੋ ਰੇਨ ਆਪਣੇ ਕਿੰਨੀ ਹੁੰਦੀ ਹੈ, ਮੀਂਹ ਆਪਣੇ ਸਨੋ ਆਪਣੇ ਕਿੰਨੀ ਪੈਂਦੀ ਹੈ, ਉੱਪਰ ਸ਼ੈੱਡ ਵੀ ਨਹੀਂ ਹੈਗਾ ਜੀ ਕਿਤੇ ਵੀ ਅਸੀਂ ਉਹਦੇ ਥੱਲੇ ਖੜ ਸਕੀਏ ਪ੍ਰੋਪਰ ਤਰੀਕੇ ਨਾਲ। ਤੇ ਸਾਰਾ ਕੁਝ ਹੁਣ ਬੈਕਅਪ ਇੰਨਾ ਹੋ ਜਾਂਦਾ ਜੀ। ਸਾਡੀਆਂ ਈ ਬੁੱਕਸ ਖਰਾਬ ਹੁੰਦੀਆਂ ਨੇ, ਸਾਡਾ ਤਾਂ ਟਾਈਮ ਚੱਲ ਰਿਹਾ ਨੇ ਜੀ। ਫਿਰ ਸਾਨੂੰ ਜਿਹੜੀਆਂ ਪਾਸਿੰਗ ਲਾਈਨਸ ਨਹੀਂ ਹੈ ਜੀ। ਹੁਣ ਮੰਨ ਲਓ ਜਿਵੇਂ ਦੱਸਿਆ ਵੀ ਇੱਕ ਜਾਣੇ ਕੋਲੇ ਭਾਰੀ ਲੋਡ ਹੈ ਜੀ, ਹੋ ਜਾਣਾ ਨੇ। ਹੁਣ ਮੋਟਰ ਹੋਮ ਚੱਲ ਪੈਣਾ, ਉਹ ਦੇਖ ਲਓ ਵੀ ਕਿੰਨਾ ਪਾਸ। ਉਹਨਾਂ ਦੀ ਪ੍ਰੋਬਲਮ ਅਸੀਂ ਕਿਸੇ ਨੂੰ ਪਾਰਟੀਕੂਲਰ ਟਾਰਗੇਟ ਨਹੀਂ ਕਰਦੇ ਜੀ, ਪਰ ਉਹਨਾਂ ਦਾ ਕੀ ਹੁੰਦਾ ਜੀ, ਉਹਨਾਂ ਨੇ ਦੇਖੋ ਆਪਦੇ ਇੰਜੋਏ ਕਰਦੇ ਜਾਣਾ। ਜਦੋਂ ਪਾਸਿੰਗ ਲਾਈਨ ਆ ਗਈ ਉਦੋਂ ਤਾਂ ਉਹਨਾਂ ਨੇ ਭਜਾ ਲੈਣਾ ਜੀ, ਜਦੋਂ ਸਿੰਗਲ ਲੈਣਾ ਉਦੋਂ ਉਹਨਾਂ ਨੇ ਸਲੋ ਕਰ ਲੈਣਾ। ਫਿਰ ਉਹਨਾਂ ਨੇ ਥਾਂ ਨਹੀਂ ਦੇਖਣੀ ਜਿਵੇਂ ਕਿੱਥੇ ਰੋਕ ਕੇ ਅਸੀਂ ਫੋਟੋ ਕਰਨੀ ਹੈ। ਠੀਕ ਹੈ ਤੁਸੀਂ ਇੰਜੋਏ ਕਰਦੇ ਹੋ, ਬਟ ਸਾਡੀਆਂ ਪ੍ਰੋਬਲਮਸ ਵੀ ਸਮਝੋ ਨਾ। ਅਸੀਂ ਬੈਕ ਐਂਡ ਤੇ ਸਾਡੇ ਦੇਖਦਾ ਸਾਡਾ ਕੁਝ ਹੋਰ ਹੈ, ਪਰ ਸਾਡੇ ਕੋਲੇ ਪ੍ਰੈਸ਼ਰ ਬਹੁਤ ਹੁੰਦਾ ਜੀ। ਸਾਡੇ ਕੋਲ ਲੋਡ ਟਰੱਕਿੰਗ ਚੇਂਜ ਹੋ ਗਈ ਜੀ ਸਾਰੀ। ਦੇਖੋ ਪਹਿਲਾਂ ਵਾਲੀ ਟਰੱਕਿੰਗ ਅੱਜ ਤੋਂ 20-25 ਸਾਲ ਸਾਡੇ ਜਿਹੜਾ ਇਨਫਰਾਸਟ੍ਰਕਚਰ ਆ ਉਹ 50 ਸਾਲ ਪੁਰਾਣਾ ਹੀ ਹੈ ਜੀ। ਜਿਹੜਾ ਸਾਡਾ ਟਰੱਕਿੰਗ ਆ ਉਹ ਚੇਂਜ ਹੋ ਗਈ। ਹੁਣ ਅਸੀਂ ਮੋਸਟਲੀ 90% ਲੋਕਾਂ ਕੋਲੇ ਐਮਾਜ਼ਨ ਪ੍ਰਾਈਮ ਦੀ ਮੈਂਬਰਸ਼ਿਪ ਹੈ ਜੀ। ਉਹ ਰਾਤ ਨੂੰ ਆਰਡਰ ਕਰਨਾ, ਸਵੇਰ ਨੂੰ ਉਹਨਾਂ ਨੂੰ ਚੀਜ਼ ਚਾਹੀਦੀ ਹੈ। ਹੁਣ ਉਹ ਚੀਜ਼ ਤਾਂ ਟਰੱਕਰ ਹੀ ਪਹੁੰਚਾਊਗਾ ਨਹੀਂ। ਜੇ ਮੰਨ ਲਓ ਇੱਥੇ ਵੈਨਕੂਵਰ ਦੇ ਵੇਅਰ ਹਾਊਸ 'ਚ ਪਈ ਹੈ, ਉਹ ਕੈਲਗਰੀ ਕਿਸੇ ਨੂੰ ਚਾਹੀਦੀ ਹੈ, ਅਸੀਂ ਲੈ ਕੇ ਜਾਵਾਂਗੇ ਤੇ ਫਿਰ ਸਾਡੇ ਤੇ ਪ੍ਰੈਸ਼ਰ ਹੁੰਦਾ ਵੀ ਤੁਸੀਂ ਇੰਨੇ ਚਿਰ 'ਚ ਡਿਲੀਵਰੀ ਕਰਨੀ ਹੀ ਕਰਨੀ ਹੈ। ਪਰ ਸਾਡਾ ਇਹ ਨਹੀਂ ਦੇਖਦਾ ਵੀ ਸਾਨੂੰ ਰਾਹ ਦੇ ਵਿੱਚ ਕਿੰਨੀਆਂ ਔੜਾਂ ਆਉਂਦੀਆਂ ਨੇ, ਕਿੰਨੀ ਵਾਰੀ ਅਸੀਂ ਖੜਨਾ। ਇਹ ਸਾਡੀ ਈ ਬੁੱਕ ਦੀ ਸਾਡੀ ਵੱਡੀ ਪ੍ਰੋਬਲਮ ਇਹ ਹੈ ਜੀ ਕਿ ਸਾਨੂੰ ਪ੍ਰੈਸ਼ਰ ਹੀ ਬਹੁਤ ਹੋ ਗਏ ਜੀ। ਸਾਡੇ ਬੰਦੇ ਪੈਨਿਕ ਹੋ ਕੇ ਚਲਾਉਂਦੇ ਨੇ ਜੀ। ਵਿਜੇ, ਯੈਸ, ਇਹ ਮੈਂ ਇੱਕ ਗੱਲ ਹੋਰ ਇਹ 'ਚ ਐਡ ਕਰਨਾ ਚਾਹੁੰਦਾ ਜੀ। ਅਸੀਂ ਤੁਹਾਡੇ ਮਾਧਿਅਮ ਰਾਹੀਂ ਰਿਕੁਐਸਟ ਕਰਨਾ ਚਾਹੁੰਦੇ ਜੀ ਸਾਰੀ ਪਬਲਿਕ ਨੂੰ, ਕਾਰਾਂ ਵਾਲਿਆਂ ਨੂੰ ਵੀ, ਟਰੱਕਰਸ ਨੂੰ ਵੀ ਰੋਡ ਨੂੰ ਸ਼ੇਅਰ ਕਰਕੇ ਚੱਲੋ ਜੀ। ਜੇ ਤੁਸੀਂ ਇੰਜੋਏ ਕਰਨਾ ਪਲੀਜ਼ ਜ਼ਰੂਰ ਇੰਜੋਏ ਕਰੋ, ਬਟ ਇਹ ਜ਼ਰੂਰ ਦੇਖੋ ਕਿ ਪਿੱਛੇ ਟਰੱਕ ਤਾਂ ਨਹੀਂ ਆ ਰਿਹਾ ਮੇਰੇ। ਸ਼ਾਇਦ ਉਹ ਟਰੱਕਰ ਕੋਲੇ ਉਨਾ ਕੀ ਟਾਈਮ ਹੈ ਕਿ ਉਹ ਉਸ ਡਿਲੀਵਰੀ ਨੂੰ ਮੇਕ ਕਰ ਸਕੇ। ਇਸ ਲਈ ਪਲੀਜ਼ ਆਪਣੀ ਗੱਡੀ ਨੂੰ ਸਾਈਡ ਤੇ ਉੱਥੇ ਪੁੱਲ ਆਊਟ ਕਰਕੇ ਖੜੋ ਜਿੱਥੇ ਪ੍ਰੋਪਰ ਜਗ੍ਹਾ, ਜਿੱਥੇ ਟਰੱਕ ਤੁਹਾਨੂੰ ਈਜ਼ੀਲੀ ਪਾਸ ਕਰ ਸਕੇ, ਤਾਂ ਕਿ ਤੁਹਾਡੀ ਜਾਨ ਨੂੰ ਵੀ ਕੋਈ ਖਤਰਾ ਨਾ ਰਹੇ। ਕਿ ਮੈਂ ਹੁਣ ਇਹਨੂੰ ਰੈਪ ਅਪ ਕਰਨਾ ਚਾਹੁੰਦਾ ਕਿਉਂਕਿ ਬ੍ਰੇਕਸ ਮੇਰੀਆਂ ਪਿੱਛੇ ਚਲੇ ਗਈਆਂ। ਮੈਨੂੰ ਐਂ ਦੱਸਿਓ ਵੀ ਹੁਣ ਆਪਾਂ ਇਹ ਜਿਹੜੀ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਬਣਾਈ ਹੈ, ਇਹਨੂੰ ਹੋਰ ਰੀਇਨਫੋਰਸ ਕਰਨ ਲਈ, ਇਹਦੀ ਮੈਂਬਰਸ਼ਿਪ ਦੇ ਲਈ ਜਾਂ ਸਰਕਾਰ ਨੂੰ ਸੁਨੇਹੇ ਦੇ ਲਈ ਹੁਣ ਕੀ ਸੁਨੇਹਾ ਜਿਹੜਾ ਤੁਸੀਂ ਅਖੀਰ 'ਚ ਦੇਣਾ ਚਾਹੁੰਦੇ ਹੋ ਮਨੋਜ ਜੀ? ਅਸੀਂ ਸਾਰੇ ਸਰੋਤਿਆਂ ਨੂੰ ਤੇ ਟਰੱਕਰਸ ਵੀਰਾਂ ਨੂੰ ਜੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਾਂ ਸਾਰੇ ਇੱਕ ਆਵਾਜ਼ ਬਣੀਏ। ਤੁਸੀਂ ਸਾਡੇ ਨਾਲ ਜੁੜੋ, ਸਾਡੀ ਮੈਂਬਰਸ਼ਿਪ ਹੈਗੀ ਹੈ। ਤੁਸੀਂ ਸਾਡੇ ਨਾਲ ਸਿਰਫ ਜੁੜਨ ਨਾਲ ਨਹੀਂ, ਸਾਨੂੰ ਮੈਂਬਰਸ਼ਿਪ ਚਾਹੀਦੀ ਹੈ। ਬਿਕੋਜ਼ ਜਿਹੜੇ ਸਰਕਾਰਾਂ ਨੇ ਉਹ ਨੰਬਰਸ ਦੇਖਦੀਆਂ ਜੀ, ਉਹਨਾਂ ਨੂੰ ਤਾਂ ਵੋਟਾਂ ਦੇ ਚਾਹੀਦੀਆਂ ਹੁੰਦੇ, ਉਹਨਾਂ ਨੂੰ ਇਹ ਨਹੀਂ ਹੈ ਵੀ ਟਰੱਕਰਸ, ਉਹਨਾਂ ਨੂੰ ਚਾਹੀਦੀਆਂ ਵੋਟਾਂ। ਉਹਨਾਂ ਨੇ ਦੇਖਣਾ ਵੀ ਇੰਨੇ ਨੰਬਰਸ ਹੈਗੇ ਇਹਨਾਂ ਕੋਲੇ, ਤਾਂ ਫਿਰ ਉਹ ਸਾਡੀ ਗੱਲ ਨੂੰ ਸੁਣਨਗੇ। ਅਸੀਂ ਫਿਰ ਉਹਨਾਂ ਤੇ ਪ੍ਰੈਸ਼ਰ ਪਾ ਸਕਦੇ ਹਾਂ। ਅਸੀਂ ਸਾਰੇ ਟਰੱਕਰ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਜੁੜੋ, ਸਾਡੇ ਨਾਲ ਮੈਂਬਰਸ਼ਿਪ, ਸਾਡੀ ਆਨਲਾਈਨ ਵੀ ਮੈਂਬਰਸ਼ਿਪ ਹੈਗੀ ਹੈ। ਤੁਸੀਂ ਸਾਨੂੰ ਕਾਲ ਕਰਕੇ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਕਾਲ ਕਰਕੇ ਵੀ ਉਹ ਕਰਦੇ। ਸਾਡੀ ਮੈਂਬਰਸ਼ਿਪ ਉਹ ਲਿਜਾ ਕੇ ਲੈ ਸਕਦੇ ਆ ਜੀ www.wc-ta.ca। ਜਾਂ ਉਹ ਮੈਨੂੰ ਕਾਲ ਕਰ ਸਕਦੇ ਆ 604-832-2223 ਤੇ, ਜਾਂ ਉਹ ਬਾਈ ਜੀ ਨੂੰ ਕਾਲ ਕਰ ਸਕਦੇ 604-825-1293 ਤੇ ਜੀ। ਤੇ ਸਰਕਾਰਾਂ ਨੂੰ ਤਾਂ ਸਿਰਫ ਬੇਨਤੀਆਂ ਹੀ ਨੇ ਜੀ। ਦੇਖੋ ਪਤਾ ਨਹੀਂ ਕਦੋਂ ਉਹਨਾਂ ਨੇ ਕੰਮ ਕਰਨੇ ਨੇ। ਕੰਮ ਕਰਨ ਦਾ ਜਿਹੜਾ ਉਹਨਾਂ ਦਾ ਪੇਸ ਹੈ, ਜਿਵੇਂ ਵਿਜੇ ਜੀ ਦੱਸ ਕੇ, ਬਹੁਤ ਹੀ ਜ਼ਿਆਦਾ ਸਲੋ ਹੈ ਜੀ। ਤੇ ਵਿਜੇ, ਅਖੀਰ 'ਚ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਇੱਕ ਹੋਰ ਗੱਲ ਐਡ ਕਰੂੰਗਾ ਜੀ। ਇਹ ਐਸੋਸੀਏਸ਼ਨ ਫਾਰਮ ਕਰਨ ਨਾਲ, ਇੱਕ ਤਾਂ ਇਹ ਜੀ ਵੋਲੰਟਰੀ ਐਸੋਸੀਏਸ਼ਨ ਹੈ, ਇਹਦੇ 'ਚ ਸਾਰੇ ਜਾਣੇ ਅਸੀਂ ਐਕਟਿਵ ਟਰੱਕਰ, ਅਸੀਂ ਸਾਰੇ ਟਰੱਕ ਚਲਾ ਰਹੇ ਜੀ। ਅੱਜ ਮਨੋਜ ਜੀ ਨੇ ਅੱਜ ਰਾਤ ਨੂੰ ਕੰਮ ਤੋਂ ਆਏ ਨੇ ਜੀ, ਹੁਣ ਜਾ ਕੇ ਰੈਸਟ ਕਰਕੇ ਰਾਤ ਨੂੰ ਉਹਨਾਂ ਨੇ ਫੇਰ ਕੰਮ, ਅੱਖਾਂ ਦੱਸਦੀਆਂ ਨੇ, ਸੁੱਤੇ ਨਹੀਂ। ਹਾਂਜੀ, ਇਹ ਸਿੱਧੇ ਹੀ ਆਏ ਨੇ ਜੀ। ਐਂ ਕੰਮ ਕਰਨਾ ਪੈਂਦਾ ਜੀ ਸਾਨੂੰ, ਇਹਦੇ ਲਈ ਕੋਈ ਐਕਸਟਰਾ ਆਈ ਨਹੀਂ ਹੈ ਕਿ ਅਸੀਂ ਪੇਮੈਂਟ ਲਈ ਕੰਮ ਕਰਦੇ। ਅਸੀਂ ਸੇਫਟੀ ਲਈ ਕੰਮ ਕਰਨਾ ਚਾਹੁੰਦੇ। ਯੰਗ ਬੱਚੇ ਆ ਰਹੇ ਨੇ,
ਅਸੀਂ ਚਾਹੁੰਦੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਮਿਲੇ ਜੀ, ਪ੍ਰੋਪਰ ਟ੍ਰੇਨਿੰਗ ਮਿਲਣ ਤਾਂ ਕਿ ਉਹਨਾਂ ਦੀ ਜਾਨ ਬਚਾ। ਨਿਆਣੇ ਨੇ ਨਿੱਕੇ ਨਿੱਕੇ ਹੁੰਦੇ ਜੀ 22 23 ਸਾਲਾਂ ਦੇ, ਬਿਨਾਂ ਟ੍ਰੇਨਿੰਗ ਦੇ ਉੱਤੇ ਉਹ ਹਾਈਵੇ ਤੇ ਆ ਜਾਂਦੇ ਨੇ। ਸਿੰਗਲ ਹਾਈਵੇ ਨੇ ਜੀ, ਉਹਨਾਂ ਦੀ ਵੀ ਜਾਨ ਖਤਰੇ 'ਚ ਹੈ ਜੀ, ਤੇ ਜਿਹੜੇ ਬਾਕੀ ਰੋਡ ਯੂਜ਼ਰਸ ਹੈ ਉਹਨਾਂ ਦੀ ਜਾਨ ਵੀ ਖਤਰੇ 'ਚ ਹੈ। ਸਾਡੀ ਐਸੋਸੀਏਸ਼ਨ ਜਦੋਂ ਆਪਾਂ ਜੁਆਇਨ ਵੀ ਕਰਦੇ ਹਾਂ, ਇਹਦੇ ਬੜੇ ਫਾਇਦੇ ਨੇ ਜੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਡਿਸਕਾਊਂਟ ਲੈਣ ਦੀ ਕੋਸ਼ਿਸ਼ ਕੀਤੀ। ਪਾਰਟ ਬਹੁਤ ਮਹਿੰਗਾ ਹੋ ਗਿਆ ਬਾਈ ਜੀ, ਬਹੁਤ ਮਹਿੰਗਾ ਹੋ ਗਿਆ, ਬੱਸ ਕਰਾਤੀ ਹੈ। ਸਾਡੀ ਐਸੋਸੀਏਸ਼ਨ 'ਚ ਅਸੀਂ ਬਹੁਤ ਸਾਰੇ ਪਾਰਟਸ ਵਾਲੇ ਕੋਲ ਗਏ, ਦਰਖਾਸਤ ਕੀਤੀ, ਬਹੁਤ ਸਾਰੇ ਸੱਜਣ ਪੁਰਸ਼ ਨੇ, ਉਹਨਾਂ ਨੇ ਸਾਨੂੰ ਪਾਰਟਸ ਤੇ ਡਿਸਕਾਊਂਟ ਦੇ ਦਿੱਤਾ ਜੀ। ਇਹ ਸਾਰਾ ਕੁਝ ਵੈਬਸਾਈਟ ਤੇ ਹੈਗਾ। ਫਿਊਲ ਕੰਪਨੀਜ਼ ਨਾਲ ਅਸੀਂ ਗੱਲ ਕੀਤੀ, ਫਿਊਲ ਤੇ ਡਿਸਕਾਊਂਟ ਮੰਗਣ ਦੀ ਕੋਸ਼ਿਸ਼ ਕੀਤੀ, ਉਹਦੇ ਤੇ ਵੀ ਸਾਨੂੰ ਡਿਸਕਾਊਂਟ ਹੈਗਾ। ਤੇ ਜੇ ਸਾਡੀ ਐਸੋਸੀਏਸ਼ਨ ਦਾ ਜਿਹੜਾ ਮੈਂਬਰ ਬਣਦਾ ਹੈਗਾ ਜੀ, ਉਹਨੂੰ ਫਿਊਲ ਤੇ ਵੀ ਡਿਸਕਾਊਂਟ ਮਿਲਦਾ ਹੈਗਾ। ਸੋ ਇਹੋ ਜਿਹੇ ਜਥੇਬੰਦੀ 'ਚ ਆ ਕੇ ਆਪਾਂ ਨੂੰ ਕਈ ਇਹੋ ਜਿਹੇ ਫਾਇਦੇ ਨੇ ਜਿਹੜੇ ਸਾਨੂੰ ਵੀ ਜਦੋਂ ਅਸੀਂ ਇਕਜੁੱਟ ਹੋਏ ਉਦੋਂ ਸਾਨੂੰ ਸਮਝ ਆਉਣ ਲੱਗੇ ਨੇ। ਅਸੀਂ ਅੱਗੇ ਵੀ ਆਉਂਦੇ ਰਹਾਂਗੇ ਜੀ। ਹੋਰ ਗੱਲਾਂ ਬਹੁਤ ਨੇ ਜੀ ਗੁਲ ਸਾਹਿਬ ਕਰਨ ਵਾਲੀਆਂ, ਕਿਉਂਕਿ ਇੱਕ ਪ੍ਰੋਗਰਾਮ 'ਚ ਸਾਰੀਆਂ ਗੱਲਾਂ ਸਮਾਉਣਾ ਬਹੁਤ ਔਖਾ ਹੈ ਜੀ। ਪਰ ਹਾਂ, ਆਪਣੇ ਵੱਲੋਂ ਅਸੀਂ ਮੁਹਿੰਮ ਜਾਰੀ ਰੱਖਾਂਗੇ ਜੀ। ਅਸੀਂ ਨਾ ਜੀ ਉਹਦਾ ਉਹ ਨਹੀਂ ਹੁੰਦੇ, ਨਮੋਸ਼ ਨਹੀਂ ਹੁੰਦੇ ਬਈ ਕੰਮ ਨਹੀਂ ਹੋਇਆ। ਅਸੀਂ ਆਪਣੇ ਵੱਲੋਂ ਉਦਮ ਕਰੀ ਜਾਣਾ ਜੀ। ਕੰਮ ਕਰਨਾ ਨਾ ਕਰਨਾ ਉਹ ਉਹਨਾਂ ਦੀ ਮਰਜ਼ੀ ਆ, ਪਰ ਕੰਮ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਉਹਨਾਂ ਨੂੰ ਕੰਮ ਕਰਨਾ ਹੀ ਪੈਣਾ ਹੈ। ਪਹਿਲਾਂ ਤਾਂ ਉਹ ਜੀ ਐਕਨੋਲੇਜ ਹੀ ਨਹੀਂ ਸੀ ਕਰਦੇ ਸਾਡੀ ਪ੍ਰੋਬਲਮ, ਹੁਣ ਐਟਲੀਸਟ ਐਕਨੋਲੇਜ ਕਰਦੇ ਤੇ ਉਹਤੇ ਅਮਲ ਵੀ ਹੋ ਰਿਹਾ ਹੈ, ਭਾਵੇਂ ਉਹਦੀ ਪੇਸ ਥੋੜੀ ਸਲੋ ਹੈ ਜੀ। ਨੰਬਰ ਅਖੀਰ 'ਚ ਫੋਨ ਨੰਬਰ ਦਿਓ ਦੋਨੇ। ਸਾਡੇ ਨੰਬਰ ਹੈਗਾ ਜੀ, ਮਨੋਜ ਦਾ ਨੰਬਰ ਹੈਗਾ 604 832 2223, ਦੈਟ 604 832 2223, ਤੇ ਮੇਰਾ ਨੰਬਰ ਹੈਗਾ ਜੀ 604 825 1293 604 825 1293। ਤੇ ਸਾਡੀ ਦਰਖਾਸਤ ਹੈ ਹਰ ਇੱਕ ਟਰੱਕਰ ਵੀਰ ਨੂੰ, ਜੇ ਤੁਹਾਡੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਸਾਡੇ ਤਾਈਂ ਪਹੁੰਚਾਓ, ਲਿਖਤ 'ਚ ਈਮੇਲ ਕਰਕੇ, ਸਾਡੀ ਵੈਬਸਾਈਟ ਵਿਜ਼ਿਟ ਕਰਕੇ, ਜਿਹੜੀ ਮਨੋਜ ਜੀ ਨੇ ਦੱਸੀ www.wc-ta.ca, ਉਹਦੇ ਰਾਹੀਂ। ਔਰ ਇਹ ਵੈਬਸਾਈਟ ਨੂੰ ਵਿਜ਼ਿਟ ਕਰੋ, ਐਕਸਪਲੋਰ ਕਰੋ। ਇਹਦੇ 'ਚ ਟਰੱਕਰਸ ਲਈ ਬਹੁਤ ਚੀਜ਼ਾਂ ਅਸੀਂ ਐਡ ਕੀਤੀਆਂ ਹੋਈਆਂ ਨੇ ਜੀ। ਤੇ ਜੇ ਤੁਸੀਂ ਇਹਨੂੰ ਵਿਜ਼ਿਟ ਕਰਦੇ ਹੋ, ਸਾਨੂੰ ਪ੍ਰੋਬਲਮ ਪਹੁੰਚਾਉਂਦੇ ਹੋ, ਅਸੀਂ ਪ੍ਰੋਮਿਸ ਕਰਦੇ ਹਾਂ ਵੀ ਅਸੀਂ ਆਪਣੇ ਵੱਲੋਂ ਕੋਈ ਘਾਟ ਨਹੀਂ ਰੱਖਾਂਗੇ ਇਹ ਪ੍ਰੋਬਲਮਸ ਨੂੰ ਅੱਗੇ ਗਵਰਨਮੈਂਟ ਤੱਕ ਪਹੁੰਚਾਉਣ ਲਈ। ਟੈਂਟੇਟਿਵਲੀ ਕਿੰਨੇ ਕੁ ਵੈਸਟ ਕੋਸਟ ਦੇ ਟਰੱਕਰਸ ਨੇ ਟੋਟਲ, ਤੇ ਮੈਂਬਰਸ਼ਿਪ ਕਿੰਨੀ ਕੁ ਹੋਈ ਹੁਣ ਤੱਕ ਤੁਹਾਡੀ? ਸਾਡੀ ਮੈਂਬਰਸ਼ਿਪ ਜੀ ਅਰਾਊਂਡ 500 ਤੋਂ 550 ਦੇ ਵਿੱਚ ਹੈਗੀ ਹੈ, ਤੇ ਇਹ 2 ਸਾਲਾਂ ਦੇ ਵਿੱਚ ਹੈ। ਬਹੁਤ ਵਧੀਆ। 500 ਸਮਥਿੰਗ ਬਿਟਵੀਨ ਦਾ, ਇਹਦਾ ਐਗਜ਼ੈਕਟ ਨੰਬਰ ਸਾਡੇ ਹਰਮੀਤ ਬਾਈ ਜੀ ਨੇ। ਬਹੁਤ ਵਧੀਆ। ਤੇ ਉਹ ਹਾਂਜੀ, ਥੈਂਕ ਯੂ। ਮੈਂ ਤਾਂ 200 ਸੋਚਦਾ ਸੀ, ਨਹੀਂ ਜੀ, ਹਲੇ ਵੀ ਬਹੁਤ ਵੱਡੀ ਹੈ। ਤੇ ਟੈਂਟੇਟਿਵਲੀ ਟਰੱਕ ਕਿੰਨੇ ਨੇ ਜਿੰਨੇ ਕ ਆਪਣੇ ਭਾਈਚਾਰੇ? ਜੇ ਆਪਾਂ ਗੱਲ ਕਰੀਏ ਜੀ, ਮੈਂ ਅੱਜ ਤੋਂ 2 ਸਾਲ ਪਹਿਲਾਂ ਕੋਕਾ ਹਾਲਾ ਤੇ ਮਨੋਜ ਤੇ ਮੈਂ ਜਦੋਂ ਇੰਟਰਵਿਊ ਕਰਨ ਗਏ ਜੀ, ਉਹਨਾਂ ਨੂੰ ਦੱਸਣ ਗਏ ਸਾਡੀਆਂ ਪ੍ਰੋਬਲਮ ਹੈ ਜੀ, ਤਾਂ ਉਹ ਦੱਸਦੇ ਸੀ ਕਰੀਬਨ 3500 ਤੋਂ 3800 ਟਰੱਕ ਇੱਕ ਦਿਨ 'ਚ ਕੋਕਾ ਹਾਲਾ ਤੋਂ ਨਿਕਲਦਾ ਜੀ। ਤਾਂ ਟਰੱਕਰ ਤਾਂ ਬਹੁਤ ਹੈ ਜੀ, ਅਸੀਂ 10% ਵੀ ਹੈ ਨਹੀਂ ਜੀ। ਐਸੋਸੀਏਸ਼ਨ ਵੱਡੀ ਹੋ ਜਵੇ ਜੀ ਤਾਂ ਬਹੁਤ ਵੱਡਾ ਕੰਮ ਹੋ ਸਕਦਾ। ਐਬਸੋਲੂਟਲੀ। ਅਸੀਂ ਤਾਂ ਹੀ ਰਿਕੁਐਸਟ ਕਰਦੇ ਹਾਂ ਜੀ ਸਾਰੇ ਰੇਸਿਸ ਦੇ ਟਰੱਕਰਸ ਨੂੰ। ਅਸੀਂ ਟਰੱਕਰ ਹੈ ਜੀ, ਅਸੀਂ ਟਰੱਕਰਸ ਹਾਂ। ਅਸੀਂ ਕੋਈ ਆਏ ਨਹੀਂ ਕਹਿੰਦੇ ਵੀ ਇਹ ਫਲੈਟ ਬੈੱਡ ਵਾਲਾ ਹੈ, ਇਹ ਫਲਾਨਾ ਹੈ, ਇਹ ਗਾਈਆਂ ਢਾਉਂਦਾ, ਇਹ ਕਾਰਾਂ ਢਾਉਂਦਾ। ਅਸੀਂ ਸਾਰੇ ਟਰੱਕਰ ਹਾਂ। ਸਾਡੇ ਕੋਲ ਸਾਰਿਆਂ ਕੋਲ ਕਲਾਸ 1 ਲਾਇਸੈਂਸ ਹੈ। ਕੱਲ ਨੂੰ ਹੋ ਸਕਦਾ ਮੈਂ ਕੰਟੇਨਰ ਚਲਾਉਣ ਲੱਗ ਜਾਵਾਂ ਜੀ, ਹੋ ਸਕਦਾ ਮੈਂ ਫਲੈਟ ਬੈੱਡ ਤੇ ਚਲੇ ਜਾਵਾਂ। ਇਸ ਕਰਕੇ ਸਾਨੂੰ ਅਸੀਂ ਸਾਰੇ ਟਰੱਕਰਸ ਦੀ ਐਸੋਸੀਏਸ਼ਨ ਕਰਦੇ ਹਾਂ, ਤੇ ਉਹਨਾਂ ਨੂੰ ਸਭ ਨੂੰ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਆਓ, ਇਕਜੁੱਟ ਹੋਈਏ, ਇਕੱਠੇ ਹੋਈਏ, ਤਾਂ ਹੀ ਕੋਈ ਆਪਣੀ ਸਰਕਾਰ ਦੇ ਬਾਰੇ ਗੱਲ ਸੁਣੀ ਜਾਣੀ ਹੈ। ਤੇ ਇਹ ਜਿਹੜੀ ਆਪਾਂ ਡਬਲ ਹਾਈਵੇ ਦਾ ਸੁਪਨਾ ਸੋਚ ਰਹੇ ਹਾਂ, ਇਹ ਬਣਨਾ ਤਾਂ ਹੀ ਹੈ ਜੀ ਜੇ ਅਸੀਂ ਇਕੱਠੇ ਹੋਣਾ। ਅਗਲੀ ਸੈਗਮੈਂਟ ਆਪਾਂ ਛੇਤੀ ਕਰਾਂਗੇ, ਇੱਥੋਂ ਹੀ ਆਪਾਂ ਅੱਗੇ ਤੋਰਾਂਗੇ। ਸੁਨੇਹਾ ਦਿੰਦੇ ਰਿਹਾ ਕਰੋ, ਇਨ ਟੱਚ ਰਹੋ। ਤੁਸੀਂ ਜਦ ਆਉਣਾ ਜਦ ਵੀ ਮੋਸਟ ਵੈਲਕਮ ਹੈ, ਨਹੀਂ ਆਉਣਾ ਕਦੇ ਤੁਸੀਂ ਬਿਜ਼ੀ ਹੋ, ਕੋਈ ਸੁਨੇਹਾ ਮੇਰੇ ਤੱਕ ਪਹੁੰਚਦਾ ਕਰੋ, ਮੈਂ ਪਾਸ ਆਨ ਕਰਾਂਗਾ। ਧੰਨਵਾਦ ਬਹੁਤ ਬਹੁਤ ਤੁਹਾਡੇ ਉਦਮ ਲਈ। ਧੰਨਵਾਦ ਤੁਹਾਡਾ ਗਿੱਲ ਸਾਹਿਬ, ਮੈਨੇਜਮੈਂਟ ਦਾ ਤੇ ਸਾਰੇ ਲਿਸਨਰ ਦਾ। ਥੈਂਕ ਯੂ ਵੈਰੀ ਮਚ। ਧੰਨਵਾਦ ਮਨੋਜ ਜੀ, ਧੰਨਵਾਦ ਬਹੁਤ। ਥੈਂਕ ਯੂ ਤੁਹਾਡਾ ਤੇ ਸ਼ੇਰੇ ਪੰਜਾਬ ਦੇ ਮੰਚ ਦਾ ਜੀ, ਇਹ ਸਟੇਜ ਦਾ, ਜਿਨ੍ਹਾਂ ਨੇ ਸਾਨੂੰ ਬੁਲਾ ਕੇ ਟਾਈਮ ਦਿੱਤਾ ਤੇ ਸਾਰੇ ਟਰੱਕਰਸ ਤੱਕ ਸਾਡੀ ਆਵਾਜ਼ ਪਹੁੰਚਾਈ, ਆਮ ਪਬਲਿਕ ਤੱਕ। ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਂਝਾ ਕੰਮ ਕਰਨਾ ਬਹੁਤ ਔਖਾ ਹੈ। ਆਪਣੀ ਨੀਂਦ ਛੱਡ ਕੇ, ਆਪਣੇ ਜਵਾਕਾਂ ਦਾ ਸਮਾਂ ਛੱਡ ਕੇ, ਦਿਹਾੜੀ ਲਾ ਕੇ ਫੇਰ ਵੀ ਸਾਂਝੇ ਕੰਮ 'ਚ ਤੁਰਨਾ। 550 ਦੇ ਕਰੀਬ ਮੈਂਬਰ ਨੇ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਦੇ। ਬੇਨਤੀ ਕਰਦਾ ਮੈਂ, ਜਿੰਨੇ ਮੇਰੇ ਸੁਣਨ ਵਾਲੇ ਨੇ ਆਪਣੇ ਪ੍ਰੋਗਰਾਮ, ਇਸ ਐਸੋਸੀਏਸ਼ਨ ਦੇ ਮੈਂਬਰ ਬਣੋ, ਫਿਰ ਮੁਸ਼ਕਲਾਂ ਤੁਸੀਂ ਹੱਲ ਕਰ ਸਕਦੇ ਹੋ। ਜੇ 2,500-3 ਹਜ਼ਾਰ ਤੁਸੀਂ ਮੈਂਬਰ ਬਣ ਜਾਓ, ਟਰੱਕ ਤਾਂ ਬਹੁਤ ਹੈ, ਤੇ 3000 ਦਾ ਇਕੱਠ ਹੋ ਜਾਵੇ ਇੱਕ ਬੈਂਕਟ ਹਾਲ ਦੇ ਵਿੱਚ, ਤੇ ਤੁਸੀਂ ਦੱਸਦੇ ਹੋਗੇ ਜਿਹੜੇ ਤੁਹਾਡੇ ਪੋਲੀਟੀਕਲ ਬੰਦੇ ਨੇ, ਜੇ ਨਾ ਗੇੜਾ ਦੇ ਕੇ ਆਉਣ ਤੁਹਾਡੇ ਕੋਲ ਤਾਂ ਕਹਿ ਦਿਓ, ਕਿਉਂਕਿ ਰਾਜਨੀਤਿਕ ਨੇ ਰਾਜਨੀਤੀ ਕਰਨੀ ਹੈ। ਉਹਨੇ ਰਾਜਨੀਤੀ ਦੇ ਲਈ ਵੋਟਾਂ ਗਿਣਨੀਆਂ ਨੇ। 2500 ਫੈਮਿਲੀ ਹੈਡ, 4 ਬੰਦਿਆਂ ਦੀ ਫੈਮਿਲੀ 10,000 ਵੋਟ ਹੈ।
ਵੋਟ 10,000 ਦਾ ਮਤਲਬ ਇਹ ਆ ਵੀ 10 ਦੇ ਕਰੀਬ ਆਪਣੇ ਘੱਟੋ ਘੱਟ 3-4 MP ਤੇ 3-4 MLA ਬਣਾਉਣ ਦੇ ਤੁਸੀਂ ਕਾਬਲ ਹੋ, ਤੇ ਸੁਣਨਗੇ ਆ ਕੇ ਤੁਹਾਨੂੰ। ਸੋ ਆਉਣ ਵਾਲੇ ਦਿਨਾਂ 'ਚ ਫਿਰ ਸੁਨੇਹਾ ਦੇਵਾਂਗੇ। ਬਹੁਤ ਵਸੋਂ ਹੈ ਕੈਨੇਡਾ ਦੇ ਵਿੱਚ ਹੁਣ। ਜਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀ ਤਾਂ ਕਾਮਾਗਾਟਾ ਮਾਰੂ ਕਹਿੰਦੇ ਮੋੜ ਨਹੀਂ ਤੁਸੀਂ ਸਕਦੇ ਸਾਡੇ ਹੁੰਦੇ ਆ, ਲਿਆ ਲਿਖਾਓ ਪਟਾ ਸਾਡੇ ਨਾਂ। 10-15 ਸੈਂਟ ਹੋਣਾ ਘੰਟੇ ਦੇ ਮੈਨੂੰ ਲੱਗਦਾ ਮਿਲਦੇ, ਪਰ ਇਕੱਠੇ ਇਉਂ ਹੋ ਜਾਂਦੇ ਜਦ ਸੁਨੇਹਾ ਮਿਲਦਾ। ਹੁਣ 10 ਲੱਖ ਦੇ ਕਰੀਬ ਆ ਮੈਨੂੰ ਲੱਗਦਾ ਸਾਰੇ ਕੈਨੇਡਾ 'ਚ। ਹੁਣ ਨਿੱਤ ਸ਼ਮਕਾਂ ਖਾਨੇ ਆ, 5 ਉੱਥੇ ਖੜੇ ਨੇ, 5 ਉੱਥੇ ਖੜੇ ਨੇ, 5 ਉੱਥੇ ਖੜੇ ਨੇ। ਉਹ ਕਹਿੰਦਾ ਵਧੀਆ ਇਹਦੇ ਪੈਣ ਦੇ, ਦੂਜਾ ਕਹਿੰਦਾ ਨਹੀਂ ਨਹੀਂ ਇਹਦੇ ਨਹੀਂ ਦੂਜਿਆਂ ਦੇ ਪੈਣ ਦੇ। ਇਲਾਕੇ 'ਚ ਵੰਡ ਲਿਆ, ਇਲਾਕੇ ਤੋਂ ਬਾਅਦ ਫਿਰ ਕਿਹੋ ਜਿਹਾ ਦਿਖਦਾ ਬਾਹਰੋਂ ਉਹਦੇ 'ਚ ਵੰਡ ਲਿਆ। ਚਲੋ ਸ਼ੁਕਰ ਆ ਮੋਡਰੇਟ ਤੇ ਫੰਡਾਮੈਂਟਲਿਸਟ ਦੇ ਤਾਂ ਵਿੱਚੋਂ ਤਾਂ ਬਾਹਰ ਨਿਕਲ ਗਏ, ਟਿਕ ਗਿਆ ਕੰਮ। ਹੁਣ ਆਪਣੇ ਆਪਣੇ ਗੁਰਦੁਆਰੇ ਬਣਾ ਲਏ ਤੇ ਹੁਣ ਗੱਲ ਨਹੀਂ ਇੱਕ ਦੂਜੇ ਦੀ ਕਰਦੇ, ਕਿਉਂਕਿ ਚਲਾਉਣੇ ਵੀ ਨੇ, ਉਹ ਖਰਚਾ ਬਹੁਤ 4-4 ਮਿਲੀਅਨ ਦੀ 5-5 ਮਿਲੀਅਨ ਦੀ ਮੌਰਗੇਜ ਚੱਕੀ ਹੋਈ ਆ। ਹੁਣ ਜਮਾ ਹੀ ਨਹੀਂ ਗੱਲ ਕਰਦੇ ਉੱਪਰ ਥੱਲੇ ਬਹਿਣ ਦੀ, ਚੁੱਪੇ ਕਰ ਗਏ। ਪਹਿਲਾਂ ਕਹਿੰਦੇ ਸੀ ਰਿਸ਼ਤੇ ਨਹੀਂ ਕਰਨੇ ਇੱਕ ਦੂਜੇ ਦੇ, ਚਲੋ ਉਹਦੇ 'ਚੋਂ ਤਾਂ ਨਿਕਲ ਗਏ। ਹੁਣ ਨਵੀਨਵਾਦੀ ਤੇ ਪੁਰਾਤਨ ਉਹਦੇ 'ਚੋਂ ਵੀ ਨਿਕਲ ਗਏ। ਅੱਛਾ ਮੀਡੀਆ ਵੀ ਕਹਿਣੋਂ ਹਟ ਗਿਆ ਤੇ ਬਈ ਇਹ ਮੋਡਰੇਟ ਨੇ, ਫੰਡਾਮੈਂਟਲਿਸਟ ਨੇ, 10-12 ਸਾਲ ਲਾ ਲਏ। ਜਦ ਉੱਪਰ ਥੱਲੇ ਬਹਿਣ ਵਾਲੀ ਕਹਿੰਦੇ ਗੱਲ ਜੇ ਚੱਲੀ, ਇੱਕ ਵਫਦ ਆਇਆ। ਇਹ ਗੱਲ ਮੈਂ 99 ਦੀ ਗੱਲ ਕਰਦਾ, ਮੈਨੂੰ ਲੱਗਦਾ ਨਾਲ ਦੇ ਸ਼ਹਿਰ ਬੈਲਿੰਗਹੈਮ ਦੇ ਵਿੱਚ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਇਆ ਤੇ ਉਹਨੂੰ ਨਵੀਨਵਾਦੀ ਮਿਲਣ ਗਏ। ਫਿਰ ਨਵੀਨਵਾਦੀ ਦੂਜੇ ਦਿਨ ਥਾਪੀਆਂ ਮਾਰਨ। ਮੈਂ ਕਿਹਾ ਗੱਲ ਕੀ ਹੋ ਗਈ, ਬੇਸਮੈਂਟ 'ਚ ਰਹਿੰਦੇ। ਮੈਂ ਅੰਕਲ ਗੱਲ ਕੀ ਹੋ ਗਈ? ਕਹਿੰਦਾ ਬਸ ਹੁਣ ਲੜਾਈ ਛਿੜਨੀ ਆ ਇੱਥੇ ਸਾਡੀ ਧਰਮੀਆਂ ਦੇ ਨਾਲ, ਤੇ ਅਸੀਂ ਰੱਬ ਨੂੰ ਨਾ ਮੰਨਣ ਵਾਲੇ ਨਹੀਂ ਹੈ, ਤੇ ਹੁਣ ਸਾਡੀ ਖੜਕੂ। ਉਹ ਪਤਾ ਨਹੀਂ ਸੀ ਜਾਂ ਨਵੇਂ ਆਏ ਸੀ, ਤੇ ਪਤਾ ਜਦੇ ਲੱਗਿਆ ਫਿਰ ਬਈ ਨਹੀਂ ਰੌਲਾ ਕਿੱਥੇ ਪਿਆ। ਹੁਣ ਟਿਕ ਗਈ ਕਹਾਣੀ। ਹੁਣ ਤਾਂ ਨਹੀਂ ਕਰਦੇ, ਕਹਿੰਦੇ ਜੇ ਇਹ ਗੱਲ ਤੋਰੀ ਤਾਂ ਮੌਰਗੇਜ ਕਿੱਥੋਂ ਦੇਣੀ ਹੈ। ਪਰ ਹੁਣ ਇਲਾਕਾ ਰਹਿ ਗਿਆ, ਇਲਾਕੇ ਤੋਂ ਬਾਹਰ ਮੈਨੂੰ ਲੱਗਦਾ ਆ ਜਾਾਂਗੇ ਛੇਤੀ ਛੇਤੀ। ਵਿਆਹ ਇੱਧਰ ਉੱਧਰ ਹੋਣ ਲੱਗ ਗਏ। ਕਈ ਤਾਂ ਇਹ ਕਹਿੰਦੇ ਸੀ ਜੇ ਫਲਾਣੇ ਇਲਾਕੇ 'ਚ ਵਿਆਹ ਹੋ ਗਿਆ ਮੈਂ ਤਾਂ ਜੰਨ ਨਹੀਂ ਚੜ੍ਹਨਾ ਕੁੜੀ ਤੇ ਮੁੰਡੇ ਦੀ। ਹੁਣ ਜੱਫੀਆਂ ਕੁੜਮਾਂ ਨੂੰ ਠਾਹ ਪਾਉਂਦੇ ਆ। ਤੇ ਇਹ ਮਨ ਦੇ ਵਿੱਚ ਪਾਪ ਲਈ ਅਸੀਂ ਤੁਰੇ ਫਿਰਦੇ ਹਾਂ, ਗੁਰੂ ਦੀ ਹਜ਼ੂਰੀ 'ਚ ਜਾ ਕੇ ਹੱਥ ਜੋੜਦੇ ਹਾਂ, ਜੁੱਤੀਆਂ ਪਾਉਂਦੇ ਹੀ ਫਿਰ ਅਸੀਂ ਇਲਾਕੇ ਵਾਲੇ ਹੋ ਜਾਂਦੇ ਹਾਂ। ਇਲਾਕਾ ਨਹੀਂ ਹੈ। 84 ਦੇ ਵਿੱਚ ਇਲਾਕਾ ਨਵੰਬਰ 'ਚ ਕੋਈ ਨਹੀਂ ਸੀ ਹੈਗਾ। ਉਹਨਾਂ ਨੂੰ ਜਿਹੜੇ ਦੰਗਈ ਸੀ ਉਹਨਾਂ ਨੇ ਐ ਨਹੀਂ ਸੀ ਦੇਖਿਆ ਵੀ ਇਲਾਕਾ ਤੇਰਾ ਕਿਹੜਾ, ਤੇ ਨਾ ਹੀ ਸਿਰ ਤੇ ਸਾਰਿਆਂ ਦੇ ਪੱਗਾਂ ਤੇ ਦਾੜੀਆਂ ਸੀ। ਪਰ ਉਹਨਾਂ ਨੂੰ ਪਤਾ ਸੀ ਰੰਗ ਭੂਰਾ ਖਸਲਤ ਇਹ ਆ ਤੇ ਕੜਾ ਪਾਇਆ ਹੋਇਆ ਆ ਜਾ। ਅਗਲਿਆਂ ਨੇ ਕੌਲਿਆਂ ਦੇ ਉੱਪਰ ਮਾਰਕ ਕਰਤਾ ਸੀ। ਕਈ ਮੈਂ ਪੜ੍ਹੇ ਲਿਖੇ ਬੰਦਿਆਂ ਨੂੰ ਬੋਲਦੇ ਸੁਣਦਾ ਉਹਨਾਂ ਰੇਡੀਓ ਤੇ, ਉਹ ਧਰਮ ਦੀ ਗੱਲ ਕਰਦੇ ਆ ਵੀ ਨਹੀਂ ਇਹ ਦੂਜੇ ਧਰਮ ਨੂੰ ਕਹਿੰਦੇ ਆ। ਦੂਜੇ ਧਰਮ ਨੂੰ ਸਿੱਖ ਨੇ ਕਦੇ ਨਹੀਂ ਕਿਹਾ ਕਿ ਸਾਡਾ ਜਿਹੜਾ ਸਾਡੇ ਖਿਲਾਫ ਹਿੰਦੂ ਧਰਮ ਹੈ। ਇਹ ਤਾਂ ਤੁਹਾਨੂੰ ਲੱਗਦਾ, ਤੇ ਜਿਨ੍ਹਾਂ ਨੇ ਫਲਾਉਣੀਆਂ ਗੱਲਾਂ ਉਹ ਦੰਗਾ ਕਰਨ ਵਾਲੇ ਦੰਗੇ ਵੀ ਨਹੀਂ ਸੀ, ਉਹ ਕਤਲੇਆਮ ਸੀ। ਕਤਲੇਆਮ ਵਾਲੀ ਮਸ਼ੀਨ ਤੇ ਚੜ੍ਹੇ ਹੋਏ ਸੀ ਤੇ ਉਹਨਾਂ ਦੇ ਪਿੱਛੇ ਉਹਦੇ ਪਿੱਛੇ ਜਿਹੜੀ ਸੋਚ ਸੀ, ਕਾਂਗਰਸ ਨੂੰ ਵੀ ਫਸਾਉਣ ਦਾ ਯਤਨ ਨਹੀਂ ਕੀਤਾ ਜਾਂਦਾ। ਇੱਕ ਸੋਚ ਜਿਹੜੀ ਡੀਪ ਸਟੇਟ ਦੀ ਆ, ਗੱਲ ਉਹਦੀ ਕਰੋ। ਕਾਂਗਰਸ ਨੂੰ ਕੱਲੀ ਨੂੰ ਕਹਿ ਕੇ ਹੁਣਦਿਆਂ ਨੂੰ ਤੁਸੀਂ ਬਰੀ ਕਰ ਦਿਓਗੇ, ਇਸ ਤਰ੍ਹਾਂ ਨਹੀਂ ਹੈ। ਸਰਕਾਰ ਕੋਈ ਵੀ ਹੋਵੇ, ਸਰਕਾਰ ਨੇ ਆਪਣਾ ਪਕੜ ਆਪਣੀ ਰੱਖਣੀ, ਉਹਨਾਂ ਨੇ ਉਹਨੂੰ ਚਲਾਉਣਾ ਸਰਕਾਰ ਨੂੰ। ਇਹ 'ਚ ਦੂਜੀ ਗੱਲੇ ਕੋਈ ਨਹੀਂ ਹੈ। ਤੁਸੀਂ ਉਹ ਤਾਂ ਉੱਥੇ ਦੀ ਗੱਲ, ਇੱਥੇ ਵਾਲੀ ਗੱਲ ਤੁਸੀਂ ਸਰਕਾਰ ਦੇ ਵਿੱਚ ਪਾਰਟੀ ਦੇ ਕੌਕਸ 'ਚ ਰਹਿੰਦਾ ਹੋਇਆ ਜਾਂ ਤਾਂ MP MLA ਬੋਲ ਕੇ ਦਿਖਾਵੇ ਭਾਈਚਾਰੇ ਲਈ, ਨਹੀਂ ਬੋਲ ਸਕਦਾ। ਪਾਰਟੀ ਵਿਪਕ ਦੀ ਸ਼ਮਕ ਹੈ ਕੋਲ, ਪਹਿਲਾਂ ਅਪਰੂਵ ਕਰਾਉਣਾ ਪੈਂਦਾ ਵੀ ਅੱਜ ਮੈਂ ਉਚਾਰਨ ਕਰਨਾ ਹੈ ਅੰਦਰ। ਉਹ ਕਹਿੰਦਾ ਅੱਛਾ ਦੱਸ ਕੀ ਬੋਲੇਗਾ, ਇੱਥੇ ਕਰ ਲਿਓ 980 ਤੇ ਫੋਨ, ਅੰਗਰੇਜ਼ੀ ਦਾ ਰੇਡੀਓ ਹੈ ਜਿਹੜਾ, ਉੱਥੇ ਤੁਸੀਂ ਟਾਕ ਸ਼ੋਅ ਤੇ ਫੋਨ ਕਰਿਓ। ਉਹ ਕਹਿੰਦੇ ਹਾਂ ਦੱਸ ਕੀ ਬੋਲਣਾ। ਜੇ ਉਹਨੂੰ ਲੱਗੇ ਵੀ ਇਹ ਸੂਤ ਨਹੀਂ ਬੋਲਣਾ, ਨਹੀਂ ਕਹਿੰਦੇ ਇਹ ਗੱਲ ਹੋ ਗਈ, ਐ ਕਹਿ ਕੇ ਤੇਰਾ ਫੋਨ ਕੱਟ ਕੇ ਉਹ ਮਾਰਦੇ ਅਗਲੇ। ਪਹਿਲਾਂ ਪੁੱਛਦੇ ਆ ਵਟ ਯੂ ਗੋਇੰ ਟੂ ਸੇ,
ਜੇ ਆਪਾਂ ਨੂੰ ਪਤਾ ਵੀ ਇਜ਼ ਮੀ ਮੋਰ ਤੇ ਦਿਸ ਦੈਟ ਯੂ ਨੋ ਕਰਨ ਲੱਗ ਹੋ ਗਿਆ, ਨਹੀਂ ਇਹ ਗੱਲ ਹੋ ਗਈ ਆਲੇ ਦੁਆਲੇ। ਉਹ ਨਹੀਂ ਕਹਿੰਦੇ ਵੀ ਤੂੰ ਸੂਤ ਨਹੀਂ ਹੈ, ਉਹ ਕਹਿੰਦੇ ਗੱਲ ਹੋ ਗਈ ਆਲਰੇਡੀ। ਇਸ ਤਰ੍ਹਾਂ ਹੀ ਸਿਸਟਮ ਹੈ ਇੱਥੇ ਵੀ। ਜੇ ਤੁਸੀਂ ਕਹਿੰਦੇ ਬੋਲਣ ਨਹੀਂ ਦਿੰਦੇ, ਇੱਥੇ ਵਾਲਿਆਂ ਨੂੰ ਬੋਲਣ ਦਿੰਦੇ ਆ? ਨਹੀਂ, ਬੋਲਣ ਵਾਲੀ ਗੱਲ ਨਹੀਂ ਹੈ। ਇਹ ਤਾਂ ਜਾਲ ਤੋਂ ਜੇ ਪਰਾਂ ਹੋ ਕੇ ਬੋਲੋਗੇ ਤਾਂ ਹੀ ਬੋਲ ਸਕਦੇ ਹੋ। ਪਾਰਟੀ ਦੇ ਸਿਸਟਮ 'ਚ ਰਹਿ ਕੇ ਨਹੀਂ ਤੁਸੀਂ ਬੋਲ ਸਕਦੇ। ਹਾਂ, ਜਾਂ ਉਹ ਸਿਸਟਮ 'ਚ ਰਹਿ ਕੇ ਆਪਣਾ ਜ਼ੋਰ ਹੋਵੇ, ਵਜ਼ਨ ਹੋਵੇ। ਪਤਾ ਗੁਲਾਮੀ ਕਿੱਥੇ ਆ? ਗੁਲਾਮੀ ਇਹ ਹੈ ਵੀ ਜੇ ਮੈਂ ਮੰਗਾਂ ਦੀ ਗੱਲ ਕਰੂੰ, ਭਾਈਚਾਰੇ ਦੀ ਗੱਲ ਕਰੂੰ, ਭਾਈਚਾਰੇ ਦੇ ਦੁੱਖਾਂ ਦੀ ਗੱਲ ਕਰੂੰ, ਆਈਸੋਲੇਟ ਹੋ ਜਾਊਂਗਾ। ਆਈਸੋਲੇਟ ਨਹੀਂ ਹੁੰਦੇ। ਪਾਰਟੀ ਦੇ ਲੀਡਰ ਮੂਹਰੇ ਤੁਹਾਡੀ ਇੱਜ਼ਤ ਵਧੂ ਵੀ ਹਾਂ ਇਹ ਆਪਣੇ ਲੋਕਾਂ ਲਈ ਖੜਦਾ। ਇਹ ਕਰਨ ਦੀ ਲੋੜ ਹੈ। ਐਨੀਵੇਜ਼, ਇਹ ਜਿਹੜੀ ਹੈ ਇਕੱਠੇ ਹੋਵੋ। ਇਸ ਜਥੇਬੰਦੀ ਦਾ ਜਿਹੜੇ ਟਰੱਕਰ ਹੋ ਤੁਸੀਂ, ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਦਾ, ਜਿਹੜੇ ਹਾਈਵੇ ਦੇ ਟਰੱਕਰ ਹੋ, ਖਾਸ ਤੌਰ ਤੇ ਪੇਟ ਘਰੋੜੀ ਦਾ ਇੱਕੋ ਇੱਕ ਹਾਈਵੇ ਟਰਾਂਸ ਕੈਨੇਡਾ 1 ਜਿਹਨੂੰ ਕਹਿੰਦੇ ਨੇ, ਤੇ 3 ਲੇਨਾਂ ਨੇ, ਕਿਤੇ 2 ਲੇਨਾਂ ਨੇ। ਮੈਨੂੰ ਤਾਂ ਕਦੇ ਲੱਗਦਾ ਵੀ ਜੇ ਇਹਨਾਂ ਨੂੰ LA ਦੇ ਇੰਟਰਚੇਂਜ ਨਹੀਂ ਦਿਖਦੇ, ਕਿਤੇ ਇਹਨਾਂ ਨੂੰ ਪੋਰਟਲੈਂਡ ਦੇ ਵਿੱਚੋਂ ਨਿਕਲਦੀਆਂ ਸੜਕਾਂ ਨਹੀਂ ਦਿਖਦੀਆਂ, ਇਹਨਾਂ ਨੂੰ ਹਰ ਇੱਕ ਸ਼ਹਿਰ ਦੇ ਬਾਹਰ ਵੱਡੇ ਦੇ I-5 ਤੇ 05 ਨਾਲ ਜਿਹੜਾ ਬਾਈਪਾਸ ਨਹੀਂ ਇਹਨਾਂ ਨੂੰ ਦਿਖਦੇ, ਰਿੰਗ ਰੋਡਸ ਨਹੀਂ ਇਹਨਾਂ ਨੂੰ ਦਿਖਦੀਆਂ, ਇਹਨਾਂ ਨੂੰ 90-94 I-5 ਨਹੀਂ ਦਿਖਦੀ, 80 ਨਹੀਂ ਦਿਖਦੀ। ਨਹੀਂ, ਤੁਹਾਡੇ ਕੋਲ ਇੱਕੋ ਹੀ ਆ, ਉਹਨੂੰ ਤਾਂ ਬਣਾ ਲਓ। 500 ਮਿਲੀਅਨ ਯੂਕਰੇਨ ਨੂੰ ਤਾਂ ਦੇ ਰਿਹਾ। ਕੀ ਆਪਣਾ ਹਾਈਵੇ ਨਹੀਂ ਦਿਖਦਾ ਵੀ ਇਹਨੂੰ ਚੌੜਾ ਚੂੜਾ ਕਰ ਲਈਏ? ਇੱਥੋਂ ਜਿੱਥੋਂ ਰੋਟੀ ਸਾਡੇ ਚੱਲਦੀ ਆ ਸਾਰੇ ਘਰਾਂ 'ਚ, ਜੇ ਇਹ ਬੰਦ ਕਰ ਦੇਣ, ਹੁਣ ਤਾਂ $11-12 ਦਾ ਇੱਕ ਵਾਰ ਗੋਭੀ ਦਾ ਫੁੱਲ ਵਿਕ ਗਿਆ, ਫਿਰ $20 ਦਾ ਵਿਕੂ। ਇਹ ਤਾਂ ਹਲੇ ਫੇਰ ਵੀ ਚੱਲੀ ਜਾਂਦੇ ਆ ਕਿਉਂਕਿ ਯੂਨਿਟੀ ਹੈ ਨਹੀਂ। ਜੇ ਇੱਕ ਵਾਰ ਕਹਿ ਦੇਣ ਵੀ ਆ ਖੜੇ ਨੇ, ਉਹ ਜਾਂ ਲੈ ਆਓ ਜਿੱਥੋਂ ਲਿਆਉਣੀ ਆ ਦਾਲ ਛੋਲਿਆਂ ਦੀ, ਕੀ ਰਿੰਨੋਗੇ? ਜੇ ਤੁਸੀਂ ਕਹੋ ਨਾ ਵੀ ਇਕੱਲੇ ਟਰੱਕਰਸ ਹੀ ਇਹਦੇ ਨਾਲ ਅਫੈਕਟਡ ਨੇ, ਨਹੀਂ, ਅਸੀਂ ਵੀ ਅਫੈਕਟਡ ਆ। ਉਦਣੇ ਅਫੈਕਟਡ ਹੋ ਜਾਣਾ ਜਦ ਕੋਵਿਡ ਦੇ ਦੌਰਾਨ ਘਰੇ ਬੈਠੇ ਹੁਣ 2-2 ਹਜ਼ਾਰ ਆਉਂਦਾ ਹੀ ਕੰਮ ਛੱਡੀ ਬੈਠੇ ਸੀ। ਬਿਜ਼ਨਸ ਵਾਲਿਆਂ ਨੇ 60-60 ਹਜ਼ਾਰ ਲੈ ਲਿਆ, ਜਿਹਨਾਂ ਹੁਣ ਮੋੜਨਾ ਸਾਲ ਦਸੰਬਰ 'ਚ। ਹੁਣੇ ਕਹਿਣ ਲੱਗੇ ਸਾਡੇ ਕੋਲ ਤਾਂ ਹੈ ਨਹੀਂ, ਤੇ ਇਹ ਸਾਡੇ ਲਈ ਤੁਰੇ ਫਿਰਦੇ ਸੀ ਮੂੰਹ ਤੇ ਮਾਸਕ ਬੰਨੀ। ਕਿੱਥੋਂ ਆਉਂਦਾ ਸੀ ਰੋਟੀ ਦੁੱਧ ਪਾਣੀ? ਇਹਨਾਂ 'ਚ ਹੀ ਆਉਂਦਾ। ਪਰ ਜਿੱਦਣ ਇਹਨਾਂ ਨੂੰ ਅਸੀਂ ਇਹਨਾਂ ਨਾਲ ਖੜਨ ਦੀ ਲੋੜ ਹੈ, ਉਦਣ ਸਾਡੀ ਗੱਲ ਨਹੀਂ ਹੁੰਦੀ। ਪਹਿਲਾਂ ਤਾਂ ਤੁਸੀਂ ਇਕੱਠੇ ਹੋਵੋ। 500-400 ਮੈਂਬਰ ਨਹੀਂ, ਟਰੱਕ ਬਹੁਤ ਚੱਲਦੇ ਨੇ ਸਾਡੇ। ਇਕੱਠੇ ਹੋ ਜਾਓ ਇਸ ਫਾਊਂਡੇਸ਼ਨ, ਇਹਦੇ ਨਾਲ, ਐਸੋਸੀਏਸ਼ਨ ਨਾਲ ਇਕੱਠੇ ਹੋਵੋ, ਫਿਰ ਇਸ ਤੋਂ ਗੱਲ ਅੱਗੇ ਚੱਲੇ। ਪਹਿਲਾਂ ਇਕੱਠੇ ਹੋਵੋਗੇ ਤਾਂ ਤੁਹਾਨੂੰ ਸੁਣਨਗੇ ਜਦੋਂ ਹੀ ਉਹ। ਚਲੋ ਸੌਖਾ ਨਹੀਂ ਹੈ। ਕੰਟੇਨਰ ਟਰੱਕਰਸ ਐਸੋਸੀਏਸ਼ਨ UTA ਬਹੁਤ ਹੁਣ ਪਾਵਰਫੁਲ ਹੈ। ਲਿਖਣ ਪੜ੍ਹਨ ਵਾਲੇ ਬੰਦੇ ਨੇ, ਈਮੇਲਾਂ ਲਿਖਣ ਜੋਗੇ ਨੇ, ਕਰਨ ਵਾਲੇ ਨੇ, ਤੇ ਪਰ ਉਹਨਾਂ ਦੀ ਨੂੰ ਵੀ ਜਿਹੜੀ ਬਿਊਰੋਕ੍ਰੇਸੀ ਦੇ ਵਿੱਚ ਨਾ ਕਹਾਣੀਆਂ ਉੱਪਰ ਘੁੰਡੀਆਂ, ਜਿਨ੍ਹਾਂ ਨੇ ਦਸਤਖਤ ਕਰਨੇ ਨੇ ਤੁਹਾਡੇ ਇਹ ਕੰਮਾਂ ਤੇ, ਉਹ ਬਹੁਤ ਉੱਪਰ ਤੱਕ ਜੜ੍ਹਾਂ ਨੇ ਉਹਨਾਂ ਦੀਆਂ। ਤੇ ਪਰ ਇਕੱਠੇ ਹੋ ਜਾਊਗੀ ਕਮਿਊਨਿਟੀ ਤਾਂ ਕੁਝ ਕਰ ਸਕਦੀ ਹੈ। ਨਹੀਂ ਜਹਾਂ ਤੁਮ ਲਟਕੇ ਵਹਾਂ ਹਮ ਲਟਕੇ, ਫਿਰ ਇਹ ਤਾਂ ਗੱਲ ਪੱਕੀ ਹੋਈ ਹੈ। ਇਫੈਕਟ ਹੋਊਗਾ ਹਰ ਇੱਕ ਨੂੰ, ਅੱਜ ਹੋ ਜਾਵੇ, ਅਟਕ ਕੇ ਹੋ ਜਾਵੇ। ਕਮਿਊਨਿਟੀ ਦੇ ਤੌਰ ਤੇ ਐਸਟੈਬਲਿਸ਼ ਹੋਈ ਸੀ 100 ਸਾਲ ਪਹਿਲਾਂ, ਕਮਿਊਨਿਟੀ ਦੇ ਤੌਰ ਤੇ ਪੀਨਲਾਈਜ਼ ਹੋਵੋਗੇ, ਯਾਦ ਰੱਖਿਓ। ਅੱਗੇ ਚੱਲਦੇ ਹਾਂ ਜੀ। ਅੱਜ 에ਅਰ ਕੈਨੇਡਾ ਦੇ ਵਿਦੋਸ਼ੀਆਂ ਨੂੰ ਯਾਦ ਕਰਨਾ। ਇੱਕ ਕਾਲਰ ਲਾਈਨ ਮਾ ਪ੍ਰਦੀਪ ਸਿੰਘ ਜੀ, ਲਾਈਨ ਨੰਬਰ 1। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓਕੇ, ਹੁਣ ਤੁਸੀਂ ਗੱਲ ਕਰਦੇ ਹੋ ਇਕੱਠੇ ਹੋਣ ਦੀ, ਹੈਨਾ? ਤੁਸੀਂ ਕਿੱਦਾਂ ਕਹਿ ਸਕਦੇ ਇਕੱਠੇ ਕਦੇ ਹੋ ਹੀ ਨਹੀਂ ਸਕਦੇ ਵੀਰ ਜੀ। ਹੁਣ ਮੈਂ ਦੱਸਦਾ ਹੈਗਾ। ਹੁਣ ਤੁਸੀਂ ਮੇਰੀ ਗੱਲ ਸੁਣਿਓ। ਟਰੱਕਰ ਦੀ ਗੱਲ ਕਰਦੇ, ਟਰੱਕਰ ਇੱਕ ਦਿਨ ਜਾਮ ਕਰ ਦੇਣਾ ਚੱਕਾ, ਤੇ ਸਾਰਿਆਂ ਨੂੰ ਭੱਜਣਾ ਪੈਣਗੀਆਂ। ਸਾਰੀਆਂ ਚੀਜ਼ਾਂ ਨੂੰ ਮਹਿੰਗਾਈਆਂ ਹੋਏ, ਕਿਉਂਕਿ ਉਹਨਾਂ ਨੂੰ ਵੀ ਪਤਾ ਇਹਨਾਂ ਨੇ ਘਰ ਲੱਤੇ ਹੋਏ ਆ, ਮੌਰਗੇਜ ਇਹਨਾਂ ਦੀਆਂ ਮਤਲਬ ਕਿ ਟਰੱਕ ਚਲਾ ਕੇ ਚੱਲਦੇ ਹੈਗੇ ਆ, ਤੇ ਜੇ ਇਹਨਾਂ ਨੇ ਖੜਾ ਕਰਤਾ ਤਾਂ ਇਹ ਡੁੱਬਣਗੇ। ਹੁਣ ਦੂਜੀ ਗੱਲ ਸੁਣੋ ਮੇਰੀ, ਟੈਕਸੀ ਇੰਡਸਟਰੀ ਦੀ। ਟੈਕਸੀ ਇੰਡਸਟਰੀ ਤੋਂ ਮੈਂ ਗੱਲ ਸੁਣਾਉਣਾ ਹੈਗਾ। ਹੁਣ ਦੇਖੋ 에ਅਰਪੋਰਟ ਦੇ ਉੱਤੇ ਨਾ ਇਹਨਾਂ ਫੀਸ ਲਾਈ ਵੀ ਆ, ਬਹੁਤ ਵਾਰ ਦੱਸੀ ਆਪਾਂ। ਹਾਂਜੀ, ਤੁਸੀਂ ਕਸਟਮਰ ਚੱਕੋ ਤਾਂ ਪੈਸੇ ਕਾਹਦੇ ਪੈਸੇ ਦੇਣੇ ਕਸਟਮਰ ਦੇ ਭਾਜੀ? ਨਾਲੇ ਸਰਵਿਸ ਦਿੰਦੇ ਹੋ 에ਅਰਪੋਰਟ ਨੂੰ। ਜੇ ਇਹਨਾਂ ਨੂੰ ਕੀ ਕੀਤਾ, ਇਹਨਾਂ ਨੂੰ ਡਰਾਤਾ। 에ਅਰਪੋਰਟ ਦੀਆਂ ਟੈਕਸੀਆਂ ਨੂੰ ਡਰਾਤਾ, ਕਹਿੰਦੇ ਜੇ ਤੁਸੀਂ ਇੱਥੋਂ ਨਹੀਂ ਚੱਕਣੀ, ਸਾਡੇ ਕੋਲ ਜਿਮ ਪੈਟੀਸਨ ਹੈਗਾ, ਉਹ 200 ਗੱਡੀ, ਮੈਂ ਕਿਹਾ ਚਾਹੇ 500 ਗੱਡੀ ਖੜੀ ਕਰ ਦੇ, 1000 ਗੱਡੀ ਡਰਾਈਵਰ ਕਿੱਥੋਂ ਲਿਆਊਗਾ? ਡਰਾਈਵਰ ਵੀ ਤਾਂ ਹੋਣ ਚਾਹੀਦੇ ਨੇ ਚਲਾਉਣ ਵਾਸਤੇ।
ਜਿੰਨਾ ਚਿਰ ਇਹ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕੁਝ ਨਹੀਂ ਕਰ ਸਕਦੇ। ਅਸੀਂ ਤਾਂ ਕਹਿਣਾ ਬਈ ਇੱਕ ਚੀਜ਼ ਬੰਦ ਹੁੰਦੀ ਹੈ ਜਦ ਦੂਜੀ ਸ਼ੁਰੂ ਹੋ ਜਾਂਦੀ। ਮੈਂ ਇਹ ਵਿਸ਼ੇ ਤੇ ਗੱਲ ਨਹੀਂ ਜੀ ਕਰਨੀ, ਆਪਾਂ ਛੱਡੀਏ ਪਲੀਜ਼, ਇਹ ਫਿਰ ਕਿਸ ਦਿਨ ਕਰਾਂਗੇ। ਮੈਂ ਹੋਰ ਕੋਈ ਜ਼ਰੂਰੀ ਕੰਮ ਗੱਲ ਕਰਨਾ ਹੈ, ਸੁਨੇਹਾ ਦੇ ਦੇਣਾ ਮੈਂ। ਇਹ ਸਾਰੇ ਹੀ ਛੇੜੇ ਹੋਏ ਨੇ। ਇਹ ਕੋਈ ਵੀ ਕਮਿਊਨਿਟੀ ਦਾ ਇਹੋ ਜਿਹਾ ਇਸ਼ੂ ਨਹੀਂ ਜਿਹਨੂੰ ਨਹੀਂ ਵਿਚਾਰਿਆ ਇਸ ਮੰਚ ਤੋਂ। ਇਹ ਤਾਂ ਸਾਰੇ ਸੈੱਟ ਕੀਤੇ ਹੁੰਦੇ, ਤੁਰੇ ਆਉਂਦੇ ਨੂੰ ਸਵੇਰੇ ਇੱਕ ਨਵਾਂ ਦੱਸ ਦਿੰਦਾ, ਕੋਈ ਬ੍ਰਿਜ ਤੇ ਖੜੇ ਹੁੰਦੇ ਨਾਲੇ ਉਹਦੇ ਤੇ ਗੱਲ ਕਰ ਦਿੰਦੇ ਆ ਕੇ। ਲੱਗੇ ਹੋਏ ਆ ਦਿਨ ਰਾਤ, ਜਿੰਨਾ ਕਰ ਸਕਦੇ ਆ ਕਰਦੇ ਆ, ਪਰ ਹਰ ਜਗ੍ਹਾ ਹੀ ਗੁਲਾਮੀ ਹੈ। ਹੁਣ 에ਅਰਪੋਰਟ ਦੀ ਗੱਲ ਕਰਕੇ ਗਏ ਨੇ ਪ੍ਰਦੀਪ ਨੇ, ਨਾਲੇ ਦਾ ਦੋ ਸਰਵਿਸ ਚੱਕ ਕੇ ਟੈਚੀ ਕਰੋ ਜਮਾ, ਠੀਕ ਹੈ, ਲੈ ਕੇ ਜਾਉਂ ਘਰਾਂ 'ਚ ਛੱਡ ਕੇ ਆਉਂ ਦਿਨ ਰਾਤ। ਨਾਲੇ ਉਹ ਕਹਿੰਦੇ ਲਿਆਓ $5 ਦਿਓ, $3 ਦਿਓ, $3.5 ਦਿਓ। ਉਹ ਕੀ ਕਾਰਨ? ਉਹ ਕਹਿੰਦਾ ਤੁਸੀਂ ਸਾਡਾ ਪੈਸੇਂਜਰ ਲੱਗ ਜਾਣਾ, ਤੇ ਪੈਸੇਂਜਰ ਤੁਸੀਂ ਘਰੇ ਰੱਖ ਲਓ, ਨਹੀਂ ਲਿਜਾਂਦੇ ਰੱਖ ਲਓ, 에ਅਰਪੋਰਟ ਤੇ ਕਿੱਥੇ ਰੱਖੋਗੇ? 1 ਘੰਟਾ ਟੈਕਸੀ ਰੁਕ ਜੇ ਨਾ, 1 ਘੰਟਾ ਤੇ ਇਹਨਾਂ ਦੀਆਂ ਫਲਾਈਟਾਂ ਈਵਨਿੰਗ 'ਚ ਉਤਰਨ ਇਕੱਠੀਆਂ, ਇਹਨਾਂ ਨੂੰ ਪਤਾ ਲੱਗੂ ਵੀ ਬੰਦੇ ਖੜਾਉਣੇ ਕਿੱਥੇ ਨੇ। ਪਰ ਉਹ ਜਦੋਂ ਖੋਲੀ ਸੀ, ਇੱਕ ਵਾਰ ਸਟ੍ਰਾਈਕ ਹੋਈ ਸੀ, ਅੱਧੇ ਕਹਿੰਦੇ ਅਸੀਂ ਚੱਕਣਾ, ਅੱਧੇ ਕਹਿੰਦੇ ਅਸੀਂ ਰੱਖਣਾ। ਐਵੇਂ ਕੰਟੇਨਰ ਟਰੱਕਰ ਵਾਲਿਆਂ ਦੀ ਹੋਈ ਸੀ, ਉਹ ਕਹਿੰਦੇ ਨਾ ਅਸੀਂ ਤਾਂ ਯੂਨੀਅਨ ਵਾਲੇ ਸਾਨੂੰ, ਅਸੀਂ ਨਹੀਂ ਰੁਕਦੇ, ਅਸੀਂ ਤੁਹਾਡਾ ਪਾਰਟ ਹੀ ਨਹੀਂ, ਕਿਉਂਕਿ ਉਹਨਾਂ ਦੇ ਪੈਸੇ ਬਣ ਰਹੇ ਸੀ। ਤਾਂ ਇਹ ਬਹੁਤ ਕੁਝ ਹੈ। ਇਨ ਜਨਰਲ ਗੱਲ ਇਹੀ ਹੈ ਕਿ ਇਕੱਠੇ ਹੋ ਜਾਓ, ਇਕੱਠੇ ਹੋ ਕੇ ਕੁਛ ਲੈ ਗਿਰੋਗੇ। ਨਹੀਂ ਆਉਣ ਵਾਲਾ ਸੀਜ਼ਨ ਜਿਹੜਾ ਹੈ, ਆਉਣ ਵਾਲਾ ਸਮਾਂ ਜਿਹੜਾ ਹੈ, ਜਿੱਧਰ ਨੂੰ ਚੱਲਿਆ ਮਹਿੰਗਾਈ ਹੈ, ਮੈਨੂੰ ਲੱਗਦਾ 5-4 ਸਾਲਾਂ ਦੇ ਵਿੱਚ ਗੱਲ ਇਹ ਹੋ ਜਾਣੀ ਹੈ ਵੀ ਤੁਸੀਂ ਦਿਹਾੜੀ ਕਹਿੰਦੇ ਹੋ, ਇੱਥੇ 1 ਘੰਟਾ ਨਹੀਂ ਛੱਡ ਹੋਣਾ ਸਾਂਝੇ ਕੰਮ ਲਈ। ਜਕੜ ਇਹੋ ਜਿਹੀ ਪੈ ਜਾਣੀ ਹੈ ਤੇ ਸਾਂਝੇ ਕੰਮ ਲਈ ਤੁਰਨਾ ਬਹੁਤ ਔਖਾ, ਲੋਕਾਂ ਨੂੰ ਇਕੱਠੇ ਕਰਨਾ ਬਹੁਤ ਔਖਾ, ਲੋਕਾਂ ਨੂੰ ਸੁਣਨੀਆਂ ਬਹੁਤ ਔਖੀਆਂ ਨੇ, ਪਰ ਹਰ ਇੱਕ ਦਾ ਆਪਣਾ ਆਪਣਾ ਮਨ ਹੈ। ਵਾਪਸ ਆ ਕੇ ਜੀ 에ਅਰ ਇੰਡੀਆ ਦੇ ਉਹਨਾਂ 329 ਮੁਸਾਫਰਾਂ ਨੂੰ ਯਾਦ ਕਰਾਂਗੇ ਜਿਹੜੇ ਅੱਜ ਦੇ ਦਿਨ ਆਇਰਲੈਂਡ ਦੇ ਤੱਟ ਤੇ ਪੰਜਾਬ ਨੂੰ ਜਾਂਦੇ, ਭਾਰਤ ਨੂੰ ਜਾਂਦੇ, ਅੱਧ ਅਸਮਾਨੇ ਉਡਾ ਤੇ, ਜਿਨ੍ਹਾਂ ਨੂੰ ਸ਼ਾਰਕਾਂ ਖਾ ਗਈਆਂ। ਬਹੁਤ ਕਿਤਾਬਾਂ 에ਅਰ ਇੰਡੀਆ ਦੇ ਡਿਜ਼ਾਸਟਰ ਤੇ ਕਨਿਸ਼ਕਾ ਕਾਂਡ ਤੇ ਲਿਖੀਆਂ ਗਈਆਂ ਨੇ। ਇੱਕ ਕਿਤਾਬ ਜ਼ੁਹੇਰ ਕਸ਼ਮੀਰੀ ਉਹਨਾਂ ਦੀ ਆ, ਸੌਫਟ ਟਾਰਗੇਟ। ਉਹ ਕਿਤਾਬ ਦੇ ਪਿਛਲੇ ਸਾਲ ਵੀ ਆਪਾਂ ਇਹ ਤੇ ਸ਼ੋਅ ਕੀਤਾ ਸੀ। ਉਸ ਕਿਤਾਬ ਦੇ ਵਿੱਚ ਉਹ ਧਰਮ ਦੀ ਸ਼ੁਰੂਆਤ ਕਰਦਾ ਹੈ, ਗੁਰੂ ਸਾਹਿਬ ਬਾਰੇ ਜਾਣਕਾਰੀ ਦਿੰਦਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਦੱਸਦਾ ਜਿੱਥੋਂ ਸ਼ੁਰੂ ਕਰਦਾ ਹੈ, ਤੇ ਉਸ ਤੋਂ ਬਾਅਦ ਕਮਿਊਨਿਟੀ ਨੂੰ ਇੱਥੇ ਆ ਕੇ ਵਸਣ ਦੀਆਂ ਗੱਲਾਂ ਤੇ ਕਮਿਊਨਿਟੀ ਨਾਲ ਹੁੰਦੇ ਧੱਕੇ ਤੇ ਕਮਿਊਨਿਟੀ ਦੀ ਗੈਦਰਿੰਗ ਦੀ ਗੱਲ ਕਰਦਾ 1981 ਦੇ ਸਮੇਂ ਦੀ, ਜਿਹਦੇ 'ਚ ਸਰ ਕੁਲਦੀਪ ਸਿੰਘ ਸਮਰੇ ਉਹਨਾਂ ਦੀ ਗੱਲ ਉਹ ਆਪ ਪਾ ਕੇ ਉਹਨਾਂ ਨੇ ਦੱਸਿਆ ਸੀ। ਉਹ ਕਹਿੰਦੇ ਇਹ ਮੇਰੇ ਬਾਰੇ ਕੁਛ ਗਲਤ ਗੱਲ ਕਹਿ ਰਿਹਾ। ਉਹ ਕਹਿੰਦਾ ਮੈਂ ਤਾਂ ਕਮਿਊਨਿਟੀ ਦੇ ਐਕਟਿਵਿਸਟ ਦੇ ਤੌਰ ਤੇ ਹੀ ਕੰਮ ਕਰਦਾ ਸੀ। ਕਮਿਊਨਿਟੀ ਨੇ ਜਦ ਉੱਥੇ ਪੇਪ ਗੁਰਦੁਆਰਾ ਸਾਹਿਬ ਪਹਿਲਾ ਜਿਹੜਾ, ਜਿਸ ਨੂੰ ਪੇਪ ਗੁਰਦੁਆਰਾ ਸਾਹਿਬ ਕਹਿੰਦੇ ਸੀ, ਉਹਦੀ ਬੇਸਿਕਲੀ ਉਹ ਇਹਦੇ ਧਿਆਨ ਇਹ ਜਿਹੜਾ ਦਿਵਾਉਂਦਾ ਕਿ ਕਮਿਊਨਿਟੀ ਇਹ ਜਾਂ ਗਰੁੱਪਿਜ਼ਮ ਦੇ ਵਿੱਚ ਹੁੰਦੀ ਹੈ, ਗਰੁੱਪ ਦੇ ਵਿੱਚ ਜਦ ਹੁੰਦੀ ਆ ਤਾਂ ਕਿਵੇਂ ਸਪਾਈ ਏਜੰਸੀਜ਼ ਇਹਦੇ 'ਚ ਐਮਬੈਡਡ ਹੁੰਦੀਆਂ ਨੇ, ਇਨਫਿਲਟਰ ਕਰਦੀਆਂ ਨੇ। ਬੇਸ ਉਹਦਾ ਇਹ ਸੀ ਗੱਲ ਕਰਨ ਦਾ। ਤੇ ਫਿਰ ਉਹ ਚੌਹਾਨ ਉਹਨਾਂ ਨੂੰ ਲੈ ਕੇ ਆਉਂਦਾ। ਚੌਹਾਨ ਉਹਨਾਂ ਦਾ, ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੀ ਗੱਲ ਵਗੈਰਾ ਉਹ ਪੂਰਾ ਲਿਖਦਾ ਹੈ। ਫਿਰ ਚੌਹਾਨ ਉਹਨਾਂ ਦਾ ਜਿਹੜਾ ਜਗਜੀਤ ਸਿੰਘ ਚੌਹਾਨ ਉਹਨਾਂ ਦਾ ਭਾਰਤ ਪੰਜਾਬ ਦੇ ਵਿੱਚ ਰਾਜਨੀਤਿਕ ਹੋ ਕੇ ਤੇ ਫਿਰ ਇੰਗਲੈਂਡ ਵਸਣਾ, ਇੰਗਲੈਂਡ ਤੋਂ ਕੈਨੇਡਾ ਦੇ ਦੌਰੇ, ਕੈਨੇਡਾ ਤੇ ਅਮਰੀਕਾ ਦੇ ਦੌਰੇ, ਤੇ ਜਿੱਥੇ ਉਹਨਾਂ ਵੱਲੋਂ ਸੁਨੇਹਾ ਕਿ ਮੈਂ ਆਪਣਾ ਪ੍ਰੈਜ਼ੀਡੈਂਟ ਆ, ਮੈਂ ਖਾਲਿਸਤਾਨ ਦਾ, ਤੇ ਉਸ ਤੋਂ ਗੱਲ ਸ਼ੁਰੂ ਹੁੰਦੀ ਫਿਰ ਉਹ 84 ਤੇ ਲੈ ਕੇ ਆਉਂਦਾ। ਕੁਲਦੀਪ ਸਿੰਘ ਸਮਰੇ ਉਹਨਾਂ ਵੱਲੋਂ ਜਿਹੜੀ ਇੱਕ ਲੜਾਈ ਹੁੰਦੀ ਹੈ, ਲੜਾਈ ਤੋਂ ਬਾਅਦ ਫਿਰ ਜੱਜ ਦੀ ਅਦਾਲਤ ਦੇ ਵਿੱਚ ਜਦ ਉਹ ਗੋਲੀ ਚਲਾਉਂਦੇ ਨੇ ਭੁਪਿੰਦਰ ਸਿੰਘ ਪੰਨੂ ਤੇ ਆਸਕਰ ਫਨੈਸਾ, ਜਿਹੜਾ ਉਸ ਤੋਂ ਬਾਅਦ ਅਮਰਜੀਤ ਤਾਤਲਾ। ਖੈਰ ਬੇਸਿਕਲੀ ਉਹ ਫਿਰ ਇਸ ਚੀਜ਼ ਨੂੰ ਲੈ ਕੇ ਆਉਂਦਾ 84 ਤੱਕ। 84 ਦੇ ਵਿੱਚ ਸਾਕੇ ਨੀਲੇ ਤਾਰੇ ਤੋਂ ਬਾਅਦ ਟੋਰਾਂਟੋ ਦਾ ਕੌਂਸਲਖਾਨਾ ਜਿਹੜਾ ਹੈ ਭਾਰਤ ਦਾ, ਉਹਦੇ ਵਿੱਚ ਜਾਂ ਪਹਿਲੀ ਲੜਾਈ ਵਿੱਚ ਵੀ ਸਮਰੇ ਉਹਨਾਂ ਦੀ ਲੜਾਈ ਦੇ ਵਿੱਚ ਉਹ
ਦਵਿੰਦਰ ਸਿੰਘ ਆਹਲੂਵਾਲੀਏ ਦਾ ਨਾਂ ਬਹੁਤ ਦਿੰਦਾ ਵੀ ਉਹ ਕਿਵੇਂ ਕਮਿਊਨਿਟੀ ਦੇ ਵਿੱਚ ਜਿਹੜਾ ਐਕਟਿਵ ਹੋਇਆ। ਇੱਕ ਗਰੁੱਪ ਦੀ ਉਹ ਮਦਦ ਕਰਨ ਲੱਗਿਆ, ਦੂਜਾ ਗਰੁੱਪ ਬਾਗੀ ਹੋ ਗਿਆ, ਲੜਾਈ ਹੁੰਦੀ ਸੀ। ਤੇ ਫਿਰ ਆਹਲੂਵਾਲੀਏ ਤੋਂ ਬਾਅਦ ਉਹਦਾ ਸਕਸੈਸਰ ਜਿਹੜਾ ਹੈ ਉਹ ਆਉਂਦਾ ਹੈ। ਉਸ ਦੀ ਗੱਲ ਤੇ ਵਾਈਸ ਕੌਂਸਲ ਬ੍ਰਿਜਮੋਹਨ ਲਾਲ ਆਹਲੂਵਾਲੀਏ ਤੋਂ ਬਾਅਦ ਆਉਂਦਾ ਹੈ। ਤੇ ਸੁਰਿੰਦਰ ਮਲਕ ਇੰਡੀਅਨ ਕੌਂਸਲ ਜਨਰਲ ਜਿਹੜਾ ਕੈਨੇਡਾ ਨੇ ਜਿਸ ਨੂੰ ਕਿਹਾ ਵੀ ਇਸ ਨੂੰ ਇੱਥੋਂ ਭੇਜੋ, ਇੱਥੇ ਰਹਿ ਨਹੀਂ ਸਕਦਾ। ਸੀਸਸ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਕੌਂਸਲ ਖਾਨਿਆਂ ਦੇ ਵਿੱਚੋਂ ਸਾਡੀ ਜਸੂਸੀ ਹੁੰਦੀ ਹੈ। ਖੈਰ ਇਹ ਵਿਸ਼ਾ ਉੱਧਰ ਨੂੰ ਹੈ ਕਿਉਂਕਿ ਜੇ ਦੇਖਿਆ ਜਾਵੇ ਸਾਰੇ ਦੇਸ਼ਾਂ ਦੀਆਂ ਸਪਾਈ ਏਜੰਸੀਜ਼ ਇੱਕ ਦੂਜੇ ਦੇਸ਼ਾਂ 'ਚ ਕੰਮ ਕਰਦੀਆਂ ਨੇ। ਇਹ ਸੀਸਸ ਵਾਲੇ ਭਾਰਤ 'ਚ ਵੀ ਬੈਠੇ ਹੋਣਗੇ ਤੇ ਮਸਾਦ ਵਾਲੇ ਇੱਥੇ ਬੈਠਣਗੇ, ਇੱਥੇ ਵਾਲੇ ਇਜ਼ਰਾਈਲ 'ਚ ਬੈਠਣਗੇ। ਇਹ ਨਹੀਂ ਗੱਲ ਇਸ਼ੂ ਹੈ ਬਈ ਫਿਰ ਗੱਲ ਜਿਹੜੀ ਲੋਕਲ ਸਿੱਖਾਂ ਦੀ ਇੱਥੇ ਚੱਲਦੀ ਹੈ। 84 ਤੋਂ ਬਾਅਦ ਸਾਕੇ ਨੀਲੇ ਤਾਰੇ ਤੋਂ ਬਾਅਦ ਰੋਡੇ ਭਰਾਵਾਂ ਦਾ ਇੱਥੇ ਆਉਣਾ, ਲਖਵੀਰ ਸਿੰਘ ਰੋਡੇ ਦੇ ਨਾਲ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ ਜਸਵੀਰ ਸਿੰਘ ਰੋਡੇ ਦਾ ਫਿਲੀਪੀਨਸ ਦੇ ਵਿੱਚ ਜਿਹੜਾ ਗ੍ਰਿਫਤਾਰ ਹੋ ਜਾਣਾ, ਉਹ ਫਿਰ ਜਿਹੜੀ ਚੀਜ਼ ਉਹ ਜੋੜਦਾ ਨਾ ਵੀ ਬੰਦੇ ਕਿਵੇਂ ਉਹਨਾਂ ਦੇ ਨਾਲ ਜਿਹੜੇ ਜੁੜੇ, ਜਿਨ੍ਹਾਂ ਨੇ ਇੱਥੇ ਆ ਕੇ ਉਹਨਾਂ ਨੂੰ ਇੱਧਰ ਨੂੰ ਪ੍ਰੇਰਿਆ ਵੀ ਅਸੀਂ 84 ਦਾ ਜਿਹੜਾ ਬਦਲਾ ਲੈਣਾ ਹੈ। ਬੇਸਿਕਲੀ ਇਹ ਕਿਤਾਬ ਦੇ ਵਿੱਚ ਬਹੁਤ ਉਸਨੇ ਖੁੱਲ੍ਹ ਕੇ ਦੱਸਿਆ ਵੀ ਚੀਜ਼ਾਂ ਹੱਥ ਦੇ ਵਿੱਚੋਂ ਕਿਵੇਂ ਨਿਕਲਦੀਆਂ। ਫਿਰ ਟਿਕਟਾਂ ਬੁੱਕ ਕਿਵੇਂ ਹੋਈਆਂ, ਟਿਕਟਾਂ ਜਦ ਬੁੱਕ ਹੋਣ ਤੋਂ ਬਾਅਦ ਜਿਹੜਾ ISYF ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਜਦ ਬਣਾਇਆ ਜਾਂਦਾ ਹੈ ਤਾਂ ਉਸ ਸਮੇਂ ਲਖਵੀਰ ਸਿੰਘ ਰੋਡੇ ਦੇ ਨਾਲ ਬੰਦੇ ਕਿਹੜੇ ਫਿੱਟ ਹੋਏ, ਕਿਹੜੇ ਦੂਰੀ ਆਇਡੈਂਟੀਟੀ ਵਾਲੇ ਬੰਦੇ ਜਿਨ੍ਹਾਂ ਦਾ ਨਾਂ ਪੰਜਾਬ 'ਚ ਹੋਰ ਸੀ, ਇੱਥੇ ਹੋਰ ਸੀ। ਤੇ ਇਸੇ ਤਰ੍ਹਾਂ ਹੀ ਜਸਵੀਰ ਸਿੰਘ ਰੋਡੇ ਉਹਨਾਂ ਨਾਲ ਇੱਥੇ ਆ ਕੇ ਜਿਹੜਾ ਇੱਕ ਦੂਰੀ ਨਾਂ ਵਾਲਾ ਬੰਦਾ ਮੁੜ ਕੇ ਇੱਥੋਂ ਚਲੇ ਗਿਆ ਤੇ ਹੁਣ ਇੱਕ ਹੋਰ ਨਾਂ ਨਾਲ ਉਹ ਭਾਰਤ 'ਚ ਰਹਿ ਰਿਹਾ, ਜਿਹੜਾ ਆ ਕੇ ਪਿਛਲੀ ਵਾਰ ਆਪਾਂ ਨੂੰ ਤੁਹਾਨੂੰ ਯਾਦ ਹੈ ਕਿ ਸਰਾ ਵੇਰਕਾ ਦੱਸ ਕੇ ਗਏ ਸੀ। ਵੇਰਕਾ ਉਹਨਾਂ ਨੇ ਜਿਹੜੇ ਨਾਲ ਕਰਦੇ ਜਸਟਿਸ ਬੈਂਸ ਦੀ ਟੀਮ ਨਾਲ ਰਾਜਵਿੰਦਰ ਸਿੰਘ ਬੈਂਸ ਹੋਣੀ ਜਸਟਿਸ ਮੇਜਰ ਦੇ ਜਿਹੜੀ ਉਹਨੇ ਰਿਪੋਰਟ ਬਣਾਉਣੀ ਸੀ ਉਹਦੇ ਲਈ ਇੱਥੇ ਪੇਸ਼ ਹੋਣ ਆਏ ਸੀ, ਉਹ ਵੀ ਦੱਸ ਕੇ ਗਏ ਸੀ। ਤੇ DSP ਉਹ ਜਿਨ੍ਹਾਂ ਨੇ ਤਲਵਿੰਦਰ ਸਿੰਘ ਬੱਬਰ ਉਹਨਾਂ ਨੂੰ ਫੜ ਕੇ ਜਿਨ੍ਹਾਂ ਨੇ ਉਹਨੂੰ ਫੜਿਆ ਸੀ, ਫੜਨ ਤੋਂ ਬਾਅਦ ਉਹਨਾਂ ਦਾ ਫੇਕ ਇਨਕਾਊਂਟਰ ਹੋਇਆ, ਉਸ DSP ਦਾ ਕੋਈ ਕੰਮ ਬੈਂਸ ਪਰਿਵਾਰ ਕੋਲ ਪੈ ਗਿਆ। ਉਸ ਬੰਦੇ ਨੇ ਦੱਸਿਆ ਸੀ ਵੀ ਕੀ ਹੋਇਆ, ਕਿਵੇਂ ਫੜ ਹੋਇਆ, ਕਿੱਥੇ ਰੱਖਿਆ। ਉਹਨੂੰ ਉਹ ਨਾਲ ਲੈ ਕੇ ਆਇਆ ਸੀ। ਇੱਥੇ ਆਉਂਦੇ RCMP ਨੇ ਉਹਨੂੰ ਚੱਕ ਲਿਆ। ਉਹ ਕਹਿੰਦੇ ਨਾ ਕੋਈ ਤੂੰ ਇੱਥੇ ਨਹੀਂ ਦੇ ਸਕਦਾ, ਉਹਨੂੰ ਇੱਥੇ ਹੀ ਰੱਖ ਲਿਆ। ਬੈਂਸ ਹੋਣੀ ਤੇ ਵੇਰਕੇ ਹੋਣੀ ਵਾਪਸ ਭੇਜਦੇ। ਉਹ ਲਿਖ ਰਹੇ ਨੇ, ਰਾਜਵਿੰਦਰ ਸਿੰਘ ਬੈਂਸ ਹੋਣੀ ਇੱਕ ਕਿਤਾਬ ਲਿਖ ਰਹੇ ਨੇ। ਸੋ ਇਹਦੇ 'ਚ ਵੱਡੀ ਜਿਹੜੀ ਗੱਲ ਇਹ ਹੋਈ ਕਿ ਜਦ ਡੰਕਨ ਦੇ ਵਿੱਚ ਇੰਦਰਜੀਤ ਸਿੰਘ ਰਾਇਤ ਉਹਨਾਂ ਦੇ ਕੋਲ ਜਾ ਕੇ ਤਲਵਿੰਦਰ ਸਿੰਘ ਬੱਬਰ ਉਹਨਾਂ ਨੇ ਇੱਕ ਧਮਾਕਾ ਜਿਹੜਾ ਕੀਤਾ, ਇੱਕ ਬੰਦਾ ਉਹਨਾਂ ਦੇ ਨਾਲ ਗੱਡੀ 'ਚ ਹੋਰ ਸੀ, ਉਹਦੇ ਬਾਰੇ ਰਾਇਤ ਉਹਨੂੰ ਕਹਿੰਦੇ ਮੈਨੂੰ ਨਹੀਂ ਪਤਾ ਕੌਣ ਸੀ ਉਹ ਕੌਣ ਸੀ, ਉਹ ਕਿਵੇਂ ਧਮਾਕਾ ਹੋਇਆ। ਉਹਨਾਂ ਨੂੰ ਜਿਹੜੇ ਫੋਲੋ ਕਰ ਰਹੇ ਸੀ ਦੋ ਸੀਸਸ ਦੇ ਅਫਸਰ ਤਲਵਿੰਦਰ ਸਿੰਘ ਬੱਬਰ ਨੂੰ, ਉਹ ਕਹਿੰਦੇ ਸਾਡੇ ਕੋਲ ਕੈਮਰਾ ਹੈ ਨਹੀਂ, ਅਸੀਂ ਕੈਮਰਾ ਭੁੱਲ ਗਏ। ਸਪਾਈ ਏਜੰਸੀ ਦੇ ਬੰਦੇ ਜਿਹੜੇ ਕੈਮਰੇ ਤੇ ਰਿਕਾਰਡਰ ਤੋਂ ਬਿਨਾਂ ਘਰੋਂ ਨਹੀਂ ਤੁਰਦੇ, ਉਹ ਕਹਿੰਦੇ ਅਸੀਂ ਭੁੱਲ ਗਏ, ਸਾਡੇ ਯਾਦ ਨਹੀਂ ਰਿਹਾ ਕੈਮਰਾ ਤੇ ਤਾਂ ਹੀ ਫੋਟੋ ਨਹੀਂ ਖਿੱਚ ਹੋਈ। ਸੋ ਇਹਦੇ ਵਿੱਚ ਇੱਕ ਤੋਂ ਦੂਜੀ ਤੋਂ ਤੀਜੀ ਇੱਕ ਕਮਿਊਨਿਟੀ ਗੁੱਸੇ ਦੇ ਵਿੱਚ ਸੀ ਸਾਕੇ ਦੇ ਲਈ, ਪਰ ਉਸ ਕਮਿਊਨਿਟੀ ਦੇ ਲਈ ਉਹਨਾਂ ਨੂੰ ਡਿਮਿਨਿਸ਼ ਕਰਨ ਲਈ, ਉਹਨਾਂ ਦਾ ਗੁੱਸਾ ਜਿਹੜਾ ਉਹ ਖਤਮ ਕਰਨ ਦੇ ਲਈ ਫਿਰ ਕੀ ਹੋ ਸਕਦਾ ਸੀ, ਇਹਦੇ ਤੇ ਨਹੀਂ ਗੱਲ ਸੋਚੀ ਗਈ। ਅਗਰੈਸ਼ਨ ਜਦ ਹੁੰਦੀ ਹੈ, ਅਗਰੈਸ਼ਨ ਦੇ ਵਿੱਚ ਫਿਰ ਅਪਰਚੂਨਿਸਟ ਲੋਕ ਨੇ ਜਿਹੜੇ ਉਹ ਤੁਹਾਡੇ 'ਚ ਜਦ ਵੜਦੇ ਆ, ਉਹ ਕਿਵੇਂ ਆ, ਉਹ ਤੁਹਾਡੇ ਵਰਗੇ ਹੋ ਕੇ ਵੜਦੇ ਆ, ਉਹ ਤੁਹਾਨੂੰ ਫਿਰ ਡਿਕਟੇਟ ਕਰਦੇ ਆ। ਇੱਥੇ ਡਿਕਟੇਸ਼ਨ ਹੁਣ ਤੱਕ ਹੁੰਦੀ ਰਹੀ ਆ, ਜ਼ਿਆਦਾ ਉੱਪਰ ਥੱਲੇ ਬਹਿ ਕੇ ਰੋਟੀ ਖਾਣ ਦੀਆਂ ਗੱਲਾਂ ਚੱਲਦੀਆਂ ਸੀ। ਗੁਰਦੁਆਰੇ ਦੀਆਂ ਸਰੀ ਦੀਆਂ ਵੋਟਾਂ ਹੋਣੀਆਂ, ਲਾਲ ਹਰੀਆਂ ਪੀਲੀਆਂ ਫਾਈਲਾਂ ਬਣ ਜਾਣੀਆਂ ਹੱਥ ਨੇ, ਆ ਤੁਸੀਂ ਹਰੀ ਵਾਲੀ ਫਾਈਲ ਨੂੰ ਨਹੀਂ ਛੇੜਨਾ,
ਉਹ 'ਚ ਪਤਾ ਨਹੀਂ ਕਿਹਦੇ ਨਾਂ ਹੁੰਦੇ ਸੀ, ਮੂਹਰੇ ਬੈਠੇ ਹੁੰਦੇ 500 ਬੰਦੇ, ਆ ਦੇ ਦਿਓ ਜੀ ਫਾਈਲ, ਦੇ ਦਿਓ ਫਾਈਲ, ਆਥਣੇ ਹਾਰ ਗਏ, ਕੁਛ ਨਹੀਂ ਪਤਾ ਹੁੰਦਾ। ਸੋ ਇਹ ਜਿਹੜੀ ਇਹਦੀਆਂ ਟਿਕਟਾਂ ਵੀ ਨੇ ਜਿਹੜੀਆਂ ਜੂਨ 19 ਨੂੰ CP 에ਅਰ ਟਿਕਟ ਏਜੰਟ ਜਿਹੜਾ ਵੈਨਕੂਵਰ ਹੈ, ਉਹ ਕਹਿੰਦੇ ਵੀ ਉਹਨੂੰ ਟੈਲੀਫੋਨ ਆਇਆ, ਕਿਸੇ ਨੇ ਦੱਸਿਆ ਮੈਂ ਮਿਸਟਰ ਸਿੰਘ ਬੋਲਦਾ, ਤੇ ਨੇਮ ਉਹਦੇ ਤੇ CP 에ਅਰ ਦੀ ਫਲਾਈਟ ਜਿਹੜੀ ਵੈਨਕੂਵਰ ਤੋਂ ਟੋਕੀਓ ਨੂੰ ਜਾਣੀ ਸੀ, ਅੱਗੇ 에ਅਰ ਇੰਡੀਆ ਦੀ ਫਲਾਈਟ ਨੂੰ ਕਨੈਕਟ ਕਰਨਾ ਸੀ ਉਹਨੇ ਬੈਂਕਾਕ ਨੂੰ, ਉਹਦੇ ਤੇ ਉਹਨੇ ਦੱਸਿਆ ਨਾਮ ਵੀ ਮਹਿੰਦਰ ਬਲ ਸਿੰਘ ਲਿਖ ਦਿਓ। ਦੂਜੀ ਬੁਕਿੰਗ ਉਸਨੇ ਫੋਨ ਤੇ ਬਣਾਈ ਜਸਵੰਤ ਸਿੰਘ ਦੇ ਨਾਂ ਤੇ, ਜਿਹੜੀ 086 ਫਲਾਈਟ ਸੀ CP 에ਅਰ ਦੀ ਕੈਨੇਡੀਅਨ ਪੈਸੀਫਿਕ ਦੀ, ਜਿਹੜੀ ਮੌਂਟਰੀਅਲ ਨੂੰ ਜਾਣੀ ਸੀ, ਤੇ ਮੌਂਟਰੀਅਲ ਦੇ ਡੋਰਵੈਲ ਤੋਂ ਫਿਰ ਉਸ ਨੂੰ ਮਿਰਾਵਲ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਤੇ ਆਉਣਾ ਪੈਣਾ, ਤੇ ਫਿਰ ਉਹਨੇ ਫਲਾਈਟ ਚੜ੍ਹਨਾ ਸੀ 에ਅਰ ਇੰਡੀਆ ਦੀ 182, ਤੇ ਨੰਬਰ ਜਿਹੜਾ ਉਹਦੇ ਤੇ ਛੱਡ ਦਿੱਤਾ ਟੈਲੀਫੋਨ ਨੰਬਰ, ਜਿਹੜਾ ਮਾਰਟਿਨ ਡੋਨਾਹਿਊ ਉਸ ਦੇ ਇਹਦੀ ਏਜੰਟ ਸੀ ਜਿਹਨੇ ਟਿਕਟ ਬੁੱਕ ਕੀਤੀ, ਤੇ ਉਹ ਕਹਿੰਦੀ ਵੀ ਉਹਨੂੰ ਕਹਿੰਦਾ ਵੀ ਉਹਨੂੰ ਮਾਰਟਿਨ ਕਹਿੰਦੀ ਵੀ ਉਹਨੂੰ ਸਭ ਪਤਾ ਸੀ ਬੰਦੇ ਨੂੰ ਵੀ ਕੀ ਬੁੱਕ ਕਰਾ ਰਿਹਾ ਕੀ। 2 ਘੰਟੇ ਬਾਅਦ ਤੇ ਫਿਰ ਇੱਕ ਕਾਲ ਆਉਂਦੀ ਹੈ ਜਿਹਦੇ ਤੇ ਉਹ ਵੈਨਕੂਵਰ ਮੌਂਟਰੀਅਲ ਰਿਜ਼ਰਵੇਸ਼ਨ ਜਿਹੜੀ ਜਸਵੰਤ ਸਿੰਘ ਦੀ ਖਤਮ ਕਰ ਦਿੰਦਾ ਹੈ, ਤੇ ਉਹਦੀ ਬੁਕਿੰਗ ਕਰਾਉਂਦਾ ਫਿਰ ਉਹ CP 에ਅਰ ਫਲਾਈਟ 60 ਦੀ ਟੋਰਾਂਟੋ, ਜਿੱਥੇ ਉਹਦੀ ਬੁਕਿੰਗ ਜਿਹੜੀ ਹੈ ਇੰਡੀਆ ਦੀ ਫਲਾਈਟ ਦੀ ਨਹੀਂ ਹੁੰਦੀ, ਟੋਰਾਂਟੋ ਤੱਕ। ਫਿਰ ਬੰਦਾ ਉੱਥੇ CP 에ਅਰ ਡਾਊਨਟਾਊਨ ਦੇ ਵੈਨਕੂਵਰ 'ਚ, ਉਹ ਕਹਿੰਦੇ ਵੀ ਹੈਵੀ ਸੈੱਟ ਦਾ ਬੰਦਾ ਸੀ, ਜੂਨ 20 ਨੂੰ ਆਉਂਦਾ ਉਹ, ਤੇ ਉਸ ਕੋਈ ਸੀਸਸ ਦੇ ਅੰਡਰ ਸਰਵੇਲੈਂਸ ਨਹੀਂ ਸੀ, ਤੇ ਟਿਕਟ ਏਜੰਟ ਨੇ ਉਸ ਨੂੰ ਦੱਸਿਆ ਜੈਰਾਲਡ ਡੰਕਨ ਨੇ ਕਿ ਗੋਲ ਚਿਹਰਾ ਸੀ, 5 ਫੁੱਟ 10 ਇੰਚ ਕੱਦ ਸੀ, ਤੇ 200 ਪਾਉਂਡ ਤੋਂ ਭਾਰਾ ਸੀ, ਤੇ ਟਾਈਟਲੀ ਮਸਟਰਡ ਕਲਰਡ ਪੱਗ ਬੰਨੀ ਹੋਈ ਸੀ, ਤੇ ਦਾੜੀ ਬੰਨੀ ਹੋਈ ਸੀ ਜਾਲੀ ਪਾ ਕੇ। ਫਿਰ ਉਸਨੇ ਰਿਜ਼ਰਵੇਸ਼ਨ ਜਿਹੜੀ ਚੇਂਜ ਕੀਤੀ, ਤੇ ਉਸਨੇ ਕਿਹਾ ਵੀ L ਸਿੰਘ ਹੁਣ ਜਿਹੜਾ ਬੁੱਕ ਕੀਤਾ ਟਰੈਵਲ ਟੂ ਟੋਕੀਓ ਤੋਂ ਬੈਂਕਾਕ, ਰਿਟਰਨ ਟਿਕਟ ਅਨਸਪੈਸੀਫਿਕ, ਤੇ M ਸਿੰਘ ਜਿਹੜਾ ਉਹ ਟੋਰਾਂਟੋ ਨੂੰ ਜਾਊਗਾ। ਸੋ ਇਹ L ਸਿੰਘ M ਸਿੰਘ ਦੀ ਗੱਲ ਹੋਈ, ਤੇ ਉਸ ਤੋਂ ਬਾਅਦ ਫਿਰ ਜਿਸ ਦਿਨ ਫਲਾਈਟ ਜਾਂਦੀ ਆ ਜੂਨ 22 ਨੂੰ, ਤੇ ਫਿਰ ਇੱਕ ਨੇ ਬੰਦੇ ਨੇ ਹੋਰ ਫੋਨ ਕੀਤਾ, ਪੂਰਾ ਇਹਨੂੰ ਆਰਕੈਸਟਰ ਕੀਤਾ ਗਿਆ, ਮਨਜੀਤ ਸਿੰਘ ਨਾਂ ਦਾ, ਉਹਨੇ ਟੈਲੀਫੋਨ ਕਰਕੇ CP 에ਅਰ ਨੂੰ ਕਿਹਾ ਕਿ 에ਅਰ ਇੰਡੀਆ ਦੀ ਫਲਾਈਟ ਜਿਹੜੀ ਟੋਰਾਂਟੋ ਤੋਂ ਜਾਣੀ ਹੈ ਬਈ ਮੇਰੀ ਕਨਫਰਮ ਹੋ ਗਈ ਹੈ ਜਾਂ ਨਹੀਂ ਹੋਈ। ਅਜ਼ੀਜ਼ ਪ੍ਰੇਮ ਜੀ ਜਿਹੜਾ ਏਜੰਟ ਸੀ, ਤੇ ਉਹਨੇ ਡਬਲ ਚੈੱਕ ਕੀਤਾ, ਤੇ ਉਹ ਕਹਿੰਦਾ ਵੀ ਅਲਟਰਨੇਟਿਵ ਫਲਾਈਟ ਤੈਨੂੰ ਦੇ ਦਿੰਦੇ ਆ ਨਵੀਂ ਦਿੱਲੀ ਨੂੰ। ਪ੍ਰੇਮ ਜੀ ਨੇ ਆਫਰ ਕੀਤਾ, ਪਰ ਉਹ ਕਹਿੰਦਾ ਨਾ ਮੇਰੇ ਦੋਸਤ ਨੇ ਵਿਨੀਪੈਗ ਤੋਂ ਆਉਣਾ ਸੀ, ਇਹਦੇ 'ਚ ਜਾਣਾ 182 'ਚ। ਉਹ ਕਹਿੰਦਾ ਵੀ ਡਿਊਰਿੰਗ ਕਨਵਰਸੇਸ਼ਨ ਇੰਗਲਿਸ਼, ਪੰਜਾਬੀ ਤੇ ਹਿੰਦੀ ਉਹ ਵਧੀਆ ਬੋਲ ਰਿਹਾ ਸੀ, ਤੇ ਉਸ ਤੋਂ ਬਾਅਦ ਕੁਛ ਘੰਟਿਆਂ ਬਾਅਦ ਇੱਕ ਬੰਦਾ CP ਚੈੱਕ ਜਿਹੜਾ ਕਲਰਕ ਸੀ ਉਸ ਸਮੇਂ, ਜੈਨੀਨ ਐਡਮਸ, ਉਸ ਲਾਈਨ 'ਚ ਆਉਂਦਾ, ਫਿਰ ਆ ਕੇ ਖੜਦਾ ਹੈ, ਤੇ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਜੂਨ 22 ਨੂੰ, ਜਿੱਥੇ ਉਹਦੀ ਕਨਫਰਮੇਸ਼ਨ ਦਾ ਉਹ ਰੌਲਾ ਪਾਉਂਦਾ ਵੀ ਆ ਟੈਚੀ ਮੇਰੇ ਕੋਲ ਮੈਰੂਨ ਰੰਗ ਦਾ ਹੈ ਉਹਦੇ ਕੋਲ, ਉਹ ਕਹਿੰਦੀ ਵੀ ਦਿੱਲੀ ਦੀ ਤੇਰੀ ਫਲਾਈਟ ਨਹੀਂ, ਕੱਲੀ ਤੇਰੀ ਟੋਰਾਂਟੋ ਦੀ ਫਲਾਈਟ ਹੈ। ਉਹ ਕਹਿੰਦਾ ਵੀ ਮੈਂ ਟੋਰਾਂਟੋ 에ਅਰਪੋਰਟ ਤੋਂ ਕਿਵੇਂ ਲਊਂ ਇਸ ਨੂੰ? ਉਹ ਕਹਿੰਦੇ ਵੀ ਤੇਰੀ ਮਰਜ਼ੀ ਆ, ਉਹ ਪਰ ਟੋਰਾਂਟੋ ਤੱਕ ਹੀ ਹੈ। ਟੋਰਾਂਟੋ ਤੱਕ ਉਹ ਬੈਗ ਛੱਡ ਕੇ, ਉਹ ਕਹਿੰਦਾ ਮੈਂ ਭਾਈ ਨਾਲ ਆਪਣੇ ਨਾਲ ਗੱਲ ਕਰ ਲਵਾਂ, ਉੱਥੇ ਹੀ ਛੱਡ ਕੇ, ਉੱਥੇ ਹੀ ਟਿਕਟ ਹੈ, ਤੇ ਉਹ ਪਿੱਛੇ ਚਲੇ ਜਾਂਦਾ, ਇੱਕ ਬੰਦੇ ਨੂੰ ਹੋਰ ਲੈਂਦਾ, ਗੱਲਾਂ ਕਰਦੇ, ਉੱਥੇ ਰਸ਼ ਆ, ਉਹਦਾ ਟਿਕਟ ਤੇ ਉਹ ਚੈੱਕ ਇਨ ਬੈਗ ਚੈੱਕ ਹੋ ਜਾਂਦਾ, ਬੰਦਾ ਚੈੱਕ ਨਹੀਂ ਹੁੰਦਾ। ਤੇ ਦੂਸਰਾ ਵੀ ਉਸੇ ਲੇਡੀ ਨੇ ਚੈੱਕ ਕੀਤਾ ਜਿਹੜੀ ਫਲਾਈਟ ਜਾਪਾਨ ਨੂੰ ਜਾਣੀ, ਨਰੀਟਾ ਜਿਹੜੀ ਉਤਰਨੀ ਸੀ। ਬਸ ਇੱਥੋਂ ਉਹ ਚੈੱਕ ਇਨ ਹੁੰਦੇ ਨੇ। ਦਿੱਲੀ ਟੋਰਾਂਟੋ ਦੇ 에ਅਰਪੋਰਟ ਤੇ ਉੱਥੇ ਪੁਲਿਸ ਕੋਈ ਨਹੀਂ, ਇੱਕ ਆਮ ਸਿਕਿਉਰਿਟੀ ਦੇ ਬੰਦੇ ਨੇ ਜਿਹੜੇ 에ਅਰ ਇੰਡੀਆ ਦੀ ਫਲਾਈਟ ਦੇ ਬਾਰੇ ਚੜ੍ਹਦੇ ਜਹਾਜ਼ ਦੇ ਵਿੱਚ ਜਿੰਨੇ ਜਿਹੜੇ ਬਰੀਫ ਕੇਸ ਸੀ, ਸੂਟ ਕੇਸ ਸੀ, ਉਹਨਾਂ ਨੂੰ ਚੈੱਕ ਤਾਂ ਕਰਦੇ ਸੀ ਉਹ, ਤੇ
ਉਸ ਲੱਗੇਜ ਨੂੰ ਉਹ ਚੈੱਕ ਕਰਦੇ, ਪਰ ਐਕਸਪਲੋਸਿਵ ਕੋਈ ਧਮਾਕਾ ਖੇਜ ਨਾ ਹੋਵੇ। ਉਹ ਸਨਿਫਰ ਜੇ ਉਹਨਾਂ ਕੋਲ ਸਿਕਿਉਰਿਟੀ ਗਾਰਡ ਟ੍ਰੇਨਡ ਨਹੀਂ ਸੀ, PD4 ਸਨਿਫਰ ਸੀ ਉਹਨਾਂ ਦਾ, ਐਕਸਪਲੋਸਿਵ ਸਨਿਫਰ, ਤੇ ਉਹ ਟੂ ਜਿਹੜੇ ਕਰਦੇ ਨੇ ਉਹਨਾਂ ਦੇ ਵਿੱਚੋਂ ਉਹ ਪਾਸ ਹੋ ਗਿਆ। ਤੇ ਇੱਕ ਲਿਆ ਕੇ ਜਹਾਜ਼, ਜਿਹੜਾ ਜਹਾਜ਼ ਦਾ ਪੁਰਾਣੀ ਟਰਬਾਈਨ ਪਈ ਸੀ 에ਅਰ ਇੰਡੀਆ ਦੀ, ਉਹ ਵੀ ਆ ਕੇ ਇੱਕ ਬੰਨੇ 2 747 ਸੀ ਤੇ ਇੱਕ ਬੰਨੇ ਤੀਜਾ ਉਹਨਾਂ ਨੇ ਜੜਤਾ ਨਾਲ, ਉਹ ਪਈ ਸੀ ਬਹੁਤ ਚਿਰ ਦੀ, ਉਹ ਵੀ ਚਾੜੀ ਆ ਉਸੇ ਦਿਨ। ਬਸ ਉਹਦੇ ਬਾਅਦ ਇਹ ਫਟਦਾ। ਫਟਣ ਤੋਂ ਬਾਅਦ ਫਿਰ ਇਹਦਾ ਰੈਕੇਜ ਕੱਢ ਕੇ ਲਿਆਉਂਦੇ ਨੇ, ਫਿਰ ਉਸ ਤਰ੍ਹਾਂ ਉਸ ਦਾ ਦੁਬਾਰਾ ਨਿਰਮਾਣ ਕਰਦੇ ਨੇ ਜਹਾਜ਼ ਦਾ, ਵੀ ਕਿੱਥੋਂ ਇਹ ਫਟਿਆ, ਕਿਵੇਂ ਹੋਇਆ। $100 ਮਿਲੀਅਨ ਦੀ ਇਹ ਤੇ ਲਾਗਤ ਹੁੰਦੀ ਹੈ। 2 ਬੰਦੇ ਰਪਦੁਮਨ ਮਲਕ ਤੇ ਬਾਗੜੀ ਫੜੇ ਜਾਂਦੇ ਨੇ, ਅਜਾਇਬ ਬਾਗੜੀ, ਤੇ 5 ਸਾਲਾਂ ਬਾਅਦ ਬਾਇਜ਼ਤ ਬਰੀ ਹੋ ਜਾਂਦੇ ਨੇ। ਤੇ ਜੱਜ ਦੇ ਕੋਲ ਸਬੂਤ ਨਹੀਂ, ਉਹ ਕਹਿੰਦਾ ਮੇਰੇ ਕੋਲ ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ, ਕਰਾਉਣ ਕੁਛ ਨਹੀਂ ਕਰ ਸਕਿਆ ਕਿਉਂਕਿ ਬਚਿਆ ਕੱਖ ਨਹੀਂ ਸੀ। ਪਰ ਇਹ ਕਿਵੇਂ ਫਿਰ ਇਹਦੇ 'ਚ ਇੱਕੋ ਇੱਕ ਬੰਦੇ ਨੂੰ ਸਜ਼ਾ ਹੋਈ, ਨਰੀਟਾ ਵਾਲੇ, ਉਹਦੇ 'ਚ ਉਹ ਵੀ ਤਾਂ ਹੋਈ ਕਿ ਨਰੀਟਾ ਦੇ ਵਿੱਚ ਜਿਹੜਾ ਬੰਬ ਫਟਿਆ ਉਹਦੇ ਵਿੱਚ ਸੈਨੀਓ ਦਾ ਸਟੀਰੀਓ ਸੀ, ਉਹ ਸਟੀਰੀਓ ਦੇ ਨੰਬਰ ਤੋਂ ਰਸੀਦ ਜਿਹੜੀ ਸੀ ਉਹ ਰਿਆਇਤ ਉਹਨਾਂ ਦੀ ਸੀ, ਉਹ ਫਿਰ ਫਸ ਇਹਦੇ ਵਿੱਚ। ਉੱਥੋਂ ਫਿਰ ਉਹਨਾਂ ਨੂੰ ਲੱਭਿਆ ਵੀ ਤੁਸੀਂ ਖਰੀਦਿਆ, ਕਿੱਥੇ ਖਰੀਦਿਆ, ਕਿਹੜੇ ਸੀਰੀਅਲ ਨੰਬਰ ਗਿਆ। ਸੀਸਸ ਨੇ ਟੇਪਾਂ ਰੀਜ਼ ਕਰਤੀਆਂ, ਕਿਹਨੇ ਕਿਹਦੇ ਨਾਲ ਸਮਝੌਤਾ ਕਰ ਲਿਆ, ਇਹ ਬਸ ਇਹ ਕਿਤਾਬਾਂ ਦੇ ਢਿੱਡ ਦੇ ਵਿੱਚ ਹੈ, ਜਾਂ ਲੋਕਾਂ ਦੇ ਕੋਲ ਜਾਣਕਾਰੀ ਹੈ ਜਿਨ੍ਹਾਂ ਕੋਲ ਆਜ਼ਾਦੀ ਸੀ ਉਹ ਚੁੱਪ ਕਰ ਗਏ। ਕੁਛ ਇਸ ਸੰਸਾਰ ਤੋਂ ਤੁਰ ਗਏ, ਕੁਛ ਜਿਉਂਦੇ ਨੇ, ਪਰ ਕਿਸੇ ਨੂੰ ਪਤਾ ਹੈ ਜ਼ਰੂਰ ਹੋਇਆ ਕੀ। ਔਰ ਇਹਦੇ 'ਚ ਕੌਮ ਜਿਹੜੀ ਪਹਿਲਾ ਵਿਕਟਮ ਹੈ, ਜਿਨ੍ਹਾਂ ਦੇ ਇੱਕ ਗੁਰਦੁਆਰਾ ਸਾਹਿਬ ਜਿੱਥੇ ਕਹਿ ਕੇ ਕਿ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬੈਠੇ ਆ ਤੇ ਉਹ ਹਥਿਆਰਬੰਦ ਬੰਦੇ ਨੇ, ਉਹ ਦੇਸ਼ ਨੂੰ ਖਤਰਾ, ਦੇਸ਼ ਤੋੜ ਦੇਣਗੇ, ਤੇ 65 ਹੋਰ ਗੁਰੂ ਘਰਾਂ ਦੇ ਉੱਪਰ 65 ਦੀ ਲਿਸਟ ਆ ਹੁਣ ਜਿੱਥੇ ਹਮਲਾ ਹੋਇਆ। ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਹਮਦਰਦੀ ਕਿ ਇਹ ਕੌਮ ਨਾਲ ਧੱਕਾ ਹੋਇਆ। ਵੱਡੇ ਮਜ਼ਾਰੇ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ ਵੱਡੀ ਕੌਮ ਵੱਸਦੀ ਸੀ ਉੱਥੇ ਉਹਨਾਂ ਨੇ ਦੱਸਤਾ ਵੀ ਅਸੀਂ ਕੀ ਆ ਤੇ ਤੁਸੀਂ ਕੀਤਾ ਕੀ। ਇੱਕ ਐਕਟ ਦੇ ਨਾਲ 1985 ਦੀ 에ਅਰ ਇੰਡੀਆ ਬੰਬਿੰਗ ਨੇ ਡਿਮਿਨਿਸ਼ ਕਰਤਾ ਸਾਰਾ ਕੁਝ, ਨਿਊਟਰਲ ਕਰਤਾ, ਬੰਦਾ ਮਰਵਾ ਲਿਆ ਨਾਲੇ ਆਪਣਾ, ਤੇ ਨਾਲੇ ਦੁਨੀਆ ਦੇ ਵਿੱਚ ਟੈਰਰਿਸਟ ਦਾ ਲੈਵਲ ਉਹਨਾਂ ਨੇ ਲਾਤਾ। ਜਦ ਗੱਲ ਹੁੰਦੀ ਹੈ ਸਰੀ ਦੇ ਵਿੱਚ ਕਿਸੇ ਸਿੱਖਾਂ ਦੇ ਮਸਲੇ ਦੀ, ਜਾਂ ਤਾਂ ਫਿਰ ਬਲਟੋਈਆਂ ਦਿਖਾਉਂਦੇ ਆ ਦਾਲ ਦੀਆਂ ਉਲਟਦੀਆਂ ਥੱਲੇ ਤੇ ਉੱਪਰ ਬਹਿ ਕੇ ਤੇ ਖੁਰਚਣੇ ਫਿਰਦੇ, ਜਾਂ ਫਿਰ 에ਅਰ ਇੰਡੀਆ ਬੰਬਿੰਗ ਵੀ ਆਹ ਦੇਖੋ। ਜਿਵੇਂ ਹੁਣ ਹਰਦੀਪ ਸਿੰਘ ਨਿੱਜਰ ਬਾਰੇ ਉੱਥੇ ਭਾਰਤ ਦੇ ਵਿੱਚ ਸਾਰੇ ਜਿੰਨੇ ਆਊਟਲੈਟ ਨੇ ਉਹ ਆਤੰਕੀ ਤੇ ਆਤੰਕਵਾਦ ਤੇ ਜਾ ਕੇ ਮਾਰਿਆ, ਘੇਰ ਕਰ ਮਾਰਾ, ਘੁਸ ਕਰ ਮਾਰਾ, ਉਹ ਕਹਿ ਰਹੇ ਨੇ ਨਾ। ਠੀਕ ਆ, ਉੱਥੇ ਦੇਸ਼ ਦੇ ਵਿੱਚ ਜਿਹੜੇ ਨੇ ਉੱਥੇ ਕੇਸ ਉਹਦੇ ਤੇ ਸੀ, ਪਰ ਕੇਸਾਂ ਨੇ ਉਹਨੂੰ ਹਲੇ ਅਦਾਲਤ ਦੇ ਵਿੱਚ ਕੇਸ ਨਹੀਂ ਚੱਲੇ, ਅਦਾਲਤ ਨੇ ਉਹਨੂੰ ਗਿਲਟੀ ਨਹੀਂ ਪਲੀ ਕੀਤਾ। ਇਸ ਧਰਤੇ ਜਿੱਥੇ ਰਹਿੰਦਾ ਸੀ ਉਹਦੇ ਤੇ ਕੋਈ ਕੇਸ ਨਹੀਂ ਸੀ। ਪਰ ਇਹ ਸਾਰੇ ਚੀਜ਼ 'ਚ ਵੈਪਨ ਕੌਣ, ਹਥਿਆਰਬੰਦ ਕੌਣ, ਕਿਸੇ ਦੇ ਹੱਥ ਦਾ ਹਥਿਆਰ ਕੌਣ ਬਣਦੀ ਹੈ, ਕਿਵੇਂ ਅਸੀਂ ਭਲੱਚੇ 'ਚ ਆ ਕੇ ਕੀ ਕੁਛ ਕਰਦੇ ਹਾਂ। ਹੁਣ ਸੀਐਸਆਈ ਇੱਕ ਏਜੰਸੀ ਹੈ ਜਿਹੜੀ ਸਾਨੂੰ ਪ੍ਰੋਟੈਕਟ ਕਰਦੀ ਹੈ। ਸੀਐਸਆਈ ਕਹਿੰਦੀ ਆ ਕੇ ਤੈਨੂੰ ਖਤਰਾ, ਤੈਨੂੰ ਖਤਰਾ, ਤੈਨੂੰ ਖਤਰਾ, ਇਹ ਕਹਿ ਕੇ ਪਰਾਂ ਹੁੰਦੇ ਆ। ਪਰ 에ਅਰ ਇੰਡੀਆ ਦੀ ਬੰਬਿੰਗ 'ਚ ਟੇਪਾਂ ਕਿਵੇਂ ਅਰੇਂਜ ਹੋ ਗਈਆਂ, ਕਿਹਨੇ ਕਰਾਤੀਆਂ, ਕੌਣ ਕਰ ਗਿਆ। ਤੇ ਮਲੋਏ ਕ੍ਰਿਸ਼ਨ ਧਰ ਦੀ ਜਿਹੜੀ ਕਹਾਣੀ ਹੈ ਉਹਦੀਆਂ ਕਿਤਾਬਾਂ 'ਚ ਕਿ ਕਿਵੇਂ ਅਸੀਂ ਉਹ ਇੱਥੇ ਰਾਹ ਦੇ ਵੱਲੋਂ ਕੰਮ ਕਰਦਾ ਰਿਹਾ। ਉਹ ਕਹਿੰਦੇ ਕਿਵੇਂ ਅਸੀਂ ਗੁਰਦੁਆਰਿਆਂ ਦੇ ਵਿੱਚ ਐਂਟਰ ਹੋਏ, ਕਿਵੇਂ ਮੈਂ ਆਟਵਾ ਜਾ ਕੇ ਕੀਰਤਨ ਕਰਦਾ, ਕੀਰਤਨ ਸੁਣਦਾ, ਕਿਵੇਂ ਅੰਦਰ ਵੜਿਆ ਮੈਂ, ਕਿਵੇਂ ਮੈਂ ਯਾਰ ਗੰਢੇ, ਕਿਵੇਂ ਗੁਰਦੁਆਰਿਆਂ ਦੇ ਵਿੱਚ ਐਂਟਰ ਹੋਏ ਜਿੱਥੋਂ ਇਨਫੋਰਮੇਸ਼ਨ ਆਉਣੀ ਹੈ। ਇਹਦੇ ਵਿੱਚ ਫਿਰ ਮੈਂ ਕਹਾਂ ਕਿ ਦੇਸ਼ਾਂ ਦੀਆਂ ਏਜੰਸੀਆਂ ਦੂਜੇ ਦੇਸ਼ਾਂ ਦੇ ਵਿੱਚ ਇਨਫਿਲਟਰੇਟ ਕਰਦੀਆਂ ਨੇ, ਪਰ ਗਾਂ ਉਹਨਾਂ ਦੇ ਚੇਲੇ ਬਾਲ ਕੇ ਕਿਵੇਂ ਬਣਦੇ ਆ ਸੀ, ਕਿਉਂਕਿ ਹਰ ਕਮਿਊਨਿਟੀ ਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੁੰਦਾ ਜਿਹੜੇ ਤਿਆਰ ਹੁੰਦੇ ਆ, ਜਿਹੜੇ ਸਾਊ ਬਣਨਾ ਮਹਿਸੂਸ ਕਰਦੇ। ਦੂਜੇ ਗੀਦੀ ਨਹੀਂ ਹੁੰਦੇ, ਉਹਨਾਂ ਨੂੰ ਚਾਹ ਹੁੰਦਾ ਕਿ ਨਾ ਮੈਨੂੰ ਮੈਂ ਸਾਊ ਬਣਨਾ ਬਸ। ਉਹਦੇ 'ਚ ਫਿਰ ਨੁਕਸਾਨ ਤੁਹਾਡੇ ਹੋਣੇ ਸ਼ੁਰੂ ਹੁੰਦੇ ਨੇ। ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਤੁਸੀਂ ਕੁਛ ਗਲਤ ਕੰਮ ਕਰੋ ਜਿਹੜਾ ਲੁਕਾਉਣਾ,
ਗਲਤ ਕੰਮ ਕਰੋ ਨਾ, ਪਹਿਲੀ ਤਾਂ ਗੱਲ ਬਿਲਕੁਲ ਨਾ ਕਰੋ, ਮਾਣ ਦੇ ਨਾਲ ਰਹੋ, ਕਾਨੂੰਨ ਦੇ ਥੱਲੇ ਰਹੋ, ਗਲਤ ਕੰਮ ਕਰੋ ਹੀ ਨਾ। ਗਲਤ ਕੰਮ ਸ਼ੁਰੂ ਹੋਇਆ ਤਾਂ ਹੀ ਉਹਦੀ ਖਬਰ ਜਾਊ, ਜੇ ਹੋਵੇ ਹੀ ਨਾ। ਹੁਣ ਕਾਰਨ ਇਹ ਸੀ ਵੀ ਹੋਇਆ ਹੀ ਇਹ ਸੀ ਵੀ ਇਹ 20ਵੀਂ ਸਦੀ ਦਾ ਬਹੁਤ ਵੱਡਾ ਇੱਕ ਸਾਡਾ ਘੱਲੂਘਾਰਾ ਸੀ, ਜਿਵੇਂ 18ਵੀਂ ਸਦੀ 'ਚ ਹੋਇਆ ਇਸ ਤਰ੍ਹਾਂ ਇਹ ਘੱਲੂਘਾਰਾ ਸੀ ਜਿਹਦੇ 'ਚੋਂ ਕੌਮ ਸਦਮੇ 'ਚੋਂ ਬਾਹਰ ਨਹੀਂ ਸੀ ਆ ਰਹੀ। ਤੇ ਇੱਥੇ ਗੱਲਾਂ ਹੁੰਦੀਆਂ ਰਹੀਆਂ, ਦੱਸਦੇ ਨੇ ਉਸ ਸਮੇਂ ਵੀ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਕਹਿੰਦੇ ਰਹੇ ਵੀ 에ਅਰ ਇੰਡੀਆ 'ਚ ਨਾ ਚੜਿਓ, ਬਾਈਕਾਟ ਕਰਿਓ। ਪਰ ਉਹ ਬਾਈਕਾਟ ਦਾ ਇਹ ਮਤਲਬ ਨਹੀਂ ਸੀ ਵੀ 에ਅਰ ਇੰਡੀਆ ਨੂੰ ਤੁਸੀਂ ਬੰਬ ਨਾਲ ਉਡਾਉਣਾ। ਤੇ ਇਹ ਗੱਲਾਂ ਹੁਣ ਰਿਆਇਤ ਹੋਣੀ ਇਕੱਲੇ ਇੱਕ ਇਨਸਾਨ ਨੇ ਜਿਨ੍ਹਾਂ ਨੂੰ ਪਤਾ ਹੈ ਸਾਰਾ ਕੁਝ, ਉਹਨਾਂ ਨੇ ਵਾਦਾ ਮਾਫ ਗਵਾਹ ਬਣ ਕੇ ਪਰਜਰੀ ਦੇ ਵਿੱਚ ਦੁਬਾਰਾ ਫੇਰ ਹੋਈ ਸਜ਼ਾ ਉਹਨਾਂ ਨੂੰ, ਫੇਰ ਨਿਕਲ ਗਏ ਉਹ ਪਹਿਲਾਂ ਵਾਦਾ ਮਾਫ ਗਿਲਟੀ ਪਲੀ ਕੀਤਾ ਉਹਨਾਂ ਨੇ ਚਾਹੇ, ਤੇ ਪਰ ਉਹ ਹੁਣ ਉਹਨਾਂ ਨੂੰ ਜਾਣਕਾਰੀ ਇਹਦੇ ਬਾਰੇ ਹੈ ਜਾਂ ਨਹੀਂ, ਤਾਂ ਕਿੰਨੀ ਉਹਨਾਂ ਨੇ ਉਹ ਧਮਾਕੇ ਵਾਲੀ ਗੱਲ ਵੀ ਉਹ ਕਹਿੰਦੇ ਮੇਰੇ ਕੋਲ ਤਾਂ ਕੁਛ ਛੜਾਂ ਪਈਆਂ ਸੀ, ਤਰਵਿੰਦਰ ਸਿੰਘ ਬੱਬਰ ਕਹਿੰਦਾ ਪੰਜਾਬ ਨੂੰ ਭੇਜਣੀਆਂ ਨੇ, ਮੈਂ ਕਿਹਾ ਚੱਲ ਭੇਜ ਦਿੰਦੇ ਆ। ਉਹ ਇਸ ਗੱਲੋਂ ਨਿਕਲ ਗਏ, ਮੈਨੂੰ ਨਹੀਂ ਸੀ ਪਤਾ ਇਹ ਬੰਬ ਬਣਨਾ ਤੇ ਜੇ ਬਣਨਾ ਉਹ ਬਣਨਾ। ਪਰ ਨੁਕਸਾਨ ਬਹੁਤ ਵੱਡਾ ਹੋਇਆ ਜਿਹੜਾ ਨਾਲ ਹੀ ਚੱਲੂ ਤੁਹਾਡੇ, ਜਿਸ ਤੋਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਪਰ ਪੜ੍ਹੋ ਇੱਕ ਵਾਰ, ਦੱਸਣ ਤੋਂ ਚੀਜ਼ਾਂ ਰਹਿ ਜਾਂਦੀਆਂ ਨੇ, ਇੱਕ ਵਾਰ ਇਹ ਕਿਤਾਬਾਂ ਨੂੰ ਜ਼ਰੂਰ ਤੁਸੀਂ ਪੜ੍ਹੋ। 에ਅਰ ਇੰਡੀਆ ਤੇ ਨਾ ਜ਼ਰੂਰ ਪੜ੍ਹੋ, ਜ਼ਰੂਰ। ਸੌਫਟ ਟਾਰਗੇਟ ਤਾਂ ਜ਼ਰੂਰ ਪੜ੍ਹੋ ਨਾ, ਜ਼ਹੀਰ ਕਸ਼ਮੀਰੀ ਦੀ, ਜੀਵੇ ਨੇ ਵੀ ਲਿਖੀ ਆ, ਕੈਂਬੋਲੋ ਨੇ ਵੀ ਲਿਖੀ ਆ, ਪੜ੍ਹ ਕੇ ਵੇਖੋ। ਅੰਗਰੇਜ਼ੀ ਦੇ ਵਿੱਚ ਕਿਤਾਬਾਂ ਨੇ, ਕੌੜੀ ਫਸਲ ਤਾਂ ਪੰਜਾਬੀ ਦੇ ਵਿੱਚ ਵੀ ਆ, ਮਲੋਈ ਕ੍ਰਿਸ਼ਨ ਧਰ ਦੀ ਪੰਜਾਬ ਦੇ ਵਿੱਚ, ਇੱਕ ਗਵਰਨਰ ਪਾਂਡੇ ਨੇ ਪੰਜਾਬੀ ਦੇ ਵਿੱਚ ਲਿਖੀ ਆ। ਲਓ ਜੀ, ਸਮਰਾ ਜੀ ਆ ਗਏ। ਸਮਰਾ ਜੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਫੇਰ ਮੈਂ ਗੱਲ ਕੀਤੀ ਹੈ ਇਸ ਦੇ ਬਾਰੇ, ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ ਜਿਹੜਾ ਮੇਰੇ ਤੋਂ ਨਹੀਂ ਹੋਇਆ ਜੀ? ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਮਰਾ ਸਾਹਿਬ, ਕੀ ਐਡ ਕਰਨਾ ਚਾਹੁੰਦੇ ਹੋ? ਮੈਂ ਐਡ ਇਹੀ ਕਰਨਾ ਚਾਹੁੰਦਾ ਵੀ ਉਹ ਜਿਹੜਾ ਉਹਨੇ ਨਾ ਇੱਕ ਚੈਪਟਰ ਮੇਰੇ ਬਾਰੇ ਲਿਖਿਆ ਉਹ ਮੈਂ ਦੱਸਤਾ ਜੀ, ਮੈਂ ਪਹਿਲਾਂ ਦੱਸਤਾ ਵੀ ਤੁਸੀਂ ਉਸ ਦੇ ਬਾਰੇ ਕਹਿੰਦੇ ਹੋ ਵੀ ਨਹੀਂ ਇਹ ਗਲਤ ਆ ਚੈਪਟਰ, ਉਹ ਤਾਂ ਮੈਂ ਦੱਸਤਾ। ਉਹ ਸੁਦਾ ਹੀ ਗਲਤ ਆ। ਤੇ ਜੇ 1% ਵੀ ਉਹ ਚ ਸਹੀ ਹੁੰਦਾ ਨਾ, ਤੇ ਮੈਂ ਕੌਂਸਲਰ ਜਨਰਲ ਦਾ ਕੋਈ ਬੰਦਾ ਹੁੰਦਾ ਤੇ ਫਿਰ ਮੈਂ ਉਹਨੂੰ ਸਗਾ 100% ਵਧਾ ਕੇ ਦੱਸਦਾ ਵੀ ਜਦ ਉਹਨਾਂ ਨੇ ਮੈਨੂੰ ਫੜਾਇਆ, ਫਿਰ ਮੈਨੂੰ ਤਿਹਾੜ ਜੇਲ੍ਹ ਚ ਰੱਖਿਆ, ਉੱਥੇ ਮੈਂ ਕੁੱਟ ਖਾਧੀ, ਫਿਰ ਇੱਥੇ ਆ ਗਿਆ ਤੇ ਮੇਰਾ ਪਰਿਵਾਰ ਵੀ ਬਰਬਾਦ ਆ ਸਭ ਕੁਝ, ਫਿਰ ਮੈਂ ਉਹਨਾਂ ਨੂੰ ਮੱਲੋ ਮੱਲੀ ਘੜੀਸਦਾ ਐਵੇਂ ਹੋਰ ਸਭ ਕੁਝ ਝੂਠ ਬੋਲ ਕੇ। ਸਮਰਾ ਸਾਹਿਬ, ਜਿਹੜੀ ਉਹ ਉੱਥੇ ਦੀ ਲੋਕਲ ਗੈਦਰਿੰਗ ਤੇ ਕਮਿਊਨਿਟੀ ਦੀ ਰਿਫਟ ਨੂੰ ਇਹਦੇ ਵਿੱਚ ਲੈ ਕੇ ਆਉਂਦਾ ਹੈ, ਉਹਦਾ ਕਾਰਨ ਫਿਰ ਚੌਹਾਨ ਉਹਨਾਂ ਨੂੰ ਉੱਥੇ ਲੈ ਕੇ ਆਉਂਦਾ ਹੈ ਬਈ ਚੌਹਾਨ ਆਉਣਾ ਸ਼ੁਰੂ ਹੋਇਆ, ਉਹਨੂੰ ਜੋੜਦਾ ਕਿਵੇਂ ਆ ਜੀ ਫਿਰ? ਉਹ ਦੇਖੋ ਜੀ, ਉਹ ਜਿਹੜੀ ਉੱਥੇ ਜਿਹੜੀ ਰਿਫਟ ਸੀਗੀ ਉਹ ਖਾਸ ਕਰ ਪੇਪ ਗੁਰਦੁਆਰਾ, ਪਹਿਲਾਂ ਇੱਕੋ ਹੀ ਗੁਰਦੁਆਰਾ ਸੀ। ਮੈਂ 1972 ਚ ਆਇਆ ਤੇ ਉੱਥੇ ਮੈਂ ਸਾਲ ਚ ਕਿਤੇ ਇੱਕ ਦੀ ਗੁਰਦੁਆਰੇ ਗਿਆ ਹੋਊਗਾ। ਉੱਥੇ ਜਦੋਂ ਜਾਈਦਾ ਸੀ ਤੇ ਜਿਹੜੇ ਨਾ ਕੋਈ ਚੌਹਾਨ ਨੇ ਕੋਈ ਰਿਫਟ ਨਹੀਂ ਲੈਂਦੀ, ਇਹ ਜਿਹੜੇ ਸਾਡੇ ਜੱਟ ਸਿੱਖਿਆ ਜਿੱਥੇ ਵੀ ਜਾਂਦੇ ਆ ਜਿਹੜੇ ਨਾ, ਜਿੱਥੇ ਇਹਨਾਂ ਨੂੰ ਚੌਧਰ ਮਿਲਦੀ ਹੈ, ਚੌਧਰ ਹੁੰਦੀ, ਚੌਧਰ ਦੇ ਹੈ ਜਿੱਦਾਂ ਨਾ ਸਾਡਾ ਰੋੜੀ ਚ ਕੁੱਤੇ ਲੜਦੇ ਆ, ਏਦਾਂ ਇਹ ਉਸ ਗੁਰਦੁਆਰੇ ਦੀ ਚੌਧਰ ਲਈ ਲੜਦੇ ਆ। ਤੇ ਮੈਂ ਦੂਜੀ ਵਾਰੀ ਗਿਆ ਸੀ 1975 ਚ ਗੁਰਦੁਆਰੇ, ਤੇ ਉੱਥੇ ਗਿਆ ਤੇ ਉੱਥੇ ਡਾਂਗੋ ਸੋਟੀ ਹੁੰਦਾ ਦੇਖੇ, ਤੇ ਉਹ ਜਿਹੜੇ ਬੜੇ ਬੜੇ ਹੁੰਦੇ ਲੋਹੇ ਦੇ ਜਿਨ੍ਹਾਂ ਨਾਲ ਦਾਲਾਂ ਵਗੈਰਾ ਖੁਰਚਣੇ, ਹਾਂ ਉਹ ਉਹਨਾਂ ਦੇ ਇੱਕ ਉਹ ਚੱਲਦੇ ਦੇਖੇ, ਤੇ ਇੱਕ ਬੰਦਾ ਸੀ ਉਹ ਗੱਲਾਂ ਬਹੁਤ ਵਧੀਆ ਕਰਦਾ ਹੁੰਦਾ ਸੀ, ਉਹਦਾ ਸਿਰ ਪਾੜ ਦਿੱਤਾ। ਤੇ ਮੈਂ ਇੰਨਾ ਹੀ ਕਹਿ ਬੈਠਾ, ਮੈਂ ਕਿਹਾ ਗੁਰਦੁਆਰੇ ਤੇ ਮਨ ਦੀ ਸ਼ਾਂਤੀ ਲਈ ਆਏ, ਇੱਥੇ ਆ ਵੀ ਕੰਮ ਹੋ ਜਾਂਦੇ ਆ। ਤੇ ਉਹ ਜਿਹਨੂੰ ਕੁੱਟ ਪਈ ਸੀਗੀ ਉਹਦੇ ਉੱਥੇ ਦੋ ਖੜੇ ਸੀਗੇ ਸਪੋਰਟਰ, ਤੇ ਉਹਨਾਂ ਨੇ ਫਟਾਫਟ ਮੇਰਾ ਨੰਬਰ ਲੈ ਲਿਆ। ਤੇ ਫੇਰ ਜੀ ਉਹ ਵੀਕਐਂਡ ਤੇ ਮੇਰੇ ਘਰ ਆ ਗਏ, ਦੇਖੋ ਜੀ ਸਾਨੂੰ ਇਨਸਾਫ ਦਿਓ, ਇਨਸਾਫ ਦਿਵਾਓ। ਤੇ ਮੈਂ ਹੁਣ ਆਪਣੀ ਜਿਹੜੀ ਕਮਜ਼ੋਰੀ ਆ, ਮਾਨਸਿਕ ਕਮਜ਼ੋਰੀ, ਮੈਨੂੰ ਉਹਨੂੰ ਮੰਨਣ 'ਚ ਕੋਈ ਸ਼ਰਮ ਨਹੀਂ ਆਉਂਦੀ। ਮੈਨੂੰ ਕੋਈ ਕੁਛ ਕਹਿ ਦੇਵੇ ਮੈਂ ਉਹਦੇ ਮਗਰ ਲੱਗ ਜਾਂਦਾ ਸੀ। ਠੀਕ। ਤੇ ਮੈਂ ਕਿਹਾ ਹਾਂ ਅਗਲੇ ਐਤਵਾਰ ਚੱਲਾਂਗੇ। ਅਸੀਂ ਐਤਵਾਰ ਅਗਲੇ ਗਏ ਜੀ, ਤੇ ਇੱਕ ਮੇਰਾ ਛੋਟਾ ਭਰਾ ਮੈਨੂੰ ਇੰਗਲੈਂਡ ਤੋਂ ਵਿਜ਼ਿਟ ਕਰਨ ਆਇਆ ਸੀ, ਉਹ ਵੀ ਆ ਗਿਆ। ਤੇ ਉਹ ਜਦੋਂ ਘਰੋਂ ਤੁਰਨ ਲੱਗੇ ਤਾਂ ਉਹਨੇ ਨਾ ਉਹ ਆਪਣੇ ਕੋਟ ਦੇ ਅੰਦਰ ਇੱਕ ਖੁਆੜੀ ਜੀ ਰੱਖ ਲਈ। ਉਹ ਮੈਂ ਕਿਹਾ ਕੀ ਕਰਦਾ? ਕਹਿੰਦਾ ਗੁਰਦੁਆਰੇ ਉੱਥੇ ਹੋਰ ਛਤਰੀ ਪ੍ਰਧਾਨ ਨਹੀਂ ਹੋਣਾ, ਹੋਰ ਕੀ ਹੁੰਦਾ, ਕਿਉਂਕਿ ਉਹਨੇ ਇੰਗਲੈਂਡ ਛਤਰ ਪ੍ਰਧਾਨ ਹੁੰਦੇ ਦੇਖੇ ਸੀ। ਮੈਂ ਕਿਹਾ ਨਹੀਂ ਉੱਥੇ ਗੁਰਦੁਆਰੇ ਦੇ ਮਰਿਆਦਾ ਭੰਗ ਹੋ ਜੂਗੀ। ਅਸੀਂ ਉੱਥੇ ਗਏ ਤੇ ਉੱਥੇ ਇੱਕ ਜਿਹੜਾ ਹੋਰ ਸੀ ਸਾਡੇ ਲਾਗਲੇ ਪਿੰਡ ਦਾ, ਉਹਨੂੰ ਵੀ ਢਾਹ ਆਇਆ, ਤੇ ਮੈਂ ਉਹਨੂੰ ਬਚਾਉਣ ਲੱਗਾ ਤੇ ਉਹ ਵੀ ਮੈਨੂੰ ਢਾਹ ਲਿਆ, ਤੇ 5-7 ਚਾਕੂ ਮੇਰੇ ਮਾਰ ਦਿੱਤੇ, ਤੇ ਮੇਰਾ ਭਰਾ ਮੈਨੂੰ ਬਚਾਉਣ ਲੱਗਾ ਤੇ ਉਹਦੇ 10-12 ਚਾਕੂ ਮਾਰ ਦਿੱਤੇ। ਤੇ ਬਾਜੀ ਫਿਰ ਏਦਾਂ ਹੀ ਮੈਂ ਚੱਲ ਪਿਆ ਕੰਮ।
ਮਰਨੋਂ ਬਚਿਆ। ਤੇ ਫਿਰ ਉਹ ਜਿਹੜੀ ਨਵੀਂ ਕਮੇਟੀ ਬਣੀ, ਕਿਉਂਕਿ ਅਸੀਂ ਦੋ ਭਰਾਵਾਂ ਨੇ ਚਾਕੂ ਖਾਦੇ ਸੀ, ਤੇ ਮੈਨੂੰ ਉਹਨੇ ਕਮੇਟੀ 'ਚ ਪਾ ਲਿਆ। ਚਲੋ ਹਾਂਜੀ, ਤੇ ਏਦਾਂ ਮੇਰੀ ਬਰਬਾਦੀ ਸ਼ੁਰੂ ਹੋ ਗਈ। ਤੇ ਫਿਰ ਮੈਨੂੰ ਮੇਰੀ ਪਹਿਲਾਂ ਕਹਿ ਚੁੱਕਾ ਵੀ ਮੈਨੂੰ ਆਦਤ ਸੀ ਜੋ ਮੈਨੂੰ ਲੋਕਾਂ ਨੂੰ ਖੁਸ਼ ਕਰਨ ਦੀ। ਤੇ ਫਿਰ ਜਨੂੰ 76-77 ਚ ਨਸਲਵਾਦ ਇੰਨਾ ਵੱਧ ਗਿਆ ਵੀ ਜਿਹੜੇ ਬੰਦੇ ਆਏ ਆ ਜਾਂ 80-82 ਤੋਂ ਬਾਅਦ ਆਏ, ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਵੀ ਕਿੰਨਾ ਨਸਲਵਾਦ ਸੀ। ਫਿਰ ਮੈਂ ਉਹਦੇ ਬਰਖਲਾਫ ਝੰਡਾ ਚੁੱਕ ਲਿਆ। ਤੇ ਫਿਰ ਜੀ ਮੈਂ ਹੌਲੀ ਫਿਰ ਮਸ਼ਹੂਰ ਹੋ ਗਿਆ ਤੇ ਬੜੇ ਮੁਜ਼ਾਹਰੇ ਕੀਤੇ ਨਸਲਵਾਦ ਨੂੰ। 3-4-5 ਸਾਲ ਦੇ ਜ਼ਬਰਦਸਤ ਮੁਜ਼ਾਹਰਿਆਂ ਤੋਂ ਬਾਅਦ even ਮੈਨੂੰ 3 ਫੁੱਟੀ ਕਿਰਪਾਨ ਵੀ ਚਲਾਉਣੀ ਪਈ। ਤੇ ਫਿਰ ਇਹ ਨਸਲਵਾਦ ਨੂੰ ਥੋੜੀ ਜਿਹੀ ਠੱਲ ਪਈ। ਤੇ ਜਦੋਂ ਮੈਂ 18 ਮਾਰਚ 82 ਨੂੰ ਕੋਰਟ 'ਚ ਕਚਹਿਰੀ 'ਚ ਕਤਲ ਕੀਤਾ, ਤੇ ਉਦੋਂ 2 ਮਹੀਨੇ ਪਹਿਲਾਂ ਕੌਂਸਲੇਟ ਜਨਰਲ ਨੇ 26 ਜਨਵਰੀ ਮਨਾਈ ਸੀ। ਤੇ ਉੱਥੇ ਆਪਣੇ ਮੇਰਾ ਖਿਆਲ ਗੁਰਦਿਆਲ ਸਿੰਘ ਢਿੱਲੋਂ ਉਹ ਅੰਬੈਸਡਰ ਸੀਗੇ। ਤੇ ਮੈਂ ਸੀ ਉੱਥੇ ਵੀ ਉਹਨਾਂ ਦੇ ਮੈਂ ਮੁਰਦਾਬਾਦ ਦੇ ਨਾਅਰੇ ਲਾਏ ਸੀ, ਕਿਉਂਕਿ ਮੈਂ ਇੰਡੀਆ ਦੀ ਸਰਕਾਰ ਨੂੰ ਮੈਂ ਡਿਕਟੇਟਰਸ਼ਿਪ ਮੰਨਦਾ ਸੀ। ਤੇ ਮੈਂ ਫਿਰ ਉਹਨਾਂ ਦਾ ਕਿੱਦਾਂ ਚਮਚਾ ਹੋ ਗਿਆ, ਮੈਂ ਕੀ ਇਹ ਕੰਮ ਕਰਨਾ ਸੀ। ਤੇ ਬਾਕੀ ਫਿਰ ਜਿਹੜਾ ਉਹਨਾਂ ਨੇ ਉਹ ਲਿਖਿਆ ਜੀ ਇਹਨੂੰ ਐਂ ਕੱਢ ਦਿੱਤਾ। ਨਹੀਂ ਉਹ ਮੈਂ ਸਹੀ ਕਰਤੀ ਸਮਰਾ ਜੀ ਤੁਸੀਂ ਵੀ ਪਿਛਲੀ ਵਾਰ ਵੀ। ਅੱਛਾ, 에ਅਰ ਇੰਡੀਆ ਦੀ ਇਸ ਬੰਬਿੰਗ ਦੀ ਕਿਤਾਬ ਦੇ ਬਾਰੇ ਫਿਰ ਅਖੀਰ 'ਚ ਜਿਹੜੀ ਇਹ ਬੰਬਿੰਗ ਹੁੰਦੀ ਆ ਉਹਦੇ ਬਾਰੇ ਅਖੀਰ 'ਚ ਕੀ ਕਹਿਣਾ ਚਾਹੁੰਦੇ ਹੋ ਵੀ ਉਹਨੂੰ ਤੁਸੀਂ ਕਿਵੇਂ ਲੈਂਦੇ ਹੋ? ਉਹ ਜੀ ਮੈਂ ਜਿਹੜੀ ਗੱਲ ਦਾ ਮੈਨੂੰ ਪਤਾ ਨਹੀਂ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿੰਦਾ। ਉਹ ਹੋ ਸਕਦਾ 100% ਸਹੀ ਹੋਵੇ ਜੀ। ਤੇ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ। ਕੁਛ ਤੁਸੀਂ ਕੁਛ ਚਾਹੁੰਦੇ ਹੋ ਇਨਕਸ਼ਾਫ ਕਰਨਾ ਵੀ ਤੁਹਾਡੇ ਜਾਣ ਤੋਂ ਬਾਅਦ ਕੋਈ ਕਿਤਾਬ, ਤੁਹਾਡੀ ਡਾਇਰੀ ਇਹੋ ਜਿਹਾ ਵੀ ਕੁਝ ਤੁਹਾਡੇ ਮਨ 'ਚ ਹੈ ਵੀ ਉਹ ਲਿਖੋਗੇ ਫਿਰ? ਉਹ ਏਦਾਂ ਜੀ ਵੀ ਈਵਨ ਮੇਰੀ ਜਿਹੜੀ ਲਾਈਫ ਸਟੋਰੀ, ਮੈਂ ਕੈਨੇਡਾ 'ਚ ਆਪਣੀ ਲਾਈਫ ਬਰਬਾਦ ਕੀਤੀ ਹੈ। ਜ਼ਿੰਦਗੀ ਇੱਕ ਵਾਰੀ ਮਿਲਦੀ ਆ, ਮੈਂ ਲਾਈਫ ਬਰਬਾਦ ਕੀਤੀ। ਲਿਖ ਦਿਓ ਫਿਰ ਉਹਨੂੰ। ਪਰਿਵਾਰ ਦੀ ਲਾਈਫ ਬਰਬਾਦ ਕੀਤੀ ਆ ਤੇ ਮੈਂ ਹੁਣ ਧੱਕੇ ਖਾ ਰਿਹਾ। ਤੇ ਕਿਸੇ ਟਾਈਮ ਕੈਨੇਡਾ 'ਚ ਸਭ ਤੋਂ ਵੱਧ ਮੈਂ ਇਨਫਲੂਐਂਸ਼ੀਅਲ ਬੰਦਾ ਹੁੰਦਾ ਸੀ। ਬਿਲਕੁਲ। ਜਿਹੜੇ ਹੁਣ ਮਿਨਿਸਟਰ ਬਣੇ ਬੈਠੇ ਵੀ ਮੈਨੂੰ ਟੋਰਾਂਟੋ ਤੋਂ ਟਿਕਟ ਦੇ ਕੇ ਇੱਥੇ ਸੱਦਦੇ ਸੀ ਲੈਕਚਰ ਕਰਨ ਨੂੰ। ਤੇ ਸਮਰਾ ਸਾਹਿਬ ਫਿਰ ਲਿਖ ਦਿਓ ਇਹਦੇ ਬਾਰੇ, ਕਹਾਣੀ ਲਿਖ ਦਿਓ ਆਪਣੀ। ਹੁਣ ਕੋਈ ਪੁੱਛਦਾ ਨਹੀਂ, ਇੱਥੇ ਮੈਂ ਬੜੇ ਕੈਨੇਡਾ ਸੈੱਟ ਕਰਾਏ ਆ। ਤੇ ਹੁਣ ਇਹ ਆ ਵੀ ਉਹ 2 ਸਾਲ ਪਹਿਲਾਂ ਬਲਤੇਜ ਪੰਨੂ ਆਇਆ ਸੀ ਤੇ ਉਹ ਮੇਰੀ 10-12 ਘੰਟੇ ਦੀ ਵੀਡੀਓਗ੍ਰਾਫੀ ਬਣਾ ਕੇ ਲੈ ਗਿਆ ਸੀ। ਤੇ ਮੈਂ ਲਿਖ ਦੇਵਾਂ, ਪਰ ਇਹ ਵੀ ਹੁਣ ਮੇਰੀ ਜਿਹੜੀ ਨਾ ਵਿਲ ਪਾਵਰ 0 ਹੋ ਗਈ ਆ। ਕਿਸੇ ਟਾਈਮ ਮੈਂ ਜਦੋਂ ਮੈਂ ਜੇਲ੍ਹ 'ਚ ਸੀਗਾ ਤੇ 8-10 ਘੰਟੇ ਮੈਂ ਪੜ੍ਹਦਾ ਸੀ। ਮੈਂ ਹਿਸਟਰੀ ਤੇ ਸਾਈਕੋਲੋਜੀ ਦੀ BA ਕੀਤੀ ਕੈਨੇਡਾ ਦੀ ਯੂਨੀਵਰਸਿਟੀ ਤੋਂ। ਤੇ ਰੋਜ਼ ਮੈਂ 10-20 ਪੇਜ ਲਿਖਦਾ ਸੀ। ਹੁਣ ਮੇਰੇ ਤੋਂ ਇੱਕ ਪੇਜ ਨਹੀਂ ਲਿਖਿਆ ਜਾਂਦਾ। ਆਈ ਐਮ ਟੋਟਲੀ ਬ੍ਰੋਕਨ। ਕੋਈ ਨਾ ਜੀ, ਕੋਈ ਨਾ, ਚੜ੍ਹਦੀ ਕਲਾ 'ਚ ਰਹੋ। ਅਖੀਰ 'ਚ ਔਲਖ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੇਖੋ ਜਿਹੜੀ ਜ਼ਹੀਰ ਕਸ਼ਮੀਰੀ ਆ ਨਾ, ਇਹਦੇ ਸੌਫਟ ਟਾਰਗੇਟ ਮੈਂ 2 ਵਾਰਾਂ ਪੜ੍ਹੀ ਆ। ਅੱਛਾ ਜੀ। ਤੇ ਉਹਦੇ ਵਿੱਚ ਤੁਸੀਂ ਇੱਕ ਪੁਆਇੰਟ, ਜਾਂ ਮੈਂ ਗਲਤੀ ਤੇ ਆ ਜਾਂ ਤੁਹਾਨੂੰ ਚੇਤਾ ਭੁੱਲ ਗਿਆ, ਤੁਸੀਂ ਇੱਕ ਪੁਆਇੰਟ ਭੁੱਲ ਗਏ ਜੀ। ਉਹਦੇ ਵਿੱਚ ਉਹਨੇ ਲਿਖਿਆ ਵਾ ਵੀ ਟੋਰਾਂਟੋ ਜਿਹੜਾ ਹਾਈ ਕਮਿਸ਼ਨ ਦਾ ਦਫ਼ਤਰ ਸੀ ਨਾ, ਇਹ ਸਿੱਖ ਅੱਤਵਾਦੀਆਂ ਦੇ ਨਾਂ ਹਰ ਗੱਲ ਬਣਨੀ ਚਾਹੁੰਦੇ ਸੀ। ਬਿਲਕੁਲ ਜੀ, ਦੱਸ ਕੇ ਹਟਿਆ ਮੈਂ, ਉਹ ਆਲੂ ਵਾਲੀ ਹੈ ਮਲਕੋਣਾ ਦੀ ਗੱਲ। ਬਿਲਕੁਲ ਠੀਕ ਹੈ। ਫਰਜ਼ੀ ਬਣਾ ਲੈਂਦੇ ਸੀ ਇਹ ਗੱਲਾਂ। ਟੋਰਾਂਟੋ ਹਾਈ ਕਮਿਸ਼ਨ ਦੇ ਦਫ਼ਤਰ ਨੇ ਇੱਕ ਵਾਰ ਆਪਣੇ ਦਫ਼ਤਰ ਦੇ ਵਿੱਚ ਭੰਨ ਤੋੜ ਕਰਤੀ, ਟੈਲੀਫੋਨ ਭੰਨ ਦਿੱਤੇ। ਉਹਨੇ ਫਰਨੀਚਰ ਖਿਲਾਰ ਦਿੱਤਾ। ਜਿਹੜੇ ਉੱਥੇ ਟੀਵੀ ਲੱਗੇ ਸੀ ਉਹ ਭੰਨ ਤੋੜ ਉਹਨਾਂ ਨੇ ਕਰਕੇ ਤੇ ਪੁੱਲ ਕੇ ਪੁਲਿਸ ਸੱਦੀ ਤੇ ਉਹ ਸਿੱਖ ਅੱਤਵਾਦੀਆਂ ਦੇ ਨਾਮ ਮਰਤਾ ਵੀ ਉਹ ਕਰਦਾ ਕੀਤਾ ਨਾ ਆਪ ਆ। ਇਹ ਗੱਲ ਮੈਂ ਉਹਦੇ ਜ਼ਹੀਰ ਕਸ਼ਮੀਰੀ ਦੇ ਵਿੱਚ ਲਿਖੀ ਆ। ਜੀ ਲਿਖੀ, ਜਿਹੜੀ ਕਿਤਾਬ ਮੈਂ ਆਪ ਪੜ੍ਹੀ ਆ ਜੀ, ਲਿਖੀ ਆ। ਜੇ ਸੱਚ ਹੈ ਮੈਨੂੰ ਹੁਣ ਚੇਤਾ ਭੁੱਲ ਨਹੀਂ, ਲਿਖੀ ਆ ਜੀ, ਲਿਖੀ ਆ। ਮੈਂ ਵੀ ਪੜ੍ਹੀ ਆ, ਮੈਂ ਕੱਲਾ ਨੋਟ ਕਰਕੇ ਪੜ੍ਹੀ ਆ ਕਿਤਾਬ, 3 ਵਾਰ ਪੜ੍ਹੀ ਆ ਜੀ ਉਹ। ਪਰ ਅੱਜ ਤੁਸੀਂ ਮੈਂਸ਼ਨ ਨਹੀਂ ਕੀਤੀ ਇਹ ਗੱਲ। ਬਸ ਰਹਿ ਗਈ ਜੀ, ਮੈਂ ਪਿਛਲੀ ਵਾਰ ਸਾਰੀ ਕੀਤੀ ਸੀ। ਮੈਂ ਪੂਰਾ 1.5 ਘੰਟਾ 2 ਦਿਨ ਸ਼ੋਅ ਕਰਦਾ ਰਿਹਾ। ਹਾਂਜੀ ਚਲੋ ਥੈਂਕ ਯੂ। ਸੋ ਇਨ ਜਨਰਲ ਮੈਂ ਇਹ ਤੇ ਗੱਲ ਕਰਨੀ ਚਾਹੁੰਦਾ ਸੀ ਜਿਹੜੀ, ਖੈਰ ਖੁਦ ਜੇ ਪੜ੍ਹ ਸਕੋ ਤੁਹਾਨੂੰ ਪਤਾ ਲੱਗੂ। ਆਪਾਂ ਪਿਛਲੀ ਵਾਰ 3 ਦਿਨ ਤੇ ਸ਼ੋਅ ਕੀਤਾ ਸੀ, ਕੱਲਾ ਚੈਪਟਰ ਹਾਈਲਾਈਟ ਕਰਕੇ ਮੈਂ ਤੁਹਾਨੂੰ ਦੱਸਿਆ ਸੀ। ਪਤਾ ਕਮਿਊਨਿਟੀ ਦੇ ਵਿੱਚ ਦਾਗੀ ਬੰਦੇ ਕਿਹੜੇ ਨੇ, ਕੀ ਹੋਇਆ, ਬਹੁਤਿਆਂ ਨੂੰ ਪਤਾ। ਬਸ ਹੁਣ ਉਹ ਇਹਨੂੰ ਛੇੜਨਾ ਨਹੀਂ ਚਾਹੁੰਦੇ। ਪਰ ਇਹਦੇ ਤੇ ਬਹੁਤ ਵੱਡਾ ਇੱਕ ਸੁਨੇਹਾ ਹੈ ਇਸ ਕਾਂਡ ਦੇ ਵਿੱਚ, ਜਿਹੜਾ ਜ਼ਰੂਰ ਕਮਿਊਨਿਟੀ ਤੱਕ ਪਹੁੰਚਣਾ ਚਾਹੀਦਾ। ਜਿਹੜਾ ਉਹ ਇਹ ਆ ਵੀ ਕਿਵੇਂ ਕਾਰਨਰ ਤੁਸੀਂ ਆਪਣੇ ਬਚਾਉਣੇ ਨੇ, ਇਹ ਇੱਕ ਸੁਨੇਹਾ ਹੈ। ਸਵਰਨਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਾਹਿਬ ਸਵਰਨਜੀਤ ਬੋਲਦਾ ਜੀ।
ਜੀ ਸਤਿ ਸ਼੍ਰੀ ਅਕਾਲ। ਮੇਰੇ ਤਾਂ 2 ਕਮੈਂਟ ਸੀ। ਚਲੋ ਹੁਣ ਟੌਪ ਕੋ ਟਰੱਕਿੰਗ ਵਾਲਾ ਚੇਂਜ ਹੋ ਗਿਆ ਵਾ, ਇਹ ਲੌਗ ਦੇ ਬਾਬਤ ਗੱਲ ਕਰਨੀ ਸੀਗੀ, ਉਹ ਚਲੋ ਨਹੀਂ ਲਈ ਕਾਲ, ਬਿਜੀ ਸੀ ਤੁਸੀਂ। ਤੇ ਇੱਕ ਮੈਂ ਤੁਹਾਡਾ ਦੂਜਾ ਮੈਂਸ਼ਨ ਕਰਨਾ ਚਾਹੁੰਦਾ ਵੀ ਤੁਹਾਡੀ ਸਾਊਂਡ ਕੁਆਲਿਟੀ ਕਾਫੀ ਚੇਂਜ ਹੋਈ ਵੀ ਹੈ ਇਹ 2-3 ਵੀਕਾਂ ਤੋਂ, ਸ਼ਾਇਦ ਤੁਸੀਂ ਪਤਾ ਨਹੀਂ ਨੋਟਿਸ ਕੀਤਾ ਜਾਂ ਨਹੀਂ ਕੀਤਾ। ਕਿਵੇਂ ਜੀ? ਜਿੱਦਾਂ ਕਿ ਪਤਾ ਨਹੀਂ ਕੀ ਆਪਣਾ ਬੇਸ ਬੂਸ ਘਟਾਈ ਵੀ ਹੈ, ਜਾਂ ਤੁਸੀਂ ਜਿਵੇਂ ਸਪੀਕਰ ਜੇ ਫਟੇ ਜੇ ਹੁੰਦੇ ਇਦਾਂ, ਤੁਸੀਂ 3 ਵੀਕਾਂ 1 ਮਹੀਨੇ ਦੇ ਤੁਸੀਂ ਆਪਦੇ YouTube ਤੇ ਜਾ ਕੇ ਪ੍ਰੋਗਰਾਮ ਆਪਦੇ ਪਲੇ ਕਰਕੇ ਚੈੱਕ ਕਰਕੇ ਦੇਖਿਓ, ਉਸ ਕੁਆਲਿਟੀ ਦਾ ਤੇ ਹੁਣ ਕੁਆਲਿਟੀ ਦਾ ਬਹੁਤ ਫਰਕ ਹੈ। ਮੈਂ 2-3 ਵੀਕਾਂ ਤੋਂ ਮਤਲਬ ਕਿ ਬਾਅਦ ਚੈੱਕ ਕਰ ਲੈਣੇ ਜੀ ਅੱਜ ਸ਼ਾਇਦ ਵੀ ਚੈੱਕ, ਮੈਂ ਕਿਹਾ ਵੀ ਚੱਲ ਸ਼ਾਇਦ 1-2 ਦਿਨ ਵੀ ਹੋ ਸਕਦਾ ਕਿਤੇ ਮਾੜਾ ਮੋਟਾ ਕੋਈ ਇਸ਼ੂ ਹੋਵੇ, ਪਰ ਹੁਣ ਕੰਟੀਨਿਊ 2-3 ਵੀਕਾਂ ਤੋਂ ਇਦਾਂ ਹੀ ਚੱਲ ਰਹੀ ਆ। ਤੁਸੀਂ ਕੰਪੇਅਰ ਕਰਕੇ ਦੇਖੋ ਇਹਨੂੰ 1 ਮਹੀਨੇ ਵਾਲੇ ਪ੍ਰੋਗਰਾਮ ਬੈਕ ਕਰਕੇ ਚਲਾ ਕੇ ਤੇ ਹੁਣ ਦਾ ਤੁਸੀਂ ਮਤਲਬ ਜ਼ਰੂਰ ਬਾਈ ਜੀ ਉਹ ਚ ਕਰੇ। ਸਵੰਜੀਤ ਸਿੰਘ ਜੀ ਥੈਂਕ ਯੂ। ਚੈੱਕ ਕਰਾਉਣੇ ਆ ਜੀ ਅੱਜ, ਮੈਨੇਜਰ ਸਾਹਿਬ ਨੂੰ ਕਹਿੰਦੇ ਆ ਚੈੱਕ ਕਰਨ। ਗਗਨ ਨਾਹਲ ਉੱਗੇ ਕ੍ਰਿਮੀਨਲ ਡਿਫੈਂਸ ਲਾਇਰ 604 527 4769। ਗੱਲ ਤੁਹਾਡੀ ਠੀਕ ਹੈ। ਸਾਡੀ ਜਿਹੜੀ ਵਾਪਸ ਆਉਂਦੀ ਆ ਕੰਨਾਂ 'ਚ ਜਿਹੜੇ ਸਾਡੇ ਹੈੱਡਫੋਨਾਂ ਦੀ ਆਵਾਜ਼, ਉਹ ਵਾਕਿਆ ਚੇਂਜ ਹੋਈ ਹੋਈ ਹੈ ਸਵੰਜੀਤ ਜੀ, ਠੀਕ ਹੈ। ਕਿਸਟਿਕਸ ਜ਼ਿਆਦਾ ਲੱਗਦੀਆਂ, ਕੁਛ ਕਰਾਉਣੇ ਆ ਚੈੱਕ। ਸਮਾਂ ਮੁੱਕ ਗਿਆ ਜੀ, ਤੇ ਯਾਦ ਜਿਹੜੀ ਹੈ ਇਹ ਤੁਰ ਗਈਆਂ ਰੂਹਾਂ ਨੂੰ ਅੱਜ ਦੇ ਦਿਨ ਯਾਦ ਕਰਕੇ, ਪਰ ਇਹਦੇ ਕਾਰਨ ਤੇ ਭਵਿੱਖ ਦੇ ਵਿੱਚ ਕਿਸੇ ਨੁਕਸਾਨ ਤੋਂ ਬਚਣ ਦਾ ਤਹਈਆ ਇਹ ਜ਼ਰੂਰੀ ਹੈ ਸੋਚਣਾ। ਅੱਖਾਂ ਖੋਲ ਕੇ ਕਿਵੇਂ ਰੱਖਣੀਆਂ ਇਹ ਜ਼ਰੂਰੀ ਹੈ। ਰੱਬ ਰਾਖਾ, ਕੱਲ ਨੂੰ ਮੁੜਦੇ ਹਾਂ ਸੋਮਵਾਰ ਨੂੰ ਤੁਹਾਡੀ ਸੇਵਾ 'ਚ।